ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਹਰ ਹਫ਼ਤੇ ਦੀ ਤਰ੍ਹਾਂ ਫਿਰ ਇੱਕ ਵਾਰ ਆਪ ਜੀ ਦੇ ਰੂਬਰੂ ਹੋ ਰਹੇ ਹਾਂ, ਇੱਕ ਨਵਾਂ ਵਿਸ਼ਾ ਲੈ ਕੇ ਜਾਂ ਚਲੰਤ ਮਸਲਿਆਂ ਤੇ ਗੱਲ ਕਰਦੇ ਹਾਂ। ਜਿਹੜਾ ਅਸੀਂ ਸਿੱਖ ਮਤ ਐਪੀਸੋਡ ਚਾਲੂ ਕੀਤਾ, ਅੱਜ ਸਿੱਖ ਮਤ ਐਪੀਸੋਡ ਨੰਬਰ 8 ਤੇ ਅਸੀਂ ਗੱਲ ਕਰਾਂਗੇ। ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ ਸਿੱਖ, ਪਰ ਹਾਂਜੀ ਗਿਆਨ ਸਾਡੇ ਕਿਤੇ ਲਾਗੇ ਛਾਗੇ ਵੀ ਨਹੀਂ ਕਿਤੇ। ਜਦੋਂ ਅਸੀਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਕਿ ਇਹ ਦਿਨ ਜਿਹੜੇ ਸਿੱਖਾਂ ਵਾਸਤੇ ਬੜੇ ਅਹਿਮ ਨੇ, ਹਾਂਜੀ ਕਿਉਂਕਿ ਸਾਡੇ ਪੰਜਾਬ ਤੇ ਜਾਂ ਹੋਰ ਵੀ ਬਾਕੀ ਸਾਰੀਆਂ ਕੌਮਾਂ ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਿਲੇਟਡ ਨੇ, ਉਹਨਾਂ ਦੇ ਬੜੇ ਦਿਨ ਕਾਲੀ 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 ਰਾਤ ਵਰਗੇ ਸੀ। ਹਾਂਜੀ ਕਿ ਅਸੀਂ ਇਹ ਅੱਜ ਦੇਖਣਾ ਵਾ ਕਿ ਅਸੀਂ ਉਹਨਾਂ ਦਿਨਾਂ ਤੋਂ ਅੱਜ ਕੁਝ ਸਿੱਖਿਆ, ਕੀ ਗਵਾਇਆ ਅਸੀਂ, ਤੇ ਕੀ ਸਾਨੂੰ ਕਰਨਾ ਚਾਹੀਦਾ, ਤੇ ਕੀ ਅਸੀਂ ਹੁਣ ਤੱਕ ਕਰ ਰਹੇ ਹਾਂ। ਜਿਨ੍ਹਾਂ ਨੇ ਅਸੀਂ ਬਿਲਕੁਲ ਗਿਆਨ ਤੋਂ ਗਵਾਹੀ ਲੈ ਕੇ ਕੁਝ ਅੱਗੇ ਵਧੇ ਆ, ਕਿ ਹੋਰ ਵੀ ਉਹ ਤੋਂ ਪਿੱਛੇ ਚਲੇ ਗਏ ਆ। ਕਿਉਂਕਿ ਬਿਲਕੁਲ ਜੇ ਅਸੀਂ ਅਕਲੀ ਸਾਹਿਬ ਸੇਧੀ ਵਾਲੀ ਗੱਲ ਕਰਾਂਗੇ, ਅਕਲ ਲਵਾਂਗੇ, ਅਕਲ ਤੋਂ ਗੱਲ ਕਰਾਂਗੇ, ਤੇ ਫਿਰ ਅਸੀਂ ਅੱਗੇ ਵਧਾਂਗੇ। ਹਾਂਜੀ ਕਿਉਂਕਿ ਗਿਆਨ ਰਤਨ ਮਨ ਮਾਂਝੀ ਹੈ, ਬਹੁੜ ਨਾ ਮੈੜਾ ਹੋਏ। ਕਿ ਗੁਰੂ ਦੇ ਗਿਆਨ ਤੋਂ ਮਤਲਬ ਸ਼ਬਦ ਤੋਂ ਸੋਝੀ ਲੈ ਕੇ, ਜਾਂ ਜਿੱਥੋਂ ਵੀ ਗਿਆਨ ਸਾਨੂੰ ਮਿਲਦਾ ਉੱਥੋਂ ਸੋਝੀ ਲੈ ਕੇ ਜੇ ਅਸੀਂ ਅੱਗੇ ਚੱਲਾਂਗੇ, ਤੇ ਸਾਨੂੰ ਫਿਰ ਕਦੇ ਵੀ ਅਸੀਂ ਆਪਣੇ ਆਪ ਮਾਰ ਨਹੀਂ ਖਾਵਾਂਗੇ। ਅੱਗੋਂ ਦੇ ਜਾ ਬਿਲਕੁਲ ਚੇਤੀ ਆਇਤ ਮਿਲੇ ਸਜਾਏ। ਜੇ ਅਸੀਂ ਆਪਾਂ ਅੱਗੋਂ ਤੋਂ ਅਗਲਾ ਸਮਾਂ ਨੂੰ ਚੇਤ ਲਈਏ, ਵਾਚ ਲਈਏ ਕਿ ਕੀ ਸਾਡੇ ਨਾਲ ਹੋਣਾ ਵਾ, ਤੇ ਸਾਨੂੰ ਕਦੇ ਵੀ ਕੋਈ ਸਜ਼ਾ ਨਹੀਂ ਮਿਲੂਗੀ। ਪਰ ਅਸੀਂ ਇਹ ਅੱਜ ਇੱਥੇ ਹਾਂਜੀ ਵਿਚਾਰ ਕਰਦੇ ਹਾਂ ਕਿ ਅਸੀਂ ਉਸ ਸਮੇਂ ਨੂੰ ਕੀ ਅਸੀਂ ਉੱਥੇ ਗਵਾਇਆ, ਕਿੰਨਾ ਸਾਡਾ ਨੁਕਸਾਨ ਹੋਇਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਨਾਲ ਹੀ ਜਿਸ ਤਰ੍ਹਾਂ ਕਿ ਭਾਈ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਵਾਲੇ, ਜਿਨ੍ਹਾਂ ਦੀ ਇੱਕ ਲੇਟੈਸਟ ਵੀਡੀਓ ਆਈ ਹੈ, ਉਹਨਾਂ ਨੇ ਬੜਾ ਵਧੀਆ, ਬਹੁਤ ਵਧੀਆ ਉਹਨਾਂ ਨੇ ਇੱਕ ਗਿਆਨ ਭਰਪੂਰ ਜਿਹੜੀ ਇੱਕ ਵੀਡੀਓ ਕੱਢੀ ਹੈ ਕਿ ਆਪਣੇ ਸਰਦਾਰ ਗੁਰਤੇਜ ਸਿੰਘ ਜੀ IAS ਹਨ, ਜਿਨ੍ਹਾਂ ਨੇ ਇੱਕ ਸਾਲ ਬਾਰੇ ਜਿਹੜਾ ਇੱਕ ਬਹੁਤ ਵੱਡਾ ਦੱਸਿਆ, ਕੜੀ ਜੋੜੀ ਸੀ, ਉਹਦੇ ਬਾਰੇ ਵੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਖੁਲਾਸੇ ਕੀਤੇ ਨੇ। ਸੋ ਹਾਂਜੀ ਇੱਕ ਬਿਲਕੁਲ ਮੈਂ ਹੋਰ ਗੱਲ ਕਰਦਾ ਕਿ ਇੱਕ ਲੇਟੈਸਟ ਜਿਹੜੀ ਛੋਟੀ ਜਿਹੀ ਵੀਡੀਓ ਭਾਈ ਸਾਹਿਬ ਹੋਣਾ ਦੀ, ਭਾਈ ਰਣਜੀਤ ਸਿੰਘ ਜੀ ਹੋਣਾ ਦੀ ਆਈ ਸੀ, ਉਹਨਾਂ ਨੂੰ ਵੀ ਥ੍ਰੈਡ ਜੋ ਇੱਕ ਆਇਆ ਵਾ, ਉਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ। ਸੋ ਇਸ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਭਾਈ ਦਲਜੀਤ ਸਿੰਘ ਜੀ ਤੇ ਭਾਈ ਦਲਜਾਨ ਸਿੰਘ ਜੀ ਦੋਨੋਂ ਨੇ। ਹੁਣ ਮੈਂ ਭਾਈ ਦਲਜੀਤ ਸਿੰਘ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰੀ ਆਪਾਂ ਫਤਿਹ ਬੁਲਾ ਕੇ ਫਿਰ ਸਾਰੇ ਜਾਣੇ ਆਪਾਂ ਵਾਰੀ-ਵਾਰੀ ਆਪਣੀ ਗੱਲਬਾਤ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਜੀ ਕਾ ਖਾਲਸਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਲਜੀਤ ਸਿੰਘ ਜੀ। ਹਾਂਜੀ ਹਾਂਜੀ ਭਾਜੀ, ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਹੈ, ਇਹ ਜੂਨ ਦਾ ਪਹਿਲਾ ਹਫਤਾ ਲੰਘ ਕੇ ਗਿਆ। ਤੁਹਾਨੂੰ ਪਤਾ ਹੀ ਹੈ ਕਿ ਸਿੱਖਾਂ ਦੇ ਵਿੱਚ ਜਦੋਂ ਜੂਨ ਮਹੀਨੇ ਦੀ ਸ਼ੁਰੂਆਤ ਆਉਂਦੀ ਹੈ, ਜੀ ਤੇ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਹਲਚਲ ਸਿੱਖ ਕੌਮ ਦੇ ਵਿੱਚ ਮਚਦੀ ਹੈ। ਬਿਲਕੁਲ ਜੀ। ਕਿਉਂਕਿ ਬੜਾ ਸੈਂਸਿਟਿਵ ਦਿਨ ਹੁੰਦੇ ਨੇ ਇਹ, ਕਿਉਂਕਿ 84 ਵਿੱਚ ਜੋ ਵਰਤਾਰਾ ਵਾਪਰਿਆ ਸੀਗਾ, ਹਾਂਜੀ ਉਹ ਆਪਾਂ ਸਾਰੇ ਜਾਣਦੇ ਹਾਂ। ਮੇਰਾ ਤਾਂ ਆਪਣਾ ਜਨਮ 84 ਦਾ ਆ, ਪਰ ਉਸ ਤੋਂ ਬਾਅਦ ਵਿੱਚ ਜੋ ਮੈਂ ਪੜ੍ਹਿਆ, ਸਾਰੇ ਪੱਖਾਂ ਨੂੰ ਜਦੋਂ ਖੰਗਾਲਿਆ, ਜੀ ਤੇ ਗੱਲ ਇਹ ਸਮਝ ਚ ਆਉਂਦੀ ਹੈ ਕਿ ਅਸੀਂ ਉਦੋਂ ਗਵਾਇਆ ਤਾਂ ਬਹੁਤ ਕੁਝ, ਪਰ ਉਹ ਗਵਾਉਣ ਤੋਂ ਬਾਅਦ ਅਸੀਂ ਉੱਤੇ ਫੇਅਰ ਇੱਕ ਡਿਸਕਸ਼ਨ ਨਹੀਂ ਕਰ ਸਕੇ। ਬਿਲਕੁਲ ਉਹਦੇ ਉੱਤੇ ਫੇਅਰ ਗੱਲਬਾਤ ਨਹੀਂ ਇੱਕ ਹੋ ਸਕੀ ਜਿੱਦਾਂ ਗੱਲਬਾਤ ਹੋਣੀ ਚਾਹੀਦੀ ਸੀ। ਬਿਲਕੁਲ ਹਨਾ, ਉਹਦੇ ਵਿੱਚ ਜੋ 78 ਤੋਂ ਬਾਅਦ ਵਰਤਾਰਾ ਵਾਪਰਿਆ, ਹਾਂਜੀ 78 ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿਰੰਕਾਰੀਆਂ ਦਾ ਵਿਰੋਧ ਹੁੰਦਾ ਹੈ, ਉਸ ਤੋਂ ਬਾਅਦ 13 ਸਿੰਘਾਂ ਦੀ ਸ਼ਹੀਦੀ ਹੁੰਦੀ ਹੈ, ਹਾਂਜੀ ਫਿਰ ਕੌਮ ਜਿਹੜੇ ਰਸਤੇ ਪੈਂਦੀ ਹੈ, ਅਕਾਲੀਆਂ ਦਾ ਧਰਮ ਯੁੱਧ ਮੋਰਚਾ ਲਾਉਣਾ, ਉਸ ਦੇ ਵਿੱਚ ਸਾਰੇ ਪੰਜਾਬ ਦੇ ਸਿੱਖਾਂ ਦੀ ਸ਼ਮੂਲੀਅਤ ਹੋਣੀ, ਉਹ ਪੰਜਾਬ ਦੀਆਂ ਮੰਗਾਂ ਨੂੰ ਮੋਹਰੇ ਰੱਖਣਾ, ਉਹ ਮੰਗਾਂ ਨੂੰ ਮੋਹਰੇ ਰੱਖ ਕੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਵਰਤਾਰਾ ਚੱਲਿਆ, ਜੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਹਾਲਾਤ ਉਹਨਾਂ ਸਮਿਆਂ 'ਚ ਬਣੇ ਸੀਗੇ, 84 ਦੇ ਵਿੱਚ ਆਉਂਦੇ ਆਉਂਦੇ ਇਸ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੀ ਕਿ ਮਿਲਟਰੀ ਦਰਬਾਰ ਸਾਹਿਬ ਉਸ ਵੇਲੇ ਲੱਗ ਚੁੱਕੀ ਸੀ, ਤੇ 6 ਜੂਨ ਤੱਕ ਇਹ ਜਿਹੜਾ ਜਿਹਨੂੰ ਆਪਾਂ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ, ਜਿਹੜਾ ਉਹ 6 ਜੂਨ ਤੱਕ ਚੱਲਿਆ। ਹਾਂਜੀ ਹਾਂਜੀ ਉਹਦੇ ਵਿੱਚ ਬਹੁਤ ਸਾਰੇ ਨਿਰਦੋਸ਼ ਸਿੱਖਾਂ ਦੀਆਂ ਜਾਨਾਂ ਵੀ ਗਈਆਂ, ਹਾਂਜੀ ਆਪਾਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਜੋ ਵਰਤਾਰਾ ਵਾਪਰਿਆ ਕਈ ਸਾਲਾਂ ਤੱਕ, ਦਹਾਕਿਆਂ ਤੱਕ, ਉਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ 2 ਲੱਖ ਸਿੱਖਾਂ ਦੀਆਂ ਜਾਨਾਂ ਗਈਆਂ। ਬਿਲਕੁਲ
ਉਹਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ, ਬਹੁਤ ਸਾਰੇ ਪੱਖ ਨੇ। ਇੱਕ ਪੱਖ ਜਿਹੜਾ ਆ ਉਹ ਸਿਰਫ ਸਾਨੂੰ ਆਪਣੇ ਆਪ ਨੂੰ ਸਹੀ ਕਹਿੰਦਾ ਹੈ ਕਿ ਹਾਂ ਜਿਹੜੀ ਸਾਡੀ ਕੋਈ ਗਲਤੀ ਨਹੀਂ ਸੀ, ਸਾਰੀ ਸਰਕਾਰ ਦੀ ਗਲਤੀ ਸੀ। ਇੱਕ ਪੱਖ ਸਰਕਾਰ ਦਾ ਆ ਜਿਹੜਾ ਕਹਿੰਦਾ ਹੈ ਕਿ ਸਰਕਾਰ ਦੀ ਕੋਈ ਗਲਤੀ ਨਹੀਂ ਸੀ, ਸਰਕਾਰ ਨੂੰ ਮਜਬੂਰ ਹੋ ਕੇ ਜਿਹੜਾ ਹੈ ਉਹ ਅਟੈਕ ਕਰਨਾ ਪਿਆ। ਆਪਾਂ ਉਹਨਾਂ ਪੱਖਾਂ ਵੱਲ ਨਹੀਂ ਜਾਂਦੇ ਕਿ ਉਹ ਅਟੈਕ ਕਿਉਂ ਹੋਇਆ, ਉਸਦਾ ਕਾਰਨ ਕੀ ਬਣਿਆ ਜਾਂ ਜੋ ਵੀ ਹੋਇਆ। ਪਰ ਅੱਜ 36 ਸਾਲਾਂ ਬਾਅਦ ਜਿੱਥੇ ਸਿੱਖ ਕੌਮ ਅੱਜ ਖੜੀ ਹੈ, ਸੋਚਿਆ ਜਾਵੇ ਤਾਂ ਉਸ ਤੋਂ ਬਾਅਦ ਸਿੱਖਾਂ ਨੂੰ ਫੇਅਰ ਡਿਸਕਸ਼ਨ ਕਰਕੇ ਉਹ ਕਿਉਂ ਭਾਣਾ ਵਾਪਰਿਆ ਸੀ, ਉਹ ਮੁੜ ਕੇ ਨਾ ਵਾਪਰੇ, ਕਿਉਂਕਿ ਅਸੀਂ ਇੱਕ ਮਾਈਨੋਰਿਟੀ ਕੌਮ ਆ। ਇੰਡੀਆ ਦੇ ਵਿੱਚ ਸਿੱਖ ਕੌਮ 2% ਹੈ, 2% ਹੈ ਜੀ। ਉਹਦੇ ਵਿੱਚ ਆਪਾਂ ਜਦੋਂ ਵੇਖਦੇ ਹਾਂ ਕਿ ਜਿਹੜਾ ਉਸ ਵੇਲੇ ਵਰਤਾਰਾ ਵਾਪਰਿਆ, ਉਸ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਤੇ ਦਿੱਲੀ ਦੇ ਵਿੱਚ 15,000 ਤੇ ਲਗਭਗ ਨਿਰਦੋਸ਼ ਸਿੱਖਾਂ ਦੀਆਂ ਜਾਨਾਂ ਜਾਂਦੀਆਂ ਨੇ। ਇੱਕ ਉਹ ਨਸਲਕੁਸ਼ੀ ਹੋਈ, ਇੱਕ ਬਾਅਦ ਦੇ ਵਿੱਚ ਜਿਹੜੇ ਨਾਲ ਪੰਜਾਬ ਦੇ ਵਿੱਚ ਜੋ ਵੀ ਚੱਲਿਆ, ਜਿਸ ਤਰੀਕੇ ਨਾਲ ਨੌਜਵਾਨਾਂ ਨੇ ਭਾਵੁਕ ਹੋ ਕੇ ਹਥਿਆਰ ਚੁੱਕੇ ਤੇ ਜਿਹਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਵਿਚਾਰੇ ਨਿਰਦੋਸ਼ ਸੀਗੇ ਉਹਨਾਂ ਦੀਆਂ ਵੀ ਜਿਹੜੀਆਂ ਜਾਨਾਂ ਨੇ ਉਹ ਚਲੀਆਂ ਗਈਆਂ, ਜਿਹਦੇ ਵਿੱਚ ਚਾਹੇ ਉਹ ਸਾਡੇ ਨੌਜਵਾਨ ਹੋਣ, ਚਾਹੇ ਉਹ ਪੁਲਿਸ ਦੇ ਜਵਾਨ ਹੋਣ, ਚਾਹੇ ਕੁਝ ਵੀ, ਜੋ ਨੁਕਸਾਨ ਹੋਇਆ ਉਹ ਪੰਜਾਬ ਨੂੰ ਹੀ ਝੱਲਣਾ ਪਿਆ ਤੇ ਮਣਾ ਮੂੰਹੀ ਕਰਜ਼ਾ ਜਿਹੜਾ ਆ ਉਹ ਪੰਜਾਬ ਸਟੇਟ ਦੇ ਉੱਤੇ ਚੜ ਗਿਆ। ਤੇ ਅੱਜ ਜਿਹੜੇ ਹਾਲਾਤ ਨੇ, ਜੇ ਤੁਸੀਂ ਉਹਨੂੰ ਦੇਖਦੇ ਹੋ ਤਾਂ ਉਹ ਪਿੱਛੇ ਦੀ ਪਿੱਛੇ ਜਾਂਦਾ ਹੋਇਆ ਸਟੇਟ ਬਿਲਕੁਲ ਪਿੱਛੇ ਡਿੱਗ ਪਿਆ ਤੇ ਅੱਜ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ। ਸੋ 36 ਸਾਲਾਂ ਦੇ ਵਿੱਚ ਸਿੱਖਾਂ ਨੇ ਉਸ ਤੋਂ ਕੀ ਅਪਣਾਇਆ? ਸਭ ਤੋਂ ਵੱਡੀ ਸੋਚਣ ਵਾਲੀ ਆਪਣੀ ਡਿਸਕਸ਼ਨ ਦਾ ਜਿਹੜਾ ਅੱਜ ਮੇਨ ਮੁੱਢ ਹੈ ਨਾ, ਉਹ ਇਹ ਹੋਣਾ ਚਾਹੀਦਾ ਕਿ ਅਸੀਂ 36 ਸਾਲਾਂ 'ਚ ਖੱਟਿਆ ਕੀ ਅਸੀਂ ਬੈਠ ਕੇ ਗੱਲਬਾਤ ਕੀਤੀ ਇਹਦੇ ਬਾਰੇ 'ਚ ਭਾਈ ਇਹ ਕਿਉਂ ਹੋਇਆ, ਇਸ ਤੋਂ ਗਾਂਹ ਅਸੀਂ ਕੀ ਸਿੱਖਿਆ ਲੈਣੀ ਹੈ, ਸਾਨੂੰ ਅੱਗੇ ਕਿਸ ਤਰੀਕੇ ਨਾਲ ਤੁਰਨਾ ਚਾਹੀਦਾ, ਸਾਨੂੰ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਅੱਗੇ ਕਰਕੇ ਇੱਕ ਘੱਟ ਗਿਣਤੀ ਕੌਮ ਹੁੰਦੇ ਹੋਏ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ, ਜਿਹੜਾ ਉਹ ਆਪਣੇ ਆਪ ਨੂੰ ਇਸ ਪੂਰੀ ਦੁਨੀਆ ਦੇ ਉੱਪਰ ਸ਼ੋਅ ਕਰ ਸਕਣ। ਵੈਸੇ ਤਾਂ ਸਿੱਖਾਂ ਨੇ ਬਹੁਤ ਸਾਰੀਆਂ ਮੱਲਾਂ ਜਿਹੜੀਆਂ ਨੇ ਉਹ ਦੁਨੀਆ ਭਰ ਚ ਮਾਰੀਆਂ ਨੇ, ਪਰ ਸਾਡਾ ਉਸ ਤੋਂ ਬਾਅਦ ਇੱਕ ਮਾਈਗ੍ਰੇਸ਼ਨ ਦਾ ਸਫ਼ਰ ਸ਼ੁਰੂ ਹੋ ਗਿਆ। ਅਸੀਂ ਪੰਜਾਬ ਵਿੱਚ ਨਾ ਵਸਦੇ ਹੋਏ ਵੱਖੋ ਵੱਖਰੇ ਸਾਨੂੰ ਮੁਲਕਾਂ ਦੇ ਵਿੱਚ ਜਾਣਾ ਪਿਆ, ਕਿਉਂਕਿ ਜਿਹੜੇ ਉੱਥੇ ਦੇ ਹਾਲਾਤ ਨੇ ਉਹ ਇੰਨੇ ਬਿਹਤਰ ਨਹੀਂ ਕਿ ਉੱਥੇ ਬਿਹਤਰ ਜਿਹੜੀ ਜ਼ਿੰਦਗੀ ਦਾ ਸੁੱਖ ਮਾਣਿਆ ਜਾ ਸਕੇ। ਤਾਂ ਅਸੀਂ ਜਿਹੜਾ ਆ ਉਹ ਵਿਦੇਸ਼ਾਂ ਵੱਲ ਨੂੰ ਮੁੱਖ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਆਪਾਂ ਵੀ ਉਸ ਦਾ ਹੀ ਇੱਕ ਹਿੱਸਾ ਆ। ਆਪਾਂ ਵੀ ਅੱਜ ਬਾਹਰਲੇ ਮੁਲਕਾਂ ਵਿੱਚ ਆ ਕੇ ਬੈਠੇ ਹਾਂ ਕਿਉਂਕਿ ਕਿਤੇ ਨਾ ਕਿਤੇ ਚੰਗੀ ਜ਼ਿੰਦਗੀ ਦੀ ਤਲਾਸ਼ ਵਿੱਚ ਸਾਨੂੰ ਉੱਥੋਂ ਬਾਹਰ ਨਿਕਲਣਾ ਪਿਆ। ਸੋ ਜਦੋਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਿ ਅੱਜ ਤੁਸੀਂ ਦੇਖੋ ਕਿ ਗੁਰਦੁਆਰੇ ਬੜੇ ਲਹਿ ਲਾਹੌਰ ਰਹੇ ਨੇ, ਬਹੁਤ ਲੱਖਾਂ ਦੀ ਗਿਣਤੀ ਵਿੱਚ ਜੋ ਕਿ ਅੱਜ ਬਣੇ ਹੋਏ ਨੇ। ਉਹਨਾਂ ਦੀ ਜਿਹੜੀ ਕਮਾਈ ਹੈ ਸ਼੍ਰੋਮਣੀ ਕਮੇਟੀ ਦਾ, ਜੇ ਤੁਸੀਂ ਬਜਟ ਦੀ ਗੱਲ ਕਰਦੇ ਹੋ ਤਾਂ ਉਹ ਕਰੋੜਾਂ ਦੇ ਵਿੱਚ ਜਾਂਦਾ, ਅਰਬਾਂ ਦੇ ਵਿੱਚ ਜਾਂਦਾ। ਉਸ ਤੋਂ ਬਾਅਦ ਜਦੋਂ ਸਾਰੀਆਂ ਚੀਜ਼ਾਂ ਦਾ ਆਪਾਂ ਇੱਕ ਪੰਛੀ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਉਸ ਦਾ ਆਊਟਪੁੱਟ ਕੀ ਨਿਕਲ ਰਿਹਾ ਹੈ, ਉਸ ਦਾ ਆਪਾਂ ਨੂੰ ਮਿਲ ਕੀ ਰਿਹਾ ਹੈ, ਉਸ ਦਾ ਸਾਡੀ ਕੌਮ ਨੂੰ ਫਾਇਦਾ ਕੀ ਹੋ ਰਿਹਾ ਹੈ, ਜਿਹੜਾ ਕਿ ਮੇਰਾ ਖਿਆਲ ਹੈ ਜ਼ੀਰੋ ਵੀ ਨਹੀਂ ਜਾਂ ਮਾਈਨਸ ਜਾ ਰਿਹਾ ਇਸ ਵੇਲੇ। ਸੋ ਇਹ ਜਿਹੜਾ ਵਰਤਾਰਾ 84 ਵੇਲੇ ਵਾਪਰਿਆ ਸੀ, ਉਸ ਤੋਂ ਬਾਅਦ ਜੋ ਦਿੱਲੀ ਦੇ ਵਿੱਚ ਜੋ ਹੋਇਆ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅੱਜ ਵੀ ਜੋ ਪੰਜਾਬ ਦਾ ਮਾਹੌਲ ਹੈ, ਤੁਸੀਂ ਗੱਲ ਉਸ ਤੋਂ ਅਸੀਂ ਬੈਠ ਕੇ ਹਾਂਜੀ ਆਪਣੀ ਗੱਲ ਇੱਥੇ ਰੱਖਿਓ, ਯਾਦ ਰੱਖਿਓ, ਇੱਥੋਂ ਫਿਰ ਤੁਸੀਂ ਫਿਰ ਦੁਬਾਰਾ ਰੀਕਨੈਕਟ ਹੋਇਓ। ਦਲਜੀਤ ਸਿੰਘ, ਤੁਸੀਂ ਜਿੱਦਾਂ ਖਾਲਸਾ ਪੰਚਾਇਤ ਭਾਈ ਰਜਿੰਦਰ ਸਿੰਘ ਜੀ ਹੋਣਾ ਦੀ ਤੁਸੀਂ ਵੀਡੀਓ ਦੇਖੀ ਹੋਣੀ, ਉਹਦੇ ਬਾਰੇ ਤੁਸੀਂ ਕੁਝ ਕਿਹੜੀਆਂ ਗੱਲਾਂ ਤੇ ਤੁਸੀਂ ਪਤਾ ਚਾਨਣਾ ਪਾਓ ਕਿ ਮਤਲਬ ਕਿੱਦਾਂ ਉਹਨਾਂ ਨੇ ਰਿਐਕਟ ਕੀਤਾ ਵਾ ਵੀ ਸਾਨੂੰ? ਦੇਖੋ ਜੀ ਕਿਉਂਕਿ ਮੈਂ ਆਪਣੇ ਵੱਲੋਂ ਇਹੀ ਗੱਲ ਕਹਿਣਾ ਚਾਹੁੰਦਾ, ਕਿਉਂਕਿ ਮੇਰਾ ਜਨਮ 87 ਦਾ, ਜਿੱਦਾਂ ਆਪਣੇ ਭਾਈ ਦਲਜੀਤ ਸਿੰਘ ਨੇ ਕਿਹਾ ਵੀ ਆ ਵੀ 87 ਦਾ ਮੇਰਾ ਜਨਮ ਦਿਨ ਹੈ, ਜਿੱਦਾਂ ਭਾਈ ਦਲਜੀਤ ਸਿੰਘ ਨੇ ਕਿਹਾ ਵੀ ਆ ਉੱਥੇ ਇੰਨਾ ਕੁਛ ਹੋਇਆ, ਪਰ ਮੇਰਾ ਆਪਣਾ ਪਰਿਵਾਰ ਆ ਜਿਹੜਾ ਇਹਦੇ ਵਿੱਚ ਇਨਵੋਲਵ ਸੀ। ਜਦੋਂ 1984 ਦਾ ਅਟੈਕ ਹੋਇਆ ਉਸ ਤੋਂ ਬਾਅਦ ਮੇਰੇ ਜਾਣੀ ਕਿ ਆਪਣੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹ ਇੰਦੌਰ ਤੋਂ ਦੁਬਾਰਾ ਜਾਣੀ ਕਿ ਟਰੱਕਾਂ ਦੇ ਵਿੱਚ ਸਟਰਗਲ ਕਰਕੇ ਪੰਜਾਬ ਪਹੁੰਚੇ ਨੇ। ਪਰ ਜਿੱਥੇ ਆਪਣੇ ਭਾਈ ਰਜਿੰਦਰ ਸਿੰਘ ਖਾਲਸਾ ਪੰਚਾਇਤ ਵੱਲੋਂ ਦੱਸਿਆ ਗਿਆ 1978 ਕਿੱਦਾਂ ਹੋਇਆ, ਜੇ ਉਹਨੂੰ ਆਪਾਂ ਇੱਕ ਪੱਖ ਰੱਖ ਕੇ ਆਪਾਂ ਸੋਚੀਏ ਉਸ ਗੱਲ ਨੂੰ, ਉੱਥੇ ਇਹ ਆਉਂਦਾ ਵੀ ਉਹਨਾਂ ਦਾ ਜਿਹੜਾ ਨਿਚੋੜ ਸੀ ਉਹ ਇਹ ਸੀ ਵੀ ਦਮਦਮੀ ਟਕਸਾਲ ਤੇ ਨਿਰੰਕਾਰੀਆਂ ਦਾ ਜਿਹੜਾ ਵਿਰੋਧ ਹੋਇਆ ਦਮਦਮੀ ਟਕਸਾਲ ਵੱਲੋਂ, ਉਹ ਉਦਾਂ ਕੋਈ ਵਿਰੋਧ ਦਾ ਕਾਰਨ ਨਹੀਂ ਸੀ, ਸਿਰਫ ਇੱਕ ਵਿਚਾਰਧਾਰਾ ਨਾਲ ਸਹਿਮਤ ਨਹੀਂ ਸੀ। ਹਾਂਜੀ, ਉਹ ਇੱਕ ਵਿਚਾਰਧਾਰਾ ਕਰਕੇ ਜਿਹੜਾ ਹੋਇਆ ਬਾਅਦ ਚ ਉਹਨੂੰ ਜਿਹੜੀ ਰੰਗਤ ਦਿੱਤੀ ਗਈ ਆ ਉਹ ਇੱਕ ਕੌਮ ਦੀ ਰੰਗਤ ਦੇ ਕੇ ਪੇਸ਼ ਕੀਤਾ ਗਿਆ। ਹੁਣ ਵੀ ਜੇ ਆਪਾਂ ਦੇਖੀਏ, ਹਾਂ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਆ। ਜੇ ਪਰ ਹੁਣ ਆਪਾਂ ਇਹ ਚੀਜ਼ ਨੂੰ ਅੱਜ ਦੇ ਟਾਈਮ ਦੇ ਵਿੱਚ ਨਹੀਂ ਸੀ, ਇਹ ਪਰਸਨਲ ਲੜਾਈ ਸੀ।
ਪਰਸਨਲ ਲੜਾਈ ਸੀ ਜੀ। ਹੁਣ ਇਹੀ ਚੀਜ਼ ਨੂੰ, ਇਸੇ ਉਹਨਾਂ ਦੀ ਕਹੀ ਗੱਲ ਨੂੰ ਆਪਾਂ ਅੱਜ ਦੇ ਸਮੇਂ 'ਚ ਪ੍ਰਤਿਆ ਕੇ ਦੇਖਦੇ ਹਾਂ, ਤੇ ਅੱਜ ਦੇ ਸਮੇਂ 'ਚ ਵੀ ਉਹੀ ਗੱਲ ਦੁਬਾਰਾ ਦੁਹਰਾਈ ਜਾ ਰਹੀ ਹੈ। ਹਾਂਜੀ, ਦਮਦਮੀ ਟਕਸਾਲ ਤੇ ਭਾਈ ਸਾਹਿਬ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਇੱਕ ਵਿਚਾਰ ਦਾ ਵਿਰੋਧ ਹੋ ਰਿਹਾ, ਬਿਲਕੁਲ ਪਰ ਦਮਦਮੀ ਟਕਸਾਲ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਇਹ ਕੌਮ ਦਾ ਮਸਲਾ ਜੀ, ਇਹ ਕੌਮ ਦਾ ਕਦੇ ਭਾਈ ਸਾਹਿਬ ਨੂੰ ਨਿਰੰਕਾਰੀਆ ਪੇਸ਼ ਕੀਤਾ ਜਾ ਰਿਹਾ ਸਾਰੀ ਕੌਮ ਦੇ ਅੱਗੇ, ਕਦੇ ਉਹਨਾਂ ਦੀਆਂ ਵੀਡੀਓ ਆਡੀਓ ਐਡੀਟਿੰਗ ਕੀਤੀਆਂ ਜਾ ਰਹੀਆਂ ਨੇ, ਕਦੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਖਰੀਦ ਕੇ, ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਖਿਲਾਫ ਬੁਲਵਾਇਆ ਜਾ ਰਿਹਾ। ਯਾਨੀ ਕਿ ਜਿਹੜਾ 84 ਦਾ ਦੌਰ ਆਪਾਂ ਕਹਿੰਦੇ ਆ, ਮੇਰਾ ਜਨਮ 87 ਦਾ, ਮੈਨੂੰ ਨਹੀਂ ਪਤਾ ਵੀ ਉਸ ਟਾਈਮ ਕੀ ਹੋਇਆ, ਪਰ ਜੋ ਭਾਈ ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲਿਆਂ ਨੇ ਦੱਸਿਆ, ਪੂਰੀ ਹਿਸਟਰੀ ਦੱਸੀ ਆ, ਉਹਨੂੰ ਜੇ ਅੱਜ ਦੇ ਸਮੇਂ 'ਚ ਲਾ ਕੇ ਦੇਖੀਏ ਤਾਂ ਜਿਹੜਾ ਕੁਝ ਉਸ ਟਾਈਮ ਹੋਇਆ ਉਹੀ ਅੱਜ ਦੇ ਸਮੇਂ 'ਚ ਹੋ ਰਿਹਾ। ਹਰ ਇੱਕ ਆਪਣੇ ਸਿੱਖਾਂ ਦੇ ਵਿੱਚ ਨਿਘਾਰ ਆਉਣਾ ਚਾਹੀਦਾ ਸੀ, ਨਿਘਾਰ ਤਾਂ ਕੋਈ ਆਇਆ ਹੀ ਨਹੀਂ। ਬਸ ਗੱਲ ਕੀ ਆ ਵੀ ਜਿਹੜੀ ਉਹ ਪੁਜਾਰੀ ਦੀ ਗੱਲ, ਬਸ ਇਹ ਆ ਵੀ ਜਿਹੜੀ ਪੁਜਾਰੀ, ਹਾਂ ਬਿਲਕੁਲ ਜੀ, ਗੱਲ ਬਸ ਇੰਨੀ ਆ ਵੀ ਜਿਹੜੀ ਪੁਜਾਰੀ ਦੀ ਸੋਚ ਆ, ਜੇ ਉਹਨੂੰ ਕੋਈ ਕੱਟਣਾ ਚਾਹੁੰਦਾ ਤਾਂ ਪੁਜਾਰੀ ਉਹਨੂੰ ਇੱਕ ਕੌਮ ਦਾ ਮਸਲਾ ਬਣਾ ਕੇ ਖੜਾ ਕਰ ਦਿੰਦਾ। ਬਿਲਕੁਲ ਇੱਥੇ ਨਾ ਇੱਕ ਮੈਂ ਚਲੋ ਉਦਾਂ ਜੇ ਦਲਜੀਤ ਸਿੰਘ ਤੁਸੀਂ ਗੱਲ ਨਾਲ ਜੋੜਨੀ ਠੀਕ ਆ, ਨਹੀਂ ਤੇ ਮੈਂ ਇੱਥੇ ਇੱਕ ਬੜਾ ਵਧੀਆ ਜੋ ਹੋਇਆ ਵਾ ਇਹਨਾਂ ਦਿਨਾਂ ਦੇ ਵਿੱਚ, ਮੈਂ ਭਾਈ ਹਰਨਾਮ ਸਿੰਘ ਦੀ ਧੁਮਾਣ ਦੀ ਇੱਕ ਕਥਾ ਸੁਣ ਰਿਹਾ ਸੀ। ਓਕੇ, ਠੀਕ ਹੈ ਜੀ। ਸਭ ਤੋਂ ਜੋ ਕਰਨ ਰਹੇ ਸੀ, ਉਹਨਾਂ ਨੇ ਨਾ ਬੜਾ ਵਧੀਆ ਇੱਕ ਉਹਨਾਂ ਨੇ ਬਿਆਨ ਦਿੱਤਾ, ਵਿੱਚ ਉਹਨਾਂ ਕਿਹਾ ਵੀ ਜਿਹੜਾ ਇੱਕ ਰੌਲਾ ਜਿੱਦਾਂ ਆਪਾਂ ਵਿਚਾਰਧਾਰਾ ਦੀ ਗੱਲ ਚੱਲਦੀ ਹੈ ਨਾ, ਹਾਂਜੀ ਗੱਲ ਨਿਕਲੀ, ਜਿੱਦਾਂ ਉਹਨਾਂ ਨੇ ਕਿਹਾ ਵੀ ਇੱਕ ਸਾਡੇ ਸੋਸ਼ਲ ਮੀਡੀਆ ਤੇ ਬੜਾ ਰੌਲਾ ਪੈ ਰਿਹਾ ਕਿ ਇੱਕ ਬ੍ਰਹਮ ਕਵਚ ਨਾਮ ਦੀ ਬਾਣੀ ਆ, ਹਾਂਜੀ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੋੜਿਆ ਜਾ ਰਿਹਾ ਵਾ। ਹਾਂਜੀ ਬਿਲਕੁਲ, ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੋੜਿਆ ਜਾ ਰਿਹਾ, ਜੋ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ, ਉਹ ਬ੍ਰਹਮ ਦਾ ਕਵਚ, ਉਹ ਹਿੰਦੂ ਵੀਰਾਂ ਦਾ ਵਾ, ਹਿੰਦੂ ਵੀਰ ਪੜਨ 100 ਵਾਰੀ ਪੜਨ, ਪਰ ਉਹਨੂੰ ਸਾਡੇ ਉੱਤੇ ਚੁੱਕਿਆ ਜਾ ਰਿਹਾ। ਤੁਹਾਨੂੰ ਯਾਦ ਹੋਊਗਾ ਇਹੀ ਗੱਲ ਕੁਝ ਦਿਨ ਪਹਿਲਾਂ, ਕੁਝ ਮਹੀਨੇ ਪਹਿਲਾਂ ਨਾ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਕੀਤੀ ਸੀ, ਬਿਲਕੁਲ, ਤੇ ਬ੍ਰਹਮ ਕਵਚ ਬਾਰੇ। ਮੈਨੂੰ ਉਹਦੀ ਪੂਰੀ ਗੱਲਾਂ ਦਾ ਤੇ ਨਹੀਂ ਪਤਾ, ਪਰ ਉਦਾਂ ਮੁੱਢਲੀਆਂ ਜਿਹੀਆਂ ਦੱਸ ਦੇਣਾ ਵੀ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਵੀ ਬ੍ਰਹਮ ਕਵਚ ਦੇ ਪਾਠ ਨਾਲ ਇਦਾਂ ਹੋ ਜਾਂਦਾ, ਇਦਾਂ ਹੋ ਜਾਂਦਾ, ਤੇ ਉਹਦਾ ਇਹਨਾਂ ਨੇ ਜਿਹੜੇ ਇਹਨਾਂ ਦੇ ਮਤਲਬ ਪੈਰੋਕਾਰ ਨੇ ਜਾਂ ਇਹਨਾਂ ਦੇ ਜਿਹੜੇ ਸਮਰਥਕ ਨੇ, ਉਹਨਾਂ ਨੇ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਵੀ ਇਹ ਇਦਾਂ ਕਹਿੰਦੇ ਨੇ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀਆਂ। ਪਰ ਉਹਨੇ ਇੱਕ ਰਿਸਪੌਂਸਿਬਲ ਪਰਸਨ ਜਿਹੜਾ ਇਹ ਗੱਲ ਕਹਿ ਰਿਹਾ ਵਾ, ਬਿਲਕੁਲ ਸਿੰਘ ਧੁਮਾਣ ਹੀ ਕਹਿ ਰਿਹਾ, ਪਰ ਕਿਸੇ ਨੇ ਕੋਈ ਗੱਲ ਨਹੀਂ ਚੱਕੀ। ਅੱਜ ਕੋਈ ਨਹੀਂ ਬੋਲ ਰਿਹਾ ਉਹਦੇ ਬਾਰੇ ਚ। ਜੇ ਹਰਨਾਮ ਸਿੰਘ ਧੁਮਾਣਾ ਨੂੰ, ਭਾਈ ਹਰਨਾਮ ਸਿੰਘ ਧੁਮਾਣਾ ਨੂੰ ਇਹ ਗੱਲ ਕਹਿਣ ਦਾ ਹੱਕ ਆ, ਤੇ ਭਾਈ ਰਣਜੀਤ ਸਿੰਘ ਜਦੋਂ ਆਪਣੀ ਗੱਲ ਕਹਿੰਦੇ, ਆਪਣੇ ਲਹਿਜੇ 'ਚ ਕਹਿੰਦੇ, ਉਹਨਾਂ ਨੂੰ ਕਿਉਂ ਨਹੀਂ ਕਹਿਣ ਦਾ ਹੱਕ? ਹਾਂਜੀ, ਇਹੀ ਗੱਲ ਆਪਾਂ ਦੇਖ ਰਹੇ ਹਾਂ। ਹਾਂਜੀ, ਜਦੋਂ ਦਲਜੀਤ ਸਿੰਘ, ਜਦੋਂ ਅਸੀਂ ਇਹ ਪੈਮਾਨਾ ਹਰ ਇੱਕ ਤੇ ਲਾਵਾਂਗੇ ਨਾ, ਫਿਰ ਸੁਖੀ ਵਸਾਂਗੇ, ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ। ਜਿਸ ਤਰ੍ਹਾਂ ਤੁਸੀਂ ਇੱਕ ਛੋਟਾ ਜਿਹਾ ਨਾਲ ਹੀ ਮੈਂ ਗੱਲ ਹੋਰ ਕਰਦਾ, ਜਿਸ ਤਰ੍ਹਾਂ ਜਥੇਦਾਰ ਦਾ ਬਿਆਨ ਆਇਆ ਇੱਕ, ਹਾਂਜੀ, ਮਹਾਰਾਜ ਦੇ ਸਰੂਪ ਜਿਹੜੇ ਕੁਛ ਹੁਣ ਦੋਵਾਂ ਪਿੰਡਾਂ ਦੇ ਵਿੱਚ ਅਗਨ ਭੇਟ ਹੋ ਗਏ ਨੇ, ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ। ਉਹਨਾਂ ਨੇ ਕਿਹਾ ਵੀ ਕਿਸੇ ਵੀ ਪਿੰਡ ਦੇ ਵਿੱਚ ਜਿੱਥੇ ਮਹਾਰਾਜ ਦਾ ਸੁਖਾਸਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੁੰਦਾ, ਰਾਤ ਨੂੰ ਉਦੋਂ ਛੋਟੇ ਤੋਂ ਛੋਟਾ ਬਲਬ ਲਾਇਆ ਜਾਵੇ ਉਹਦੇ ਵਿੱਚ, ਤੇ ਜਿਹੜਾ ਪੱਖਾ ਜਾਂ ਕੋਈ ਵੀ ਤੁਸੀਂ ਹੀਟਰ ਏਸੀ ਲਾਉਂਦੇ ਜੇ, ਉਹ ਉਹਨਾਂ ਚਿਰ ਚਲਾਇਆ ਜਾਵੇ ਜਿੰਨਾ ਚਿਰ ਤੁਸੀਂ ਉੱਥੇ ਮੌਜੂਦ ਜੇ। ਹਾਂਜੀ, ਕਿਉਂਕਿ ਸਾਡਾ ਸ਼ਬਦ ਗੁਰੂ ਹੈ। ਹਾਂਜੀ, ਇੱਕ ਮੈਂ ਕਹਿੰਦਾ ਜੀ, ਚਲੋ ਭਾਈ ਸਾਹਿਬ ਉਹਨਾਂ ਨੂੰ ਭਾਵੇਂ ਜਿੰਨਾ ਮਰਜ਼ੀ ਵਿਰੋਧ ਦਾ ਸਾਹਮਣਾ ਝੱਲਣਾ ਪੈ ਰਿਹਾ ਵਾ, ਬਿਲਕੁਲ, ਸਭਨਾਂ ਨੇ ਗੱਲ ਕੀਤੀ, ਤੇ ਉਦੋਂ ਵੀ ਉਹਨਾਂ ਨੂੰ ਬਹੁਤ ਮਤਲਬ ਇਦਾਂ ਦੇ ਥ੍ਰੈਟ ਆਏ ਵੀ ਤੁਸੀਂ ਇਦਾਂ ਦੀ ਗੱਲ ਕਰਦੇ ਹੀ, ਉਹ ਸਾਡੀ ਜਾਗਤੀ ਜੋਤ ਆ। ਪਰ ਹੁਣ ਇੱਕ ਦੇਖੋ, ਇੱਕ ਜਿਹਨੂੰ ਅਸੀਂ ਇੱਕ ਆਪਣਾ ਬੁਲਾਰਾ ਮੰਨਦੇ, ਮੇਨ ਬੁਲਾਰਾ ਮੰਨਦੇ, ਉਹਨਾਂ ਨੇ ਇਹ ਗੱਲ ਕੀਤੀ ਆ, ਪਰ ਕਿਸੇ ਨੇ ਕੋਈ ਗੱਲ ਨਹੀਂ। ਪਰ ਜਦੋਂ ਮੈਂ ਕਹਿੰਦਾ ਇੱਕ ਸ਼ੁਰੂਆਤ ਹੀ ਸਹੀ ਜਿਹੜੀ ਜਥੇਦਾਰ ਨੇ ਕੀਤੀ ਹੈ ਵੀ ਸਾਡਾ ਸ਼ਬਦ ਗੁਰੂ ਆ, ਸ਼ਬਦ ਗੁਰੂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਹਾਂਜੀ, ਤੇ ਜਦੋਂ ਅਸੀਂ ਹੁਣ ਇਹ ਤੋਂ ਥੋੜਾ ਜਿਹਾ ਹੋਰ ਅੱਗੇ ਵਧਾਂਗੇ ਨਾ, ਫਿਰ ਸਾਨੂੰ ਇਹ ਪਤਾ ਲੱਗ ਜਾਊਗਾ ਸ਼ਬਦ ਤੋਂ ਕੀ ਮਿਲਦਾ। ਸ਼ਬਦ ਤੋਂ ਮਿਲਦਾ ਗਿਆਨ। ਹਾਂਜੀ, ਜਦੋਂ ਅਸੀਂ ਗਿਆਨ ਤੇ ਗੱਲ ਚੱਲ ਗਏ, ਤੇ ਫਿਰ ਭਾਈ ਸਾਹਿਬ ਤੇ ਕਾਹਦਾ ਇਹਨਾਂ ਦਾ ਇਤਰਾਜ਼ ਹੈ? ਜਦੋਂ ਗਿਆਨ ਨੂੰ ਗੁਰੂ ਕਹਿੰਦੇ ਜਾਂ ਸ਼ਬਦ ਨੂੰ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ, ਜਦੋਂ ਇੱਕ ਬੰਦੇ ਵਿਵੇਕ ਕਹਿਣ ਦੇ ਆ, ਗੁਰੂ ਨਾਨਕ ਸਾਹਿਬ ਜੀ ਸ਼ਬਦ ਕਹਿਣ ਦੇ ਆ, ਤੇ ਜਦੋਂ ਸਾਡਾ, ਕਿਉਂਕਿ ਸ਼ਬਦ ਤੋਂ ਜਿਹੜੀ ਗਿਆਨ ਤੋਂ ਸ਼ਬਦ ਬਣਨਾ ਤੇ ਸ਼ਬਦ ਤੋਂ ਗਿਆਨ ਬਣਨਾ। ਹਾਂਜੀ, ਕਈ ਜਗ੍ਹਾ ਅੰਧੀ ਰਈਅਤ ਗਿਆਨ ਵੀ ਹੋਣੀ, ਕਈ ਜਗ੍ਹਾ ਗੁਰੂ ਨਾਨਕ ਸਾਹਿਬ ਨੇ ਗਿਆਨ ਸ਼ਬਦ ਵੀ ਵਰਤਿਆ ਵਾ।
ਹਾਂਜੀ ਬਿਲਕੁਲ। ਗਿਆਨ ਰਤਨ ਮਨ ਮਾਂਝੀ ਹੈ। ਗਿਆਨ ਦੇ ਹੀਰੇ ਦੇ ਨਾਲ ਜਦੋਂ ਅਸੀਂ ਆਪਣੇ ਮਨ ਨੂੰ ਮਾਂਝਾਂਗੇ, ਆਪਣੇ ਮਨ ਨੂੰ ਸਮਝਾਵਾਂਗੇ, ਤਾਂ ਬੌੜ ਨਾ ਮੈਲਾ ਹੋਏ, ਉਹ ਕਦੀ ਵੀ ਮੈਲਾ ਨਹੀਂ ਹੋ ਸਕਦਾ। ਇਸ ਹਾਂਜੀ ਕਰਕੇ ਮੈਂ ਕਹਿੰਦਾ ਚਲੋ ਛੋਟੀ ਜੀ ਸ਼ੁਰੂਆਤ ਵੀ ਇੱਧਰ ਨੂੰ ਹੋਈ, ਜੇ ਹੋ ਰਹੀ ਹੈ ਇਹ ਵੀ ਉਹਨਾਂ ਦਾ ਮਤਲਬ ਮੈਂ ਆਪਣੇ ਵੱਲੋਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਬਹੁਤ ਵਧੀਆ ਗੱਲ ਆ। ਕਿਉਂ ਨਹੀਂ ਅਸੀਂ ਮਿਲ ਬੈਠ ਕੇ ਜੋ ਭਾਈ ਸਾਹਿਬ ਉਹਨਾਂ ਨੇ ਜਿਹੜੀਆਂ ਪਿਛਲੇ ਦਿਨਾਂ 'ਚ ਗੱਲਾਂ ਕੀਤੀਆਂ ਵਾ, ਜਾਂ ਹੋਰ ਵੀ ਜਿਹੜੇ ਸੂਰਜ ਪ੍ਰਕਾਸ਼ ਦੇ ਵਿੱਚ ਗੁਰਪਲਾਸ਼ ਪਾਤਸ਼ਾਹੀ 6ਵੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਿਹੜੀਆਂ ਗੱਲਾਂ ਮੈਂ ਉਹ ਆਪਾਂ ਉਦੋਂ ਕੀਤੀਆਂ ਪਿਛਲੇ ਐਪੀਸੋਡ ਦੇ ਵਿੱਚ, ਵੀ ਜਿਹੜੀਆਂ ਸਾਡੀਆਂ ਨਹੀਂ ਬੈਠਦੀਆਂ, ਉਹ ਕਿਉਂ ਨਹੀਂ ਮਿਲ ਬੈਠ ਕੇ ਕਰ ਸਕਦੀਆਂ? ਹੋ ਸਕਦੀਆਂ, ਸਾਰੀਆਂ ਹੀ ਹੋ ਸਕਦੀਆਂ, ਪਰ ਬੰਦਾ ਸੁਹਿਰਦ ਹੋਣਾ ਚਾਹੀਦਾ, ਬੰਦੇ ਦੀ ਨੀਅਤ ਹੋਣੀ ਚਾਹੀਦੀ ਹੈ। ਜਦੋਂ ਬੰਦੇ ਦੀ ਨੀਅਤ ਹੀ ਬਦਨੀਤ ਹੈ ਤੇ ਫਿਰ ਇਹ ਗੱਲਾਂ ਸੰਭਵ ਨਹੀਂ ਹੈਗੀਆਂ। ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਦੋਸਤ ਹੈ, ਚਲੋ ਇਹਨਾਂ ਤੇ ਕਿਹਾ ਵੀ ਸਾਡਾ ਗਿਆਨ ਗੁਰੂ ਆ, ਕਿ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਮਿਲਦਾ। ਇਹ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਮਰਜੀ ਪਏ ਹੋਣ ਤੇ ਇਦਾਂ ਰਹਿਣ ਦੀ, ਨਹੀਂ, ਉਹ ਸਾਡੇ ਪਾਤਸ਼ਾਹਾਂ ਦੇ ਪਾਤਸ਼ਾਹ, ਉਹਨਾਂ ਦੇ ਬੋਲ ਉਹਦੇ ਵਿੱਚ, ਉਹ ਸਾਡਾ ਫਰਜ਼, ਸਿੱਖ ਦਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਸੰਭਾਲਣਾ ਵਾ। ਬਿਲਕੁਲ ਜੀ। ਹਾਂਜੀ ਨਹੀਂ ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਭਾਜੀ, ਆਪਣੇ ਜਿਹੜਾ ਹਰਨਾਮ ਸਿੰਘ ਧੁੰਮੇ ਦਾ ਜਿਹੜਾ ਬਿਆਨ ਆਇਆ ਸੀਗਾ ਤੇ ਜਥੇਦਾਰ ਦਾ ਵੀ ਇਹ ਜਿਹੜਾ ਬਿਆਨ ਆਇਆ, ਇਹ ਦੋ ਹੀ ਚੀਜ਼ਾਂ ਜਦੋਂ ਭਾਈ ਰਣਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਸੀ, ਤੁਸੀਂ ਉਹ ਗੱਲ ਬਹੁਤ ਮੇਕ ਸ਼ੋਰ ਕਰ ਹੀ ਚੁੱਕੇ ਹੋ ਕਿ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਸ਼ਬਦ ਜਿਹੜਾ ਸਾਡਾ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਏਸੀ ਲਾਉਣ ਦੀ ਲੋੜ ਨਹੀਂ, ਉਦੋਂ ਬਹੁਤ ਜ਼ਿਆਦਾ ਇਸ ਚੀਜ਼ ਦਾ ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਬਹੁਤ ਹੱਲਾ ਹੋਇਆ। ਬਿਲਕੁਲ ਸਹੀ ਗੱਲ ਹੈ। ਹੁਣ ਅੱਜ ਜਦੋਂ ਆਪਣਾ ਹੀ ਬੰਦਾ ਇਹਨਾਂ ਦਾ ਗੱਲ ਕਰਦਾ, ਫਿਰ ਕੋਈ ਨਹੀਂ, ਫਿਰ ਸਾਰੇ ਚੁੱਪ ਕਰਕੇ ਮੂੰਹ 'ਚ ਘੁੰਗਣੀਆਂ ਪਾ ਕੇ ਬੰਦੇ ਬਹਿ ਜਾਂਦੇ ਆ, ਹਨਾ। ਉਹ ਕਮ ਸੇ ਕਮ ਫੇਅਰ ਤਾਂ ਰੱਖਣ ਜਿਹੜੀ ਗੱਲ ਕਰਦੇ ਆ ਇਹ ਬੰਦੇ, ਵੀ ਤੁਸੀਂ ਜਿਹੜੀ ਗੱਲ ਕਰਦੇ ਹੋ, ਜਦੋਂ ਭਾਈ ਰਣਜੀਤ ਸਿੰਘ ਦਾ ਤੁਸੀਂ ਵਿਰੋਧ ਕਰਨ ਜਾਂਦੇ ਹੋ, ਕਮ ਸੇ ਕਮ ਮਾੜਾ ਜਿਹਾ ਦਿਮਾਗ ਖੋਲ ਕੇ ਵਿਰੋਧ ਕਰੋ ਕਿ ਕੱਲ ਨੂੰ ਸ਼ਾਇਦ ਤੁਹਾਡਾ ਹੀ ਬੰਦਾ ਕੋਈ ਨਾ ਕੋਈ ਇਹਦੇ ਵਿਰੁੱਧ ਬਿਆਨ ਦੇ ਦੇਵੇ। ਜਦੋਂ ਉਹ ਚੀਜ਼ ਸਾਹਮਣੇ ਆਉਣੀ ਆ ਤਾਂ ਫਿਰ ਤੁਹਾਨੂੰ ਮੂੰਹ ਲੁਕਾਉਣ ਨੂੰ ਰਾਹ ਨਹੀਂ ਲੱਭਣਾ। ਅੱਜ ਮੈਂ ਬਹੁਤ ਗੱਲਾਂ ਹੋਰ ਵੇਖ ਰਿਹਾ ਸੀਗਾ, ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਹੈ 84 ਦੇ ਸੰਬੰਧ ਦੇ ਵਿੱਚ। ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲਿਆਂ ਦੀ ਜਿਹੜੀ ਇੰਟਰਵਿਊ ਆਈ ਹੈ, ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕਿਹਾ ਕਿ ਜਿਹੜੀ ਦਮਦਮੀ ਟਕਸਾਲ ਹੈ ਇਹ ਬਾਬਾ ਦੀਪ ਸਿੰਘ ਤੋਂ ਨਹੀਂ ਚੱਲੀ। ਜਦੋਂ ਇਹਨਾਂ ਦੇ ਵੱਖੋ ਵੱਖਰੇ ਹਿੱਸੇ ਬਣ ਗਏ ਤਾਂ ਕਿਸੇ ਨੇ ਆਪਣਾ ਨਾਂ ਭਾਈ ਮਨੀ ਸਿੰਘ ਨਾਲ ਜੋੜ ਲਿਆ, ਕਿਸੇ ਨੇ ਆਪਣਾ ਨਾਂ ਬਾਬਾ ਦੀਪ ਸਿੰਘ ਨਾਲ ਜੋੜ ਲਿਆ, ਤੇ ਕੜੀਆਂ ਜੋੜਨ ਦੇ ਵਿੱਚ ਗੁਰਤੇਜ ਸਿੰਘ IAS ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ, ਉਹ ਭਿੰਡਰਾਂਵਾਲਿਆਂ ਪ੍ਰਤੀ ਉਹਨਾਂ ਦਾ ਬਹੁਤ ਪਿਆਰ ਸੀਗਾ। ਸੋ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਰਕੇ ਉਹਨਾਂ ਨੇ ਜਿਹੜੀਆਂ ਦਮਦਮੀ ਟਕਸਾਲ ਦੀਆਂ ਕੜੀਆਂ ਸੀ ਉਹ ਜੋੜੀਆਂ ਜਾ ਕੇ ਬਾਬਾ ਦੀਪ ਸਿੰਘ ਉਹਨਾਂ ਨਾਲ। ਉਹਨਾਂ ਦੀ ਇਹ ਗੱਲ ਆਈ ਹੈ, ਉਹਨਾਂ ਨੇ ਆਪਣੀ ਕਿਤਾਬ 'ਚ ਲਿਖੀ ਹੈ, ਤੇ IAS ਗੁਰਤੇਜ ਸਿੰਘ ਉਹਨਾਂ ਨੇ ਵੀ ਇਹ ਗੱਲ ਮੰਨ ਲਈ ਹੈ। ਉਹਦੇ ਲਈ ਕੋਈ ਵੀ ਬਿਆਨ ਇਹਨਾਂ ਦੇ ਵੱਲੋਂ ਨਹੀਂ ਆਇਆ ਕਿ ਭਾਈ ਇਹਦੇ ਵਿੱਚ ਕੋਈ ਗਲਤ ਹੈ ਜਾਂ ਕੋਈ ਸਹੀ ਹੈ ਜਾਂ ਜੋ ਉਹਨਾਂ ਨੇ ਬੋਲਿਆ ਆ, ਕਿਉਂਕਿ ਉਹਦੇ ਵਿੱਚ ਆਪ ਚੋਰ ਨੇ, ਇਹਨਾਂ ਨੂੰ ਪਤਾ ਹੈ ਕਿ ਜਿਹੜੀ ਸੱਚਾਈ ਹੈ ਉਹ ਇਹੀ ਹੈ। ਸੋ ਉਹ ਸੱਚਾਈ ਜਦੋਂ ਹੁਣ ਦੁਨੀਆ ਦੇ ਮੋਹਰੇ ਆ ਗਈ ਹੈ ਤਾਂ ਹੁਣ ਦੁਨੀਆ ਦੇ ਮੋਹਰੇ ਸਾਡਾ ਪੱਖ ਰੱਖਣਾ ਇਹ ਬਣਦਾ ਹੈ ਕਿ ਭਾਈ ਇਹ ਸਿਰਫ ਤੇ ਸਿਰਫ ਇੱਕ ਪੁਜਾਰੀ ਜਮਾਤ ਹੈ। ਭਿੰਡਰਾਂਵਾਲਿਆਂ ਨੇ ਸਟੈਂਡ ਲੈ ਲਿਆ ਸੀ ਉਸ ਟਾਈਮ 84 ਦੇ ਵੇਲੇ, ਉਹਨੂੰ ਪਤਾ ਸੀਗਾ ਕਿ ਅੱਜ ਅਟੈਕ ਹੋਣਾ ਆ, ਚਲੋ ਬਾਹਰ ਮਿਲਟਰੀ ਆਈ ਹੋਈ ਹੈ, ਤੇ ਉਹਨਾਂ ਨੇ ਉਹ ਸਟੈਂਡ ਲੈ ਕੇ ਉੱਥੇ ਚਲੋ ਖੜ ਗਏ। ਉਹ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕੀਤਾ ਸੀ ਉਸ ਨੂੰ ਨਹੀਂ ਜਾਂਦੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਦੂਰ ਅੰਦੇਸ਼ੀ ਸੋਚ ਨਹੀਂ ਸੀਗੀ, ਹਨਾ। ਆਪਾਂ ਦੇਖਦੇ ਹੀ ਆ ਕਿ ਜੋ ਇਸ ਦੇ ਬਾਅਦ ਚ ਨਤੀਜੇ ਨਿਕਲੇ ਉਹ ਸਾਰੇ ਸਿੱਖ ਕੌਮ ਲਈ ਜਿਹੜੇ ਆ ਉਹ ਘਾਤਕ ਸਿੱਧ ਹੋਏ, ਜੋ ਉਸ ਤੋਂ ਬਾਅਦ ਜਿਹੜਾ ਜਿੰਨਾ ਵੀ ਵਰਤਾਰਾ ਵਾਪਰਿਆ, ਜਿਸ ਤਰੀਕੇ ਨਾਲ ਨੌਜਵਾਨਾਂ ਨੇ ਭਾਵੁਕ ਹੋ ਕੇ ਹਥਿਆਰ ਚੱਕੇ, ਪਹਿਲਾਂ ਵੀ ਜਿਹੜੇ ਉਹ ਚੱਕ ਰਹੇ ਸੀਗੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਚੱਕਣੇ ਸ਼ੁਰੂ ਕੀਤੇ। ਫਿਰ ਉਸ ਤੋਂ ਬਾਅਦ ਬਲੈਕ ਥੰਡਰ ਵੀ ਵਾਪਰਿਆ। ਬਲੈਕ ਥੰਡਰ ਦੇ ਵਿੱਚ ਵੀ ਉਸੇ ਤਰੀਕੇ ਨਾਲ ਜਦੋਂ ਪੁਲਿਸ ਅੰਦਰ ਗਈ ਤਾਂ ਜਿਹੜਾ ਉੱਥੇ ਅੰਦਰ ਉਹਨਾਂ ਨੇ ਵਰਤਾਰਾ ਦੇਖਿਆ, ਜੋ ਦਰਬਾਰ ਸਾਹਿਬ ਦਾ ਹਾਲਾਤ ਬਣਾ ਦਿੱਤੇ ਗਏ ਸੀ ਉਸ ਟਾਈਮ ਤੇ, ਉਹ ਨਾ ਦੱਸਣਯੋਗ ਸੀਗੇ। ਅੱਜ ਤਾਂ ਹੀ ਕਰਕੇ ਇਹ ਉਹ ਗੱਲ ਨਹੀਂ ਕਰਦੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਉਹਦੇ ਲਈ ਫਿਰ ਨੰਗੇ ਹੋ ਜਾਾਂਗੇ ਦੁਨੀਆ ਦੇ ਮੂਹਰੇ ਕਰਕੇ। ਦੁਨੀਆ ਜਿਹੜੀ ਹੈ ਉਹ ਵੀ ਉਸ ਵੇਲੇ ਅੱਕ ਚੁੱਕੀ ਸੀਗੀ। ਜਦੋਂ ਇਹ 94 ਤੋਂ ਬਾਅਦ ਥੋੜਾ ਜਿਹੀ ਸ਼ਾਂਤੀ ਆਉਣੀ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੋਟਾਂ ਹੋਈਆਂ, ਜਿਸ ਤਰੀਕੇ ਨਾਲ ਬਾਦਲ ਦੀ ਸਰਕਾਰ ਬਣੀ, ਉਸ ਤੋਂ ਬਾਅਦ ਫਿਰ ਕਾਂਗਰਸ ਤੇ ਇਹਨਾਂ ਦਾ ਵੱਟੇ ਸੱਟੇ ਦੇ ਵਿੱਚ ਇੱਕ ਕੰਮ ਚੱਲਦਾ ਰਿਹਾ। ਜਦੋਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਹੁੰਦੇ ਸੀਗੇ ਕਿ ਬਈ ਜਿਹੜਾ ਅਕਾਲੀਆਂ ਦੇ ਨਾਲ ਉਹਨਾਂ ਦਾ ਹਮੇਸ਼ਾ ਜਿਹੜਾ ਰਿਹਾ ਆ ਆਂਕੜਾ ਰਿਹਾ ਇੱਕ ਦੂਜੇ ਦੇ ਨਾਲ, ਉਹਨਾਂ ਦਾ ਜਦੋਂ ਉਹ ਪਹਿਲਾਂ ਉਹ ਹਰੇਕ ਲੀਡਰ ਦੇ ਵਿਰੁੱਧ ਉਹ ਬੋਲਦੇ ਹੁੰਦੇ ਸੀ, ਹਨਾ। ਅੱਜ ਜਿਹੜੀ ਆ ਟਕਸਾਲ ਦਾ ਮੁਖੀ ਜਿਹੜਾ ਹਰਨਾਮ ਸਿੰਘ ਧੁੰਮਾ ਆ, ਉਹ ਮਠਿਆਈ ਦੀ ਪਲੇਟ ਚੱਕ ਕੇ ਜਿਹੜਾ ਘੁੰਮਦਾ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਇਹੀ ਗੱਲ ਜਿਹੜੀ ਆ ਭਾਈ ਰਣਜੀਤ ਸਿੰਘ ਹੁਣਾਂ ਨੇ ਜਦੋਂ ਕਹੀ ਸੀ ਤਾਂ ਇਹਨਾਂ ਦੇ ਵਿੱਚ ਬਹੁਤ ਹਾਹਾਕਾਰ ਮਚੀ ਹੋਈ ਸੀ। ਗੱਲ ਇਹ ਆਉਂਦੀ ਹੈ ਕਿ 36 ਸਾਲਾਂ ਬਾਅਦ ਜਿਹੜੀਆਂ ਉਦੋਂ ਮੰਗਾਂ ਦੀ ਗੱਲ ਹੁੰਦੀ ਸੀ,
ਉਸ ਵੇਲੇ ਧਰਮ ਯੁੱਧ ਮੋਰਚੇ ਦੀਆਂ ਜਿਹੜੀਆਂ ਮੰਗਾਂ ਸੀਗੀਆਂ, ਅੱਜ 36 ਸਾਲ ਹੋ ਗਿਆ ਉਸ ਗੱਲ ਨੂੰ ਬੀਤ ਚੁੱਕਾ ਹੈ। ਅੱਜ ਵੀ ਜਿਹੜੇ ਇਹਨਾਂ ਦੇ ਪੱਖੀ ਚੈਨਲ ਨੇ ਉਹਨਾਂ ਦੇ ਆਪਾਂ ਗੱਲ ਕਰਦੇ ਹਾਂ ਤਾਂ ਇਹ ਉਹ ਹਥਿਆਰਬੰਦ ਸੰਘਰਸ਼ ਜਿਹੜਾ ਸੀਗਾ ਇਹ ਉਹਨੂੰ ਠੀਕ ਠਹਿਰਾਉਂਦੇ ਆ। ਇਹ ਬੰਦੇ ਕਹਿੰਦੇ ਵੀ ਹਾਂ ਵੀ ਹਥਿਆਰ ਚੱਕ ਕੇ ਸਾਨੂੰ ਸਾਡਾ ਰਾਜ ਮਿਲ ਸਕਦਾ। ਅੱਜ 36 ਸਾਲ ਪੂਰੇ ਹੋ ਗਏ, ਅੱਜ ਆਪਣੇ ਬੱਚਿਆਂ ਨੂੰ ਹਥਿਆਰ ਕਿਉਂ ਨਹੀਂ ਚੁਕਾ ਰਿਹਾ? ਸਭ ਤੋਂ ਵੱਡਾ ਸਵਾਲ ਇਹਨਾਂ ਲਈ ਇਹ ਹੈ। ਆਪ ਸਾਰੇ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ, ਇਹਨਾਂ ਦੇ ਬੱਚੇ ਇੱਥੇ ਸੈੱਟ ਨੇ, ਪੜ੍ਹ ਲਿਖ ਕੇ ਇੱਕਦਮ ਆਪਣਾ ਜਿਹੜਾ ਆ ਕਾਰੋਬਾਰ ਇਹ ਬੰਦੇ ਕਰ ਰਹੇ ਨੇ, ਉਹਦੇ ਵਿੱਚ ਇਹਨਾਂ ਦੇ ਸਾਰੇ ਆਪਣੇ ਕਾਰੋਬਾਰ ਸੈੱਟ ਕੀਤੇ ਹੋਏ ਆ, ਤੇ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਹਥਿਆਰ ਚੁਕਾਉਣ ਦੀ ਸਿਖਲਾਈ ਕਿਉਂ ਨਹੀਂ ਦਿੰਦੇ ਅੱਜ? ਤੇ ਆਮ ਲੋਕਾਂ ਨੂੰ ਭੜਕਾ ਕੇ ਜਿਹੜਾ ਹੁਣ ਭਾਈ ਰਣਜੀਤ ਸਿੰਘ ਹੁਣਾਂ ਨੂੰ ਥ੍ਰੈਟ ਵੀ ਆਇਆ, ਉਹ ਇਸੇ ਹੀ ਇੱਕ ਕੜੀ ਦਾ ਹਿੱਸਾ ਹੈ, ਕਿਉਂਕਿ ਸ਼ੁਰੂ ਤੋਂ ਇਹ ਕਰਨਾ ਇਹ ਗਿੱਜੇ ਹੋਏ ਸੀਗੇ। ਜੋ 84 ਵਾਪਰਿਆ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਨਿੱਜੀ ਲੜਾਈ ਨੂੰ, ਕੌਮ ਦੀ ਲੜਾਈ, ਹਾਂਜੀ ਥ੍ਰੈਟ ਇਸ ਕਰਕੇ ਆ ਰਹੇ ਆ ਨਾ, ਜਦੋਂ ਇੱਕ ਅੱਧੇ ਘੰਟੇ ਪੌਣੇ ਘੰਟੇ ਦੀ ਗੱਲ ਨੂੰ ਇਹ 2-3 ਮਿੰਟ ਦੇ ਵਿੱਚ ਜਾਂ ਕੁਝ ਸੈਕਿੰਡ ਦੇ ਵਿੱਚ ਕੱਟ ਕੇ ਭੇਜਦੇ ਆ ਨਾ, ਤੇ ਬੰਦਾ ਉਹੀ ਸੁਣਦਾ, ਕਿਉਂਕਿ ਅੱਜ ਕੱਲ ਟਾਈਮ ਨਹੀਂ ਆ, ਜਿਹਨੂੰ ਇੰਟਰਸਟ ਆ ਉਹ ਸੁਣੂਗਾ। ਇਸ ਕਰਕੇ ਗੱਲ ਨੂੰ ਮੋਨੋਪਲੇਟ ਕਰਕੇ ਫਿਰ ਅੱਗੇ ਭੇਜਦੇ ਆ ਕਿ ਉਹ ਭਾਈ ਸਿੰਘ ਜੀ ਸਰੂਵਰਾਂ ਦੇ ਵਿਰੁੱਧ ਬੋਲਦੇ ਆ, ਦਰਬਾਰ ਸਾਹਿਬ ਦੇ ਵਿਰੁੱਧ ਬੋਲਦੇ ਆ, ਬਿਲਡਿੰਗ ਦੇ ਵਿਰੁੱਧ ਬੋਲਦੇ ਆ, ਅਕਾਲ ਤਖਤ ਸਾਹਿਬ ਦੇ ਵਿਰੁੱਧ ਬੋਲਦੇ ਆ, ਤੀਰਥਾਂ ਦੇ ਵਿਰੁੱਧ ਬੋਲਦੇ ਆ, ਬੜੀ ਲੰਬੀ ਲਿਸਟ। ਹੁਣ ਜਿਹੜਾ ਬੰਦਾ ਜੇ ਮੀਟ ਖਾਂਦਾ ਤੇ ਨਿਹੰਗ ਵਿਰੁੱਧ ਹੋ ਜਾਂਦੇ ਆ, ਜੇ ਤਿਲਕ ਲਾਉਂਦੇ ਆ ਤੇ ਵੱਢਣ ਦੇ ਹਜੂਰ ਸਾਹਿਬ ਵਾਲੇ ਵਿਰੁੱਧ ਹੋ ਜਾਂਦੇ ਆ, ਤੇ ਜੇ ਪਿੱਟ ਦੇ ਵਿਰੁੱਧ ਹੁੰਦੇ ਤੇ ਉਹ ਟਕਸਾਲ ਵਾਲੇ ਵਿਰੁੱਧ ਹੋ ਜਾਂਦੇ ਆ, ਤੇ ਜੇ ਕੋਈ ਨਾਮ ਦੀ ਗੱਲ ਕਰਦੇ ਦੂਸਰੇ ਜਥੇਬੰਦੀ ਵਿਰੁੱਧ ਹੋ ਜਾਂਦੀ। ਹੁਣ ਚੱਕਰ ਤੇ ਇਹ ਆ ਵੀ ਉਹ ਸਾਰੇ ਆਪਸ ਵਿੱਚ ਭਾਈ ਬਣ ਜਾਂਦੇ ਆ ਜਦੋਂ ਕਿਸੇ ਨੂੰ ਕਰਨਾ ਹੁੰਦਾ। ਇਹ ਬਹੁਤ ਤਕੜਾ ਇੱਕ ਕਾਰਨ ਆ ਥ੍ਰੈਟ ਦਾ, ਕਿ ਜਦੋਂ ਬੰਦਾ ਪੂਰੀ ਗੱਲ ਨਹੀਂ ਸੁਣਦਾ, ਵਿੱਚੋਂ ਗੱਲ ਕੱਟ ਕੇ ਕਰ ਲੈਂਦਾ, ਚੱਕਦਾ ਨਾ, ਉਦੋਂ ਬੰਦਾ ਫਿਰ ਉਹ ਕਨਫਿਊਜ਼ ਹੁੰਦਾ। ਹਾਂਜੀ ਕੋਸ਼ਿਸ਼ ਇਹਨਾਂ ਦੀ ਹਮੇਸ਼ਾ ਤੋਂ ਉਹੀ ਰਹੀ ਆ ਨਾ ਕਿ ਆਮ ਜਿਹੜੇ ਲੋਕ ਆ ਉਹਨਾਂ ਨੂੰ ਭੜਕਾਇਆ ਜਾਵੇ। ਸ਼ੁਰੂ ਤੋਂ ਇਦਾਂ ਹੀ ਕਰਦੇ ਰਹੇ ਇਹ ਕਿ ਇਹ ਬੰਦਾ ਕੌਮ ਦੇ ਵਿਰੁੱਧ ਬੋਲ ਰਿਹਾ, ਇਹ ਪੰਥ ਦੇ ਵਿਰੁੱਧ ਬੋਲਦਾ। ਉਸ ਵੇਲੇ ਚਲੋ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਕਿਸੇ ਨੂੰ ਵੀ ਇਸ ਨਾਂ ਦੇ ਪਿੱਛੇ ਸੋਧਾ ਲਾਤਾ ਜਾਂਦਾ ਸੀਗਾ ਕਿ ਪੰਥ ਵਿਰੋਧੀ ਹੈ, ਕੌਮ ਵਿਰੋਧੀ ਹੈ। ਜਦੋਂ ਕਿ ਹੁਣ ਗੱਲਾਂ ਸਾਰੀਆਂ ਸਿੱਧੀਆਂ ਸਾਹਮਣੇ ਆਈਆਂ ਨੇ ਕਿ ਉਹ ਇੱਕ ਪਰਸਨਲ ਲੜਾਈ ਸੀ ਜਿਹੜੀ ਇਹਨਾਂ ਦੀ ਨਿਰੰਕਾਰੀਆਂ ਨਾਲ ਵੀ ਸੀਗੀ। ਬਿਲਕੁਲ ਹਨਾ, ਕਿਉਂਕਿ ਉਸੇ ਜਗ੍ਹਾ ਦੇ ਉੱਤੇ ਉਹ ਬੰਦੇ ਸੀ, ਉਸੇ ਜਗ੍ਹਾ ਤੇ ਇਹ ਪ੍ਰਚਾਰ ਕਰਦੇ ਸੀ, ਉਸੇ ਏਰੀਆ ਦੇ ਵਿੱਚ ਉਹ ਪ੍ਰਚਾਰ ਕਰਦੇ ਸੀ, ਤੇ ਉਹ ਪ੍ਰਚਾਰ ਦਾ ਇਹਨਾਂ ਦਾ ਆਪਸ ਚ ਵਿਰੋਧੀ ਸੀਗਾ। ਸਿਰਫ ਇੱਕ ਆਡੀਅנס ਕੈਪਚਰ ਕਰਨ ਦੀ ਗੱਲ ਸੀ, ਜਿੱਥੋਂ ਇਹਨਾਂ ਦਾ ਇੱਕ ਦੂਜੇ ਨਾਲ ਜਿਹੜੀ ਲੜਾਈ ਆ ਸ਼ੁਰੂ ਹੋਈ ਹੈ। ਹਨਾ, ਫਿਰ ਉਸ ਨੂੰ ਕਿਸ ਤਰੀਕੇ ਨਾਲ ਹੌਲੀ ਕੌਮ ਦੀ ਲੜਾਈ ਬਣਾ ਕੇ ਜਿਹੜਾ ਆ ਪੇਸ਼ ਕਰ ਦਿੱਤਾ ਗਿਆ ਕਿ ਨਹੀਂ, ਇਹ ਤਾਂ ਸਿੱਖ ਕੌਮ ਦੀ, ਸਿੱਖ ਪੰਥ ਦੀ ਲੜਾਈ ਸੀ। ਅੱਜ ਇਹੀ ਕੋਸ਼ਿਸ਼ ਕਰ ਰਹੇ ਨੇ ਭਾਈ ਰਣਜੀਤ ਸਿੰਘ ਉਹਨਾਂ ਦੇ ਵਿਰੁੱਧ ਕਿ ਭਾਈ ਉਹਨਾਂ ਨੂੰ ਸਿੱਖ ਪੰਥ ਦਾ ਦੋਖੀ, ਕੌਮ ਦਾ ਦੋਖੀ ਕਹਿ ਕੇ ਆਮ ਜਿਹੜੇ ਲੋਕ ਆ, ਜਿਹੜੇ ਜ਼ਿਆਦਾਤਰ ਧਿਆਨ ਨਹੀਂ ਦਿੰਦੇ ਆਪਣੇ ਕੰਮਕਾਰ ਦੇ ਵਿੱਚ, ਉਹਨਾਂ ਨੂੰ ਮਾੜੀ ਮੋਟੀ ਗੱਲ ਆਉਂਦੀ ਆ, ਉਹਨਾਂ ਨੂੰ ਭੜਕਾ ਕੇ ਕਿਸੇ ਤਰੀਕੇ ਨਾਲ ਇਹਨਾਂ ਦੇ ਵਿਰੁੱਧ ਕਰ ਦਿੱਤਾ ਜਾਵੇ। ਪਰ ਅੱਜ ਸੋਸ਼ਲ ਮੀਡੀਆ ਨੇ ਬਹੁਤ ਸੌਖਾ ਕਰਤਾ। ਜਿਹੜੀ ਇਹ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਨਾ, ਉਹ ਇਹਨਾਂ ਤੋਂ ਬਣ ਨਹੀਂ ਹੋ ਰਹੀ। ਅੱਜ ਫਰਸਟ੍ਰੇਸ਼ਨ ਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਜਿਹੜੀ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੀ, ਉਹ ਅੱਜ ਕਿਤੇ ਇਹ ਸਫਲ ਨਹੀਂ ਹੁੰਦੇ ਉਹਦੇ ਚ ਦੱਸਦੇ, ਕਿਉਂਕਿ ਜ਼ੋਰ ਇਹਨਾਂ ਨੇ ਬਹੁਤ ਲਾਇਆ। ਪਿਛਲੇ ਆਪਾਂ 5 ਸਾਲਾਂ ਤੋਂ ਦੇਖ ਰਹੇ ਹਾਂ ਕਿ ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਕਿਸ ਤਰੀਕੇ ਨਾਲ ਭਾਈ ਸਾਹਿਬ ਨੂੰ ਡੇਗਿਆ ਜਾਵੇ। ਹੁਣ ਭਾਈ ਸਾਹਿਬ ਦੀ ਇੱਕ ਰੀਸੈਂਟ ਵੀਡੀਓ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਇਹ ਥ੍ਰੈਟ ਆਇਆ ਉਹਦੇ ਸੰਬੰਧ ਦੇ ਵਿੱਚ, ਤੇ ਜਿਹੜੇ ਵੀਰਾਂ ਨੇ ਨਹੀਂ ਦੇਖੀ ਉਹ MP ਚੈਨਲ ਤੇ ਪਰਮੇਸ਼ਰ ਦਵਾਰ ਚੈਨਲ ਤੇ ਜਾ ਕੇ ਦੇਖ ਸਕਦੇ ਨੇ। ਉਹਨਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਆਪਾਂ ਡੋਲਣਾ ਨਹੀਂ। ਹਾਂਜੀ ਸੋ ਇਹ ਜਿਹੜਾ ਚੜ੍ਹਦੀ ਕਲਾ ਦਾ ਜਿਹੜਾ ਇੱਕ ਸਾਨੂੰ ਜਿਹੜਾ ਸੰਕੇਤ ਮਿਲਦਾ ਹੈ ਹਨਾ, ਕਿਉਂਕਿ ਕੋਈ ਹਥਿਆਰ ਚੱਕਣ ਦੀ ਇੱਥੇ ਗੱਲ ਨਹੀਂ ਹੋ ਰਹੀ, ਇੱਥੇ ਕੋਈ ਡੈਮੋਕ੍ਰੈਟਿਕ। ਇੱਥੋਂ ਤੁਸੀਂ ਦੁਬਾਰਾ ਚਾਲੂ ਕਰੋ, ਫਿਰ ਆਪਾਂ ਦੁਬਾਰਾ ਦਲਜੀਤ ਸਿੰਘ ਦਾ ਵੀ ਲੱਲੀਏ ਵਿੱਚ। ਹਾਂਜੀ ਦਲਜੀਤ ਸਿੰਘ, ਕਰੋ ਤੁਸੀਂ ਇਹਦੇ ਬਾਰੇ ਚ ਗੱਲ। ਹਾਂਜੀ ਵੀਰ ਜੀ, ਕਿਉਂਕਿ ਜਿਹੜਾ ਨਵਾਂ ਇਹਨਾਂ ਦਾ ਥ੍ਰੈਟ ਆਇਆ, ਜਿਹੜੀ 9 ਮਿੰਟ ਦੀ ਜਾਂ ਆਪਣੇ 10 ਮਿੰਟ ਦੀ ਆਪਾਂ ਵੀਡੀਓ ਦੇਖੀ ਆ, ਉਹਦੇ ਵਿੱਚ ਆਪਾਂ ਨੂੰ ਇਹ ਜ਼ਰੂਰ ਦੇਖਣ ਨੂੰ ਮਿਲਦਾ, ਕਿਉਂਕਿ ਜੇ 1984 ਦਾ ਟਾਈਮ ਆਪਾਂ ਕਾਊਂਟ ਕਰਦੇ ਹਾਂ, ਜਿਹੜੇ ਉਸ ਟਾਈਮ ਜਿਹੜੇ ਬੰਦਿਆਂ ਨੇ ਮੂਹਰੇ ਹੋ ਕੇ ਬੋਲਣ ਦੀ ਜਾਂ ਸਮਝੌਤੇ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੂੰ ਦਬਾ ਕੇ, ਧਮਕਾ ਕੇ, ਗੋਲੀਆਂ ਮਾਰ ਕੇ ਉਹਨਾਂ ਨੂੰ ਚੁੱਪ ਕਰਾਇਆ ਗਿਆ, ਕਿਉਂਕਿ ਉਸ ਟਾਈਮ ਕੋਈ ਮੀਡੀਆ ਕਵਰ ਕਰਨ ਵਾਲਾ ਨਹੀਂ ਸੀ। ਪਰ ਹੁਣ ਇਸ ਟਾਈਮ ਜਦੋਂ ਇਸ ਟਾਈਮ ਭਾਈ ਸਾਹਿਬ ਦੇ ਨਾਲ ਆਪਾਂ ਮਿਲਦੇ ਹਾਂ, ਆਪਾਂ ਉਹਨਾਂ ਦੀ ਕੋਈ ਪਿਕਚਰ ਲਾਉਂਦੇ ਹਾਂ, ਖਾਸ ਕਰਕੇ ਇੰਡੀਆ ਦੀ ਗੱਲ ਕਰਦਾ, ਬਾਹਰਲੇ ਦੇਸ਼ਾਂ 'ਚ ਤਾਂ ਕੋਈ ਪ੍ਰੋਬਲਮ ਇਦਾਂ ਦਾ ਇਸ਼ੂ ਨਹੀਂ ਹੈਗਾ, ਪਰ ਜੋ ਖਾਸ ਕਰਕੇ ਆਪਾਂ ਜਦੋਂ ਇੰਡੀਆ ਦੇ ਵਿੱਚ ਕੋਈ ਵੀ ਵੀਰ, ਕੋਈ ਵੀ ਭੈਣ ਭਰਾ ਭਾਈ ਸਾਹਿਬ ਨੂੰ ਮਿਲਦਾ, ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਆ, ਉਹਨਾਂ ਦੀਆਂ ਫੋਟੋਆਂ ਲਾਉਂਦੇ ਆ, ਤਾਂ ਉਹਨਾਂ ਨੂੰ ਮੈਂਟਲੀ ਤੌਰ ਤੇ ਬਹੁਤ ਟੌਰਚਰ ਕੀਤਾ ਜਾਂਦਾ। ਜਿੱਦਾਂ ਕਿ ਹਾਲੇ ਕਿ ਭਾਜੀ ਦੀ ਜਿਹੜੀ 7 ਮਿੰਟ ਦੀ 8 ਮਿੰਟ ਦੀ ਵੀਡੀਓ ਆਈ ਆ, ਉਹਦੇ ਵਿੱਚ ਭਾਈ ਸਾਹਿਬ ਨੇ ਇਹੀ ਦੱਸਿਆ ਵੀ ਇੱਕ ਵੀਰ ਨੇ ਭਾਈ ਸਾਹਿਬ ਨਾਲ ਸੈਲਫੀ ਖਿੱਚੀ, ਉਹਨੇ ਸਿਰਫ ਪੁੱਛਣਾ ਇੱਕ ਜਾਣੀ ਕਿ
ਚੱਲਦਾ ਪ੍ਰੋਗਰਾਮ ਸੀ, ਫੇਸਬੁੱਕ ਤੇ ਲਾਈਵ ਹੋਇਆ, ਉਹਦੇ ਵਿੱਚੋਂ ਉਹਨੇ ਇੱਕ ਸਵਾਲ ਪੁੱਛਣਾ ਸੀ, ਸਿਰਫ ਸਵਾਲ ਦੇ ਮਗਰ ਇੱਕ ਕੁਐਸਚਨ ਮਾਰਕ ਨਹੀਂ ਪਾਇਆ ਸੀ, ਜਿਹੜੇ ਬਿਨਾਂ ਕੁਐਸਚਨ ਮਾਰਕ ਤੋਂ ਸਵਾਲ ਨੂੰ ਉਹਦੇ ਹੀ ਖਿਲਾਫ ਲਾ ਕੇ ਉਹਦੇ ਤੇ ਹੀ ਪਰਚਾ ਦਰਜ ਕੀਤਾ ਗਿਆ। ਬਿਲਕੁਲ। ਹੁਣ ਪਹਿਲੇ 84 ਦੇ ਟਾਈਮ ਉਹ ਜੇ ਉਹ ਕੋਈ ਇਹੋ ਜਿਹੀ ਕੋਈ ਗੱਲ ਕਰਦਾ ਸੀ ਤਾਂ ਉਹਨੂੰ ਗੋਲੀ ਮਾਰ ਕੇ ਕੌਮ ਦਾ ਗੱਦਾਰ ਕਹਿ ਕੇ ਖਤਮ ਕੀਤਾ ਜਾਂਦਾ ਸੀ। ਹੁਣ ਕੀ ਕਰਦੇ ਆ, ਹੁਣ ਉਹਨਾਂ ਦੇ ਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਉਹ ਤੇ ਪ੍ਰੈਸ਼ਰ ਬਿਲਡ ਕਰਦੇ ਆ ਵੀ ਤੁਸੀਂ ਇਹ ਕਹੋ ਵੀ ਭਾਈ ਸਾਹਿਬ ਨੇ ਤੁਹਾਡਾ ਬ੍ਰੇਨ ਵਾਸ਼ ਕੀਤਾ ਤੇ ਤਾਂ ਤੁਸੀਂ ਇਹ ਕੰਮ ਕੀਤਾ। ਪਰ ਹਾਲਾਂਕਿ ਹੁਣ ਅਸੀਂ ਭਾਈ ਸਾਹਿਬ ਨੂੰ 3 ਸਾਲਾਂ ਤੋਂ ਜਾਣਦੇ ਆ। ਪਹਿਲਾਂ 3 ਸਾਲ ਪਹਿਲਾਂ ਅਸੀਂ ਭੇਡਾਂ ਸੀ ਜਿਹੜੇ ਸੰਪਰਦਾਈਆਂ ਦੇ ਮਗਰ ਹੋ ਕੇ ਚੱਲਦੇ ਸੀ। ਜਦੋਂ ਤੋਂ ਭਾਈ ਸਾਹਿਬ ਨੂੰ ਸੁਣਨ ਲੱਗੇ ਆ ਤਾਂ ਸਾਡੇ ਦਿਮਾਗ ਦੇ, ਸਾਡੇ ਗਿਆਨ ਦੇ ਇੰਦਰੇ ਖੁੱਲੇ ਨੇ, ਤਾਂ ਅਸੀਂ ਉਹ ਭੇਡਾਂ ਤੋਂ ਭਾਈ ਸਾਹਿਬ ਦੇ ਨਾਲ ਆ ਗਏ ਆ ਵੀ ਨਹੀਂ, ਵੀ ਸਾਡੇ ਅੰਦਰ ਵੀ ਰੱਬ ਆ ਤੇ ਅਸੀਂ ਵੀ ਰੱਬ ਦਾ ਹਿੱਸਾ। ਜੇ ਅਸੀਂ ਰੱਬ ਦਾ ਹਿੱਸਾ ਤੇ ਸਾਨੂੰ ਜਾਣ ਕਿ ਅਸੀਂ ਆਮ ਕੰਮ ਕਰਨ ਵਾਲੇ ਜਾਂ ਡਰਾਈਵਰੀ ਵਿਸ਼ੇ ਦੇ ਆ ਜਾਂ ਕੋਈ ਵੀ ਕੰਮ ਕਰਨ ਵਾਲੇ ਆ, ਸਾਡੇ ਅੰਦਰ ਜਾਣ ਕਿ ਸਾਨੂੰ ਇਸ ਪਲੇਟਫਾਰਮ ਤੇ ਭਾਈ ਸਾਹਿਬ ਹੀ ਲੈ ਕੇ ਆਏ ਨੇ, ਸੰਪਰਦਾਈਆਂ ਚੋਂ ਕੱਢ ਕੇ ਇਸ ਪਲੇਟਫਾਰਮ ਤੱਕ ਲੈ ਕੇ ਆਉਣ ਵਾਲੇ ਭਾਈ ਸਾਹਿਬ ਨੇ। ਹੁਣ ਤੱਕ ਅਸੀਂ ਇੰਨੇ ਦੀਵਾਨ ਸੁਣੇ ਨੇ, ਪਰ ਅਸੀਂ ਕਦੇ ਵੀ ਭਾਈ ਸਾਹਿਬ ਦੇ ਮੂੰਹੋਂ ਕਦੇ ਵੀ ਗੁਰੂ ਸਾਹਿਬ ਪ੍ਰਤੀ ਇਹੋ ਜਿਹੀ ਕੋਈ ਸ਼ਬਦਾਵਲੀ ਨਹੀਂ ਦੇਖੀ। ਈਵਨ ਕਿ ਉਹਨਾਂ ਨੇ ਸਾਡੇ ਦਿਮਾਗ ਦੇ ਪਰਦੇ ਇਸ ਤਰ੍ਹਾਂ ਖੋਲੇ ਨੇ ਵੀ ਹੁਣ ਤਾਂ 100 ਵਾਰ ਵੀ ਸਿਰ ਝੁਕਾਉਣ ਨੂੰ ਵੀ ਜੀ ਕਰਦਾ। 35 ਦੀ ਜਿਹੜੀ ਸੋਚ ਸੀ, ਜਿਹੜੇ ਨਵੇਂ ਤਰੀਕੇ ਨੇ ਭਾਈ ਸਾਹਿਬ ਨੂੰ ਸਾਡੇ ਮੂਹਰੇ ਰੱਖੀ। ਇਹਦੇ ਵਿੱਚ ਇਹ ਤਾਂ ਹੁਣ ਹਾਂਜੀ, ਇਹਦੇ ਨਾਲ ਇਦਾਂ ਹੀ ਹੈ ਜਿਸ ਤਰ੍ਹਾਂ ਆਪਾਂ ਗੱਲ ਵਿੱਚ ਭਾਈ ਸਾਹਿਬਾਂ ਦੀ ਕਰ ਰਹੇ, ਜਿੱਦਾਂ ਰਜਿੰਦਰ ਸਿੰਘ ਹੁਣਾਂ ਨੇ ਇੱਕ ਥੋੜੀ ਜਿਹੀ ਗੱਲ ਕੀਤੀ, ਮੈਂ ਵੀ ਉਹਨਾਂ ਦੀ ਪੂਰੀ ਵੀਡੀਓ ਸੁਣੀ ਆ, ਜਿਹਦੇ ਵਿੱਚੋਂ ਮੈਂ ਬਾਕੀ ਤੇ ਤੁਸੀਂ ਕਵਰ ਕਰ ਹੀ ਲਏ ਪੁਆਇੰਟ। ਮੈਂ 2 ਪੁਆਇੰਟ ਉਹਦੇ ਵਿੱਚ ਕਵਰ ਕਰਨਾ ਚਾਹੁੰਦਾ। ਇੱਕ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਨਾ ਕਿ ਜਦੋਂ ਇੱਕ ਸਾਡੇ ਵਿੱਚ ਬਹੁਤ ਇਹ ਚੀਜ਼ ਪ੍ਰਚਲਿਤ ਕੀਤੀ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਜਿਹੜੇ ਵਿਦਵਾਨ ਸੀ ਉਹ ਕਾਂਚੀ ਪੜ੍ਹਨ ਲਈ ਭੇਜੇ ਸੀ। ਹਾਂਜੀ, ਉਧਰ ਸੰਸਕ੍ਰਿਤੀ ਪੜ੍ਹਨ ਲਈ ਭੇਜੇ ਸੀ, ਸੰਸਕ੍ਰਿਤ ਪੜ੍ਹਨ ਲਈ ਭੇਜੇ ਸੀਗੇ। ਹਾਂਜੀ, ਇਹ ਭਾਈ ਰਜਿੰਦਰ ਸਿੰਘ ਜੀ ਨੇ ਬਹੁਤ ਵਧੀਆ ਉਹਦੇ ਵਿੱਚ ਇੱਕ ਮੈਂਸ਼ਨ ਕੀਤੀ ਗੱਲ, ਕਿਉਂਕਿ ਅਸੀਂ ਥੋੜੇ ਜਿਹੇ ਗੁਰਮਤ ਦੇ ਮੈਂ ਗੁਜਰਦਾ ਇਹਨਾਂ ਦੇ ਨਾਲ, ਪਰ ਉਹ ਮੈਨੂੰ ਕਾਫੀ ਇਹ ਚੀਜ਼ ਬਾਰੇ ਉਹ ਹੋਇਆ ਕਿ ਜਦੋਂ ਉਹਨਾਂ ਨੇ ਕਿਹਾ ਵੀ ਸੰਸਕ੍ਰਿਤੀ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਲਿਖ ਰਹੇ ਨੇ, ਹਾਂਜੀ, ਆਪਣੀ ਰਚਨਾ ਗੁਰੂ ਨਾਨਕ ਪਾਤਸ਼ਾਹ ਦੀ ਆ, ਤੇ ਗੁਰੂ ਨਾਨਕ ਪਾਤਸ਼ਾਹ ਦੇ ਉਦੋਂ ਤੱਕ ਕਿਸੇ ਨੇ ਸੰਸਕ੍ਰਿਤੀ ਸ਼ਲੋਕ ਪੜ੍ਹੇ ਹੀ ਨਹੀਂ ਹੋਣਗੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਭੇਜ ਰਹੇ ਆ। ਬਿਲਕੁਲ, ਪਾਤਸ਼ਾਹ ਸੰਸਕ੍ਰਿਤੀ ਸ਼ਲੋਕ ਦਰਜ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਔਰ ਹੋਰ ਵੀ ਬਾਣੀ ਬਹੁਤ ਜਿਹੜੀ ਆ ਮਤਲਬ ਸੰਸਕ੍ਰਿਤੀ ਦੇ ਵਿੱਚ ਹੈਗੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ। ਮਤਲਬ ਇਹ ਇੱਕ ਸਾਡੇ ਉੱਪਰ ਨਾ ਕੀ ਕਹਿੰਦੇ ਆ ਪ੍ਰੈਸ਼ਰ ਬਣਾਉਣ ਦਾ ਕਰਕੇ ਵੀ ਇਸ ਕਰਕੇ ਉਹ ਅਸੀਂ ਇਹਨਾਂ ਨੂੰ ਨਿਰਮਲਿਆਂ ਨੂੰ ਮੰਨਦੇ ਆ, ਏਦਾਂ ਕਰਕੇ ਮੰਨਦੇ ਆ। ਹਾਂਜੀ, ਜੋ ਕਿ ਇਹ ਭਾਈ ਰਜਿੰਦਰ ਸਿੰਘ ਜੀ ਨੇ ਆਖਿਆ ਵੀ ਇਹ ਕੋਈ ਗੱਲ ਬਣਦੀ ਨਹੀਂ ਹੈ, ਕੜੀ ਜੁੜਦੀ ਨਹੀਂ ਹੈ ਕਿਸੇ ਦੇ ਨਾਲ ਵੀ, ਕਿਉਂਕਿ ਜਿਹੜਾ ਇਤਿਹਾਸ ਕਿਸੇ ਨੇ ਲਿਖਤਾ ਉਹੀ ਇੱਕ ਨਾਲ ਉਹਨਾਂ ਨੇ ਹੋਰ ਬਹੁਤ ਵਧੀਆ ਗੱਲ ਕੀਤੀ। ਉਹਨਾਂ ਨੇ ਕਿਹਾ ਤੁਸੀਂ ਦੇਖਿਓ ਕਿ ਜਿਹੜਾ ਮੂਲ ਮੰਤਰ ਹੈ ਨਾ ਗੁਰਪ੍ਰਸਾਦ ਤੱਕ ਆ, ਕਿਉਂਕਿ ਇਹ ਤੇ ਅਕਾਲ ਤਖਤ ਪ੍ਰਮਾਣ ਜਿਹੜੇ ਹਰੇਕ ਚੀਜ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਗੁਰਪ੍ਰਸਾਦ ਮੂਲ ਮੰਤਰ ਕਹਿੰਦਾ ਕਿ ਉੱਥੇ ਕੀ ਕੀਤਾ ਵਾ ਟਕਸਾਲ ਦੇ ਕੁਝ ਪਤਾ ਨਹੀਂ ਹੁਣ ਕਿੰਨਾ ਨੇ ਕੀਤਾ, ਉਹ ਉਹਦਾ ਪ੍ਰਨਾਮ ਸਿੰਘ ਉਹਨਾਂ ਦੀ ਫੋਟੋ ਲੱਗੀ ਆ ਕਿ ਗੁਟਕਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਮੂਲ ਮੰਤਰ ਆ ਉਹ ਨਾਨਕੋ ਸਿਵਿਤਾ ਕਰਕੇ, ਤੇ ਜਿਹੜੇ ਸਭ ਤੋਂ ਵੱਡੀ ਗੱਲ ਕੀ ਕੀਤੀ ਹੈ ਕਹਿੰਦਾ ਵੀ ਤੁਸੀਂ ਦੇਖੋ ਵੀ ਦੂਸਰਿਆਂ ਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ, ਮਤਲਬ ਇਹ ਡਰਦੇ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਲਾਉਂਦੇ ਆ, ਪਰ ਇਹਨਾਂ ਨੇ ਗੁਰਪ੍ਰਸਾਦ ਦੀਆਂ ਦੋਨੋਂ ਡੰਡੀਆਂ ਚੱਕਤੀਆਂ। ਕਿਉਂ ਚੱਕਤੀਆਂ? ਜਪ ਦੀਆਂ ਦੋਨੋਂ ਡੰਡੀਆਂ ਚੱਕਤੀਆਂ ਇਸ ਕਰਕੇ ਵੀ ਮੂਲ ਮੰਤਰ ਨੂੰ ਨਾਨਕੋ ਸਿਵਿਤਾ ਤੱਕ ਕੀਤਾ ਜਾਵੇ। ਤੁਸੀਂ ਦੇਖੋ ਬਿਲਕੁਲ, ਤਾਂ ਹੀ ਕਰਕੇ ਉਹ ਦੋਨੇ ਡੰਡੀਆਂ ਅੱਗੇ ਤੇ ਪਿੱਛੇ ਜਿਹੜੀਆਂ ਜਪ ਦੇ ਲੱਗਦੀਆਂ ਸੀ ਉਹ ਚੱਕਤੀਆਂ। ਤੁਸੀਂ ਦੇਖੋ ਵੀ ਇਹ ਬੰਦੇ ਉਹਨਾਂ ਨੇ ਲਿਖ ਕੇ ਦੱਸਿਆ, ਤੁਸੀਂ ਦੇਖੋ ਵੀ ਬੰਦੇ ਕਿੰਨੇ ਬੇਖੌਫ ਹੋਣਗੇ। ਤੁਸੀਂ ਕਹਿ ਸਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਾਂ 10 ਪਾਤਸ਼ਾਹੀਆਂ ਦਾ ਜਾਂ 35 ਮਹਾਂਪੁਰਖਾਂ ਦਾ ਇਹਨਾਂ ਨੂੰ ਡਰ ਹੋਊਗਾ, ਜੋ ਕਿ ਇਹਦੇ ਨਾਲ ਮੈਂ ਇਸ ਚੀਜ਼ ਨਾਲ ਬਿਲਕੁਲ ਗਵਾਹ, ਕਿਉਂਕਿ ਅਸੀਂ ਜਦੋਂ ਇਟਲੀ ਹੁੰਦੇ ਸੀ ਨਾ, ਉੱਥੇ ਇੱਕ ਸਿੰਘ ਲੈ ਕੇ ਆਇਆ ਸੀ ਇਹ ਜਿਹੜੇ ਗੁਟਕੇ ਆ। ਓਕੇ, ਠੀਕ ਹੈ। ਹਾਂ, ਸਾਡੇ ਨਾਲ ਮੇਰੇ ਨਾਲ ਭਾਈ ਸਰਜੀਤ ਸਿੰਘ ਹੋਣੀ, ਭਾਈ ਨਰਿੰਦਰ ਸਿੰਘ ਹੋਣੀ ਜਿਹੜੇ ਕੈਨੇਡਾ ਚਲੇ ਗਏ ਆ, ਉਹ ਵੀ ਸੀ। ਅਸੀਂ ਉਹ ਗੁਟਕੇ ਸੰਗਤ ਦੇ ਵਿੱਚ ਨਹੀਂ ਸੀ ਵੰਡਣ ਦਿੱਤੇ। ਠੀਕ ਹੈ ਜੀ। ਉਹਨਾਂ ਨੂੰ ਕਲੀਅਰ ਕੀਤਾ ਸੀ ਉੱਥੇ ਬਿਠਾ ਕੇ ਵੀ ਆਹ ਦੇਖੋ ਕੀ ਕੀਤਾ। ਉਹ ਬੰਦੇ ਵੀ ਮੰਨ ਗਏ ਵੀ ਵਾਕਿਆ ਇਹ ਬਹੁਤ ਗਲਤ ਗੱਲ, ਪਰ ਉਹ ਚੀਜ਼ ਦੇ ਜਵਾਬ ਕੋਈ ਨਹੀਂ ਲਊਗਾ। ਪਰ ਇਹ ਆ ਵੀ ਭਾਜੀ
ਤੂੰ ਨਹੀਂ ਕੋਈ ਗੱਲ ਕਰ ਸਕਦਾ, ਕਿਉਂਕਿ ਤੂੰ ਸਾਡੇ, ਜਿੱਦਾਂ ਅਸੀਂ ਕਹਿੰਦੇ ਆ, ਤੂੰ ਸਾਡੀ ਲੱਤ ਦੇ ਥੱਲੋਂ ਨਹੀਂ ਲੰਘਦਾ, ਇਸ ਕਰਕੇ ਤੂੰ ਸਾਡੀ ਲੱਤ ਦੇ ਥੱਲੋਂ ਲੰਘੇ, ਜੋ ਮਰਜ਼ੀ ਕਰੀ ਜਾ, ਜੋ ਤੇਰੀ ਮਰਜ਼ੀ ਆ ਬੋਲੀ ਜਾ। ਵੀ ਮੈਂ ਗੁਰੂ ਗੋਬਿੰਦ ਸਿੰਘ ਮੈਨੂੰ ਰਾਤ ਨੂੰ ਆਣ ਕੇ ਮਿਲਦੇ ਸੀ, ਉਹ ਮੇਰੇ ਕੰਨੋਂ ਫੜ ਲੈਂਦੇ ਸੀ, ਉਹ ਮਤਲਬ ਮੈਨੂੰ ਰਾਤ ਨੂੰ ਸੰਤਰੀ ਵੀ ਖਾਣ ਨੂੰ ਦੇ ਜਾਂਦੇ ਸੀ, ਬਹੁਤ ਜੋ ਮਰਜ਼ੀ ਬੋਲ, ਪਰ ਤੈਨੂੰ ਇੱਕ ਵਾਰੀ ਮੇਰੀ ਲੱਤ ਦੇ ਥੱਲੋਂ ਲੰਘਣਾ। ਇਹਨਾਂ ਦੇ ਵਲੰਟੀਅਰ ਬਣ ਕੇ ਜੋ ਮਰਜ਼ੀ ਕਰ ਸਕਦੇ ਆ, ਵਲੰਟੀਅਰ ਬਣ ਕੇ ਜੋ ਮਰਜ਼ੀ ਕਰੋ। ਹਾਂਜੀ ਦਿਲਜਾਨ ਸਿੰਘ, ਤੁਸੀਂ। ਹਾਂਜੀ ਦਿਲਜਾਨ ਸਿੰਘ। ਮੈਂ ਤੁਹਾਡੀ ਗੱਲ ਦੇ ਵਿੱਚ ਭਾਜੀ ਗੁਰਮੀਤ ਸਿੰਘ ਜੀ ਇੱਕ ਗੱਲ ਜ਼ਰੂਰ ਐਡ ਕਰਨਾ ਚਾਹੁੰਦਾ, ਕਿਉਂਕਿ ਜਦੋਂ ਅੱਜ ਤੋਂ 3 ਸਾਲ ਪਹਿਲਾਂ ਭਾਈ ਸਾਹਿਬ ਦੇ ਵਿਚਾਰ ਸੁਣਨ ਤੋਂ ਪਹਿਲਾਂ ਮੈਂ ਸੰਪਰਦਾਵਾਂ ਦੇ ਨਾਲ ਸੀ ਨਾ, ਤੇ ਉਦੋਂ ਮੈਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਆਪਣੇ ਕਥਾ ਸੁਣੀ ਸੀ, ਜਿੱਥੇ ਜਾਣੀ ਕਿ ਆਪਣੇ ਸਿੰਘ ਨੂੰ ਨਾਗਣੀ ਦੇ ਕੇ ਆਪਣੇ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ, ਤੇ ਉਸ ਆਡੀਓ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਤੌਰ ਤੇ ਰਿਕਾਰਡਿੰਗ ਦੇ ਵਿੱਚ ਮੈਂਸ਼ਨ ਕੀਤਾ ਸੀ ਵੀ ਸ਼ਰਧਾਈ ਭਲਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਿੰਘ ਨੂੰ। ਪਰ ਜਦੋਂ ਭਾਈ ਸਾਹਿਬ ਦੇ ਵਿਚਾਰ ਸੁਣੇ, ਤੇ ਭਾਈ ਸਾਹਿਬ ਦੇ ਵਿਚਾਰ ਸੁਣ ਕੇ ਤੇ ਆਪ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦਾ ਅਧਿਐਨ ਕੀਤਾ, ਤੇ ਉਹਦੇ ਵਿੱਚ ਸਪੈਸ਼ਲੀ ਤੌਰ ਤੇ ਅਫੀਮ ਦਾ ਦਰਜ ਕੀਤਾ ਗਿਆ ਸੀ। ਹਾਂਜੀ, ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘ ਨੂੰ ਅਫੀਮ ਖਿਲਾਈ ਸੀ, ਤਾਂ ਉਹ ਜਾ ਕੇ ਉਹਨੇ ਹਾਥੀ ਦਾ ਮੁਕਾਬਲਾ ਕੀਤਾ ਸੀ। ਜੇ ਤਾਂ ਹੁਣ ਆਪੇ ਹੀ ਉਹਨਾਂ ਕਹਾਣੀਆਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਨੇ, ਫਿਰ ਤਾਂ ਸਾਰਾ ਕੁਝ ਠੀਕ ਆ। ਪਰ ਜੇ ਕੋਈ ਬਾਹਰਲਾ ਆ ਕੇ ਇਹਨਾਂ ਨੂੰ ਸੱਚਾਈ ਦੱਸਦਾ, ਤੇ ਇੱਥੇ ਹੀ ਇਹਨਾਂ ਨੂੰ ਪ੍ਰੋਬਲਮ ਕ੍ਰੀਏਟ ਸ਼ੁਰੂ ਹੋ ਜਾਂਦੀ ਹੈ। ਭਾਈ ਸਾਹਿਬ ਨਾਲ ਵੀ ਇਹਨਾਂ ਦਾ ਇਹੀ ਪ੍ਰੋਬਲਮ ਆ, ਭਾਈ ਸਾਹਿਬ ਨਾਲ ਵੀ ਇਹਨਾਂ ਨੂੰ ਇਹੀ ਪ੍ਰੋਬਲਮ ਆ ਰਹੀ ਹੈ। ਹਾਂਜੀ, ਭਾਈ ਸਾਹਿਬ ਨਾਲ ਵੀ ਇਹਨਾਂ ਨੂੰ ਇਹੀ ਪ੍ਰੋਬਲਮ ਆ ਰਹੀ ਹੈ। ਜੇ ਭਾਈ ਸਾਹਿਬ ਲੋਕਾਂ ਨੂੰ ਸੱਚ ਦੱਸ ਰਹੇ ਨੇ, ਤਾਂ ਉਹਦਾ ਕਾਰਨ ਇਹੀ ਹੈ ਵੀ ਲੋਕ ਜਾਗਰੂਕ ਹੋਣ, ਵੀ ਇਹ ਆਪਣੀ ਮਰਜ਼ੀ ਨਾਲ ਹੀ ਰਹਿਤ ਮਰਿਆਦਾ ਤਿਆਰ ਕਰ ਲੈਂਦੇ ਨੇ, ਆਪਣੀ ਮਰਜ਼ੀ ਨਾਲ ਹੀ ਨਿਤਨੇਮ ਦਾ ਪਾਠ ਤਿਆਰ ਕਰ ਲੈਂਦੇ ਨੇ, ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰ ਲੈਂਦੇ ਨੇ। ਪਰ ਜਦੋਂ ਕੋਈ ਬਾਹਰਲਾ ਆ ਕੇ ਕੋਈ ਮਾੜਾ ਮੋਟਾ ਇਹਨਾਂ ਨੂੰ ਦੱਸਦਾ, ਕੋਈ ਗਿਆਨ ਦੇਣ ਦੀ ਗੱਲ ਕਰਦਾ, ਉੱਥੇ ਇਹਨਾਂ ਕੋਲ ਕੋਈ ਮੂਹਰੇ ਜਵਾਬ ਨਹੀਂ ਹੁੰਦਾ, ਕੋਈ ਆਪਣੇ ਸਾਰਾ ਕੁਝ ਠੀਕ ਹੋ ਜਾਂਦਾ। ਹਾਂਜੀ ਦਲਜੀਤ ਸਿੰਘ। ਹਾਂਜੀ, ਹੁਣ ਮੈਂ ਆਪ ਦੇਖਿਆ। ਹਾਂਜੀ, ਤੁਸੀਂ ਕਰੋ ਗੱਲ ਭਾਜੀ। ਹਾਂਜੀ ਕਰੋ ਤੁਸੀਂ। ਨਹੀਂ ਤੁਸੀਂ ਕਰੋ। ਹਾਂਜੀ, ਮੈਂ ਕਿਹਾ ਮੈਂ ਆਪ ਦੇਖਿਆ ਆ ਕਿ ਜਿਹੜੀ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹਨਾ, ਜਿਹੜੇ ਅਖੰਡ ਕੀਰਤਨੀ ਜਥੇ ਵੱਲੋਂ ਕਈ ਛਪਾਏ ਗਏ ਨੇ, ਉਹਦੇ ਚੋਂ ਰਾਗਮਾਲਾ ਕੱਢ ਦਿੱਤੀ ਗਈ ਹੈ। ਬਿਲਕੁਲ ਜੀ। ਹਾਂਜੀ ਜਿਹੜੇ ਆਪਣੇ ਪਰਸਨਲ ਤੌਰ ਤੇ ਸਰੂਪ ਵਰਤਦੇ ਨੇ ਨਾ, ਜਿਹਨਾਂ ਨੂੰ ਲੜੀਵਾਰ ਸਰੂਪ ਕਹਿੰਦੇ ਨੇ, ਉਹਦੇ ਚ ਰਾਗਮਾਲਾ ਨਹੀਂ ਇਹਨਾਂ ਨੇ ਦਰਜ ਕੀਤੀ। ਜਦੋਂ ਤਾਂ ਇਹਨਾਂ ਵੱਡੀਆਂ ਸੰਪਰਦਾਵਾਂ ਤੇ ਗੱਲ ਆਉਂਦੀ ਹੈ, ਤਾਂ ਜਿੱਦਾਂ ਤੁਸੀਂ ਦੱਸਿਆ ਕਿ ਗੁਰਬਾਣੀ ਚ ਵੀ ਅਦਲਾ ਬਦਲਾ ਕਰ ਸਕਦੇ ਨੇ, ਹਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵੀ ਰਾਗਮਾਲਾ ਤੋਂ ਬਗੈਰ ਇਹ ਆਪ ਰੱਖ ਸਕਦੇ ਨੇ। ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਆ 36 ਦਾ ਆંકੜਾ ਆਪਾਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਦੀ ਮਰਿਆਦਾ ਵੱਖਰੀ ਹੈ, ਇਹਨਾਂ ਦਾ ਗੁਰਬਾਣੀ ਨੂੰ ਮੰਨਣ ਦਾ ਢੰਗ ਵੱਖਰਾ ਹੈ, ਇਹਨਾਂ ਨੂੰ ਗੁਰਬਾਣੀ ਨੂੰ ਦੇਖਣ ਦਾ ਢੰਗ ਵੱਖਰਾ ਹੈ, ਇਹਨਾਂ ਦਾ ਸਾਰਾ ਕੁਝ ਵੱਖਰਾ ਹੈ। ਪਰ ਅੱਜ ਇਹ ਇਕੱਠੇ ਖੜੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਰੋਧ ਦੇ ਵਿੱਚ, ਹਨਾ, ਕਿਉਂਕਿ ਕਾਰਨ ਤਾਂ ਇੱਕੋ ਹੀ ਨਜ਼ਰ ਆਉਂਦਾ ਹੈ, ਕਿਉਂਕਿ ਇਹਨਾਂ ਦੇ ਜਿਹੜੇ ਧੰਦੇ ਬਣਾਏ ਹੋਏ ਨੇ ਉੱਤੇ ਸੱਟ ਵੱਜ ਰਹੀ ਹੈ ਅੱਜ ਦੇ ਦਿਨ 'ਚ। ਉਹ ਜਿਹੜੀ ਧੰਦਿਆਂ ਦੇ ਸੱਟ ਵੱਜਣੀ ਸੀਗੀ, ਉਹ ਹੁਣ ਇੰਨੇ ਜ਼ਿਆਦਾ ਹਾਈਪਰ ਹੋਏ ਆ, ਤੇ ਹੁਣ ਇਹ ਦੂਰ ਦੂਰ ਤੱਕ ਕੋਸ਼ਿਸ਼ ਇਹ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਇੱਕ ਅੱਧਾ ਹਮਲਾ ਹੋਰ ਇਸ ਤਰੀਕੇ ਨਾਲ ਕਰਕੇ ਭਾਈ ਰਣਜੀਤ ਸਿੰਘ ਉਹਨਾਂ ਨੂੰ ਚੁੱਪ ਕਰਾਇਆ ਜਾਵੇ। ਪਰ ਜਦੋਂ ਉਹਨਾਂ ਦੀ ਇੱਕ ਉਹ ਵੀਡੀਓ ਮੈਂ ਦੇਖੀ, ਉਹਦੇ ਵਿੱਚ ਤਾਂ ਮੈਂ ਉਹਨਾਂ ਨੂੰ ਵੇਖ ਕੇ ਦਾ ਦਿਲ ਆਸ਼ਾ ਉੱਠਦਾ ਆ ਵੀ ਭਾਈ ਉਹਨਾਂ ਦੀ ਤਾਂ ਤਿਆਰੀ ਪੂਰੀ ਆ ਵੀ ਜਿੱਦਾਂ ਤੁਸੀਂ ਕਰਨਾ ਹੈ ਕਰ ਲਓ, ਪਰ ਅਸੀਂ ਜਿਹੜਾ ਆ ਆਪਣੀ ਜਗ੍ਹਾ ਤੇ ਡਟੇ ਰਵਾਂਗੇ, ਅਸੀਂ ਉਸੇ ਤਰੀਕੇ ਨਾਲ ਗੱਲ। ਸਾਨੂੰ ਇਹੀ ਚੀਜ਼ ਜਿਹੜੀ ਆਗੂ ਦੀ ਇਹੀ ਜਿਹੜੀ ਕੁਆਲਿਟੀ ਹੈ ਨਾ, ਉਹ ਸਾਡੇ 'ਚ ਹੌਸਲਾ ਭਰਦੀ ਹੈ। ਜਿਵੇਂ 35 ਮਹਾਂਪੁਰਸ਼ਾਂ ਦੀ ਜਿਹੜੀ ਕੁਆਲਿਟੀ ਹੈ, ਜਦੋਂ ਤੁਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੇਖਦੇ ਹੋ, ਜਦੋਂ ਉਸ ਵੇਲੇ ਤੇ ਚੱਲ ਰਿਹਾ ਵਰਤਾਰੇ ਦੇ ਵਿਰੋਧ ਦੇ ਵਿੱਚ ਜਿਸ ਤਰੀਕੇ ਨਾਲ ਉਹ ਬੋਲਦੇ ਨੇ, ਤਾਂ ਹੀ ਕਰਕੇ ਸਾਡੇ ਮਨਾਂ ਦੇ ਵਿੱਚ ਉਹ ਸਤਿਕਾਰ ਜਿਹੜਾ ਆ ਉਹ 35 ਮਹਾਂਪੁਰਸ਼ਾਂ ਦੇ ਲਈ ਜਿਹੜਾ ਹੋਰ ਵੱਧਦਾ ਜਾਂਦਾ ਡੇ ਬਾਏ ਡੇ। ਜਦੋਂ ਤੁਸੀਂ ਉਹਨੂੰ ਗੁਰਬਾਣੀ ਨੂੰ ਗਿਆਨ ਦੇ ਤੌਰ ਤੇ ਲੈ ਕੇ ਚੱਲਦੇ ਹੋ ਕਿ ਕਿੰਨਾ ਗਿਆਨ ਦੇਣ ਦੇ ਲਈ ਗੁਰੂ ਪਾਤਸ਼ਾਹ ਨੇ ਉਹਨਾਂ ਸਮਿਆਂ ਦੇ ਵਿੱਚ 550 ਸਾਲ ਪਹਿਲਾਂ ਜਿਹੜੀਆਂ ਗੱਲਾਂ ਲਿਖੀਆਂ ਨੇ। ਤੇ ਅੱਜ ਜਦੋਂ ਆਪਾਂ ਜਿਹੜੀ ਅੱਜ ਦਾ ਵਰਤਾਰਾ ਦੇਖਦੇ ਹਾਂ 21ਵੀਂ ਸਦੀ ਦੇ ਵਿੱਚ, ਜਿਹੋ ਜਿਹਾ ਅੱਜ ਇਹ ਬੰਦੇ ਹਾਈਪਰ ਹੋਏ ਨੇ, ਤਾਂ ਉਹਨਾਂ ਸਮਿਆਂ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਦਾ ਵਿਰੋਧ ਕੀਤਾ ਹੋਵੇਗਾ ਨਾ ਬੰਦਿਆਂ ਨੇ ਪਾਤਸ਼ਾਹਾਂ ਦਾ। ਤੇ ਫਿਰ ਸਾਡਾ ਆਪਣਾ ਆਪ ਮਨ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਝੁਕਦਾ ਹੈ, ਤੇ ਅਸੀਂ ਉਹਨਾਂ ਨੂੰ ਆਪਣੇ ਪਾਤਸ਼ਾਹ ਦੇ ਤੌਰ ਤੇ ਮੰਨਦੇ ਹਾਂ। ਪਰ ਇਹ ਬੰਦੇ ਜਿਹੜੇ ਆ ਇਹ ਇਲਜ਼ਾਮ ਲਾਉਣ ਤੇ ਜਿਹੜਾ ਆਪਣੇ ਬੇਬਸ ਹੋਏ ਪਏ ਨੇ ਇਸ ਵੇਲੇ ਕਿ ਕਿਸੇ ਤਰੀਕੇ ਨਾਲ ਕੋਈ ਇਲਜ਼ਾਮ ਲਾ ਕੇ ਭਾਈ ਰਣਜੀਤ ਸਿੰਘ ਹੋਣਾ ਨੂੰ ਜਿਹੜਾ ਆ ਸਿੱਟਿਆ ਜਾਵੇ। ਪਰ ਉਹ ਜਿਹੜਾ ਮੈਂ ਪਹਿਲਾਂ ਵੀ ਗੱਲ ਕਰਦਾ ਸੀਗਾ ਕਿ ਸੋਸ਼ਲ ਮੀਡੀਆ ਆਉਣ ਦੇ ਕਰਕੇ ਜਿਹੜੀ ਆਪਾਂ ਆਪਣੀ ਗੱਲ ਜਿਹੜੀ ਆ ਉਹ ਸਾਰਿਆਂ ਦੇ ਮੂਹਰੇ ਰੱਖ ਸਕਦੇ ਹਾਂ, ਜਿੱਦਾਂ ਹੁਣ ਆਪਾਂ ਆ ਅੱਜ, ਹਨਾ ਜੀ।
ਇੰਨਾ ਫਾਇਦਾ ਹੋ ਗਿਆ ਕਿ ਅੱਜ ਆਪਾਂ ਇੱਕ ਜਗ੍ਹਾ ਤੇ ਇਕੱਠੇ ਵੀ ਨਹੀਂ ਕੀਤੇ ਤਾਂ ਵੀ ਆਪਾਂ ਅੱਜ ਪ੍ਰੋਗਰਾਮ ਕਰ ਸਕਦੇ ਹਾਂ, ਕਿਉਂਕਿ ਅੱਜ ਸਾਧਨ ਜਿਹੜੇ ਆ ਉਹ ਇਸ ਤਰੀਕੇ ਨਾਲ ਬਣ ਗਏ ਨੇ। ਚਾਹੇ ਆਪਣਾ ਇਸ ਤਰੀਕੇ ਨਾਲ ਲਾਈਵ ਪਹਿਲਾ ਪ੍ਰੋਗਰਾਮ ਹੈ, ਸਰੋਤਿਆਂ ਨੂੰ ਵੀ ਅਸੀਂ ਦੱਸ ਦਈਏ ਕਿ ਅਸੀਂ ਕੋਸ਼ਿਸ਼ ਕਰਾਂਗੇ ਇਸੇ ਤਰੀਕੇ ਨਾਲ, ਜੇ ਸਾਡਾ ਅੱਜ ਜਿਹੜਾ ਐਕਸਪੈਰੀਮੈਂਟ ਹੈ ਉਹ ਸਫਲਾ ਹੋਇਆ ਤੇ ਅਸੀਂ ਅੱਗੇ ਦੀ ਅੱਗੇ ਇਸੇ ਤਰੀਕੇ ਨਾਲ ਪ੍ਰੋਗਰਾਮ ਕਰਾਂਗੇ, ਕਿਉਂਕਿ ਬਹੁਤ ਸਾਰੇ ਵੀਰ ਨੇ ਜਿਹੜੇ ਕੁਝ ਦੂਰ ਵੀ ਰਹਿੰਦੇ ਨੇ, ਉਹ ਪ੍ਰੋਗਰਾਮਾਂ 'ਚ ਹਿੱਸਾ ਜਿਹੜਾ ਉਹ ਲੈਣਾ ਚਾਹੁੰਦੇ ਨੇ। ਆਪਾਂ ਸਾਰਿਆਂ ਨੂੰ ਕਿਹਾ ਹੋਇਆ ਤੇ ਉਹ ਇਸੇ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਕੇ ਆਪਣੀ ਜਿਹੜੀ ਉਹ ਗੱਲਬਾਤ ਫਿਰ ਕਰ ਸਕਿਆ ਕਰਨਗੇ। ਤਾਂ ਉਹਨਾਂ ਨੂੰ ਏਦਾਂ ਟਰੈਵਲ ਕਰਕੇ ਆਉਣਾ ਜਾਣਾ ਦੀ ਜਿਹੜੀ ਤੰਗੀ ਹੁੰਦੀ ਹੈ ਉਸ ਤੋਂ ਇਹ ਵਿਗਿਆਨ ਨੇ ਸਾਡਾ ਜਿਹੜਾ ਹੈ ਛੁਟਕਾਰਾ ਕਰਾਇਆ, ਨਾ ਕਿ ਕਿਸੇ ਬਾਬੇ ਨੇ ਜਿੱਦਾਂ ਕਹਿ ਕੇ ਪੁਲ ਚੌੜਾ ਕਰਤਾ ਤਾਂ ਅਸੀਂ ਉੱਥੋਂ ਲੰਘ ਗਏ ਹਨਾ। ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਭਾਜੀ, ਤਾਂ ਗੱਲ ਅੱਜ ਜਿਹੜੀ ਆਪਾਂ ਸ਼ੁਰੂਆਤ ਜਿੱਥੋਂ ਆਪਾਂ ਕੀਤੀ ਸੀਗੀ ਕਿ ਜੋ 84 ਵੇਲੇ ਵਾਪਰਿਆ, ਪਹਿਲਾਂ 47 ਦੇ ਵਿੱਚ ਜਿਹੜੀ ਨਸਲਕੁਸ਼ੀ ਹੁੰਦੀ ਹੈ ਉਹਦੇ 'ਚ ਵੀ ਨੁਕਸਾਨ ਪੰਜਾਬ ਨੇ ਚੱਲਿਆ ਜਦੋਂ ਆ ਪਾਰਟੀਸ਼ਨ ਹੋਈ। ਨਾਲਾਇਕੀ ਉਸ ਵੇਲੇ ਵੀ ਸਾਡੇ ਆਗੂਆਂ ਦੀ ਨਿਕਲਦੀ ਸੀ, ਤੇ ਜਦੋਂ ਆਪਾਂ 84 ਦਾ ਵਰਤਾਰਾ ਜਿਹੜਾ ਦੇਖਦੇ ਹਾਂ, ਸਾਡੇ ਆਗੂਆਂ ਦੇ ਜਿਹੜੇ ਲਏ ਹੋਏ ਫੈਸਲੇ ਸੀਗੇ, ਉਹ ਬਾਅਦ ਦੇ ਵਿੱਚ ਕੌਮ ਦੇ ਨਾਲ ਕਿੰਨਾ ਕੁ ਉਹਨਾਂ ਨੇ ਨਿਆਂ ਕੀਤਾ, ਉਹ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਬੰਦੇ ਉਸ ਵੇਲੇ ਕਹਿੰਦੇ ਸੀ ਹਥਿਆਰ ਚੱਕਣੇ ਜਾਇਜ਼ ਹੈ, ਹਥਿਆਰ ਚੱਕ ਕੇ ਤੁਸੀਂ ਆਪਣੇ ਹੱਕ ਲੈ ਸਕਦੇ ਹੋ, ਤੇ ਅੱਜ ਉਹ ਬੰਦੇ ਸਰਕਾਰਾਂ ਦੇ ਨਾਲ ਰਲ ਕੇ ਚੱਲ ਰਹੇ ਨੇ, ਸਰਕਾਰਾਂ ਦੇ ਤਲਵੇ ਚੱਟ ਰਹੇ ਨੇ। ਕਾਦੇ ਲਈ? ਕਿ ਸਿਰਫ ਉਹਨਾਂ ਨੂੰ ਜਿਹੜੀਆਂ ਆ ਉਹਨਾਂ ਦੀ ਜਿਹੜੀ ਪਾਵਰ ਹੈ ਉਹ ਕਾਇਮ ਰਹਿ ਸਕੇ। ਸਾਰੇ ਜਿਹੜੇ ਬੰਦੇ ਆ ਜਿਨ੍ਹਾਂ ਦੇ ਉੱਤੇ ਅੱਜ ਹਨਾ ਕਈ 100 ਕਤਲਾਂ ਦੇ ਮੁਕੱਦਮੇ ਜਿਨ੍ਹਾਂ ਦੇ ਉੱਤੇ ਦਰਜ ਸੀਗੇ, ਉਹ ਵੀ ਬੰਦੇ ਬਰੀ ਹੋਏ ਬੈਠੇ। ਫਿਰ ਜਦੋਂ ਇਹ ਸਵਾਲ ਪੁੱਛਦੇ ਆ ਤਾਂ ਫਿਰ ਬਹੁਤ ਹਾਹਾਕਾਰ ਮਚਦੀ ਹੈ। ਹਾਂਜੀ ਦਿਲਜਾਨ ਸਿੰਘ। ਹਾਂਜੀ ਵੀਰ ਜੀ, ਇਹਦੇ ਵਿੱਚ ਮੈਂ ਇੱਕ ਗੱਲ ਇੰਨੀ ਕੁ ਜ਼ਰੂਰ ਐਡ ਕਰਨਾ ਚਾਹੁੰਦਾ, ਕਿਉਂਕਿ ਜਦੋਂ ਆਪਾਂ 1978 ਦੀ ਗੱਲ ਕਰਦੇ ਹਾਂ ਜਾਂ 84 ਦੀ ਗੱਲ ਕਰਦੇ ਹਾਂ, ਤਾਂ ਉੱਥੇ ਆਪਾਂ ਨੂੰ ਇਹ ਪੁਆਇੰਟ ਜ਼ਰੂਰ ਯਾਦ ਰੱਖਣਾ ਚਾਹੀਦਾ ਵੀ ਉਸ ਟਾਈਮ ਜਿਹੜੇ ਨਿਰੰਕਾਰੀ ਖੜੇ ਕੀਤੇ ਗਏ ਨੇ ਉਹ ਸਰਕਾਰ ਵੱਲੋਂ ਖੜੇ ਕੀਤੇ ਗਏ ਨੇ ਕਿ ਗੁਰੂ ਨਾਨਕ ਦੀ ਸਹੀ ਸੋਚ ਸਾਡੇ ਤੱਕ ਨਾ ਪਹੁੰਚ ਸਕੇ। ਹਾਂਜੀ। ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਉਹੀ ਗੱਲ ਨੂੰ ਨੋਟਿਸ ਕਰਦੇ ਹਾਂ, ਤੇ ਹੁਣ ਵੀ ਸਰਕਾਰ ਉਹਨਾਂ ਨਾਲ ਹੀ ਖੜੀ ਆ ਜਿਹੜੇ ਜਾਣੀ ਕਿ ਨਿਰਮਲਿਆਂ ਦਾ ਪੰਥ ਚਲਾ ਰਹੇ ਨੇ, ਜਿਹੜੀ ਆਪਾਂ ਨੂੰ ਮਰਿਆਦਾ ਜੋ ਵੀ ਕੁਝ ਦੱਸ ਰਹੇ ਨੇ, ਬ੍ਰਹਮ ਕਵਚ ਜਾਂ ਕਿਸੇ ਵੀ ਬਾਰੇ ਨੌਲੇਜ ਦੇ ਰਹੇ ਨੇ, ਸਿੱਖ ਇਤਿਹਾਸ ਬਾਰੇ ਨੌਲੇਜ ਦੇ ਰਹੇ ਨੇ, ਉਹ ਨਿਰਮਲੇ ਹੀ ਸਾਨੂੰ ਗਾਈਡ ਕਰ ਰਹੇ ਨੇ। ਪਰ ਅਸੀਂ ਬਲਿਹਾਰੇ ਜਾਂਦੇ ਆ ਭਾਈ ਸਾਹਿਬ ਤੇ, ਜਿਨ੍ਹਾਂ ਨੇ ਜਾਣੀ ਕਿ ਉਸ ਪਿਛਲੇ ਐਪੀਸੋਡ 'ਚ ਤੁਸੀਂ ਜ਼ਿਕਰ ਕੀਤਾ ਸੀ ਨਾ ਵੀ ਘੱਟਾ ਪਿਆ ਹੋਇਆ ਜਿਹੜਾ ਭਾਈ ਸਾਹਿਬ ਜੀ ਸਾਫ਼ ਕਰਦੇ ਨੇ, ਵੀ ਭਾਈ ਸਾਹਿਬ ਨੇ ਉਹ ਸਾਫ਼ ਕੀਤਾ, ਘੱਟਾ ਉਹ ਲਾਇਆ ਆਪਣੇ ਤੋਂ। ਹੁਣ ਇਹੀ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਵੀ ਇਹ ਕੋਈ ਹੋਰ ਨਹੀਂ, ਇਹ ਸਰਕਾਰ ਹੀ ਆ, ਕਿਉਂਕਿ ਸਰਕਾਰ ਕਦੇ ਵੀ ਗੁਰੂ ਨਾਨਕ ਦਾ ਜਿਹੜਾ ਪ੍ਰਚਾਰ ਆ ਉਹ ਸਿੱਖਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਣਾ ਚਾਹੁੰਦੀ, ਉਹ ਉਲਝਾ ਕੇ ਰੱਖਣਾ ਚਾਹੁੰਦੀ ਆ। ਹਰ ਉਹਨਾਂ ਨੇ ਹੀਲਾ ਉਹ ਵਰਤਣਾ ਜਿੱਥੇ ਉਹਨਾਂ ਕੋਲ ਇਹ ਗੱਲ ਹੋਵੇ ਵੀ ਜਿਹੜੇ ਸਿੱਖ ਨੇ ਉਹ ਕਿ ਹਿੰਦੂਆਂ ਨੂੰ ਬਚਾਉਣ ਵਾਸਤੇ ਹੀ ਬਣਾਏ ਗਏ ਨੇ, ਹਿੰਦੂਆਂ ਨੂੰ ਬਚਾਉਣ ਵਾਸਤੇ ਹੀ ਤਿਆਰ ਕੀਤੇ ਗਏ ਨੇ। ਸਿੱਖਾਂ ਦਾ ਆਪਣਾ ਕੋਈ ਟੀਚਾ ਨਹੀਂ। ਆਪਾਂ ਕੋਈ ਵੀ ਇਹਨਾਂ ਦੀ ਕਹਾਣੀ ਦੇਖ ਲਈਏ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸਾਕਾ ਆਪਾਂ ਦੇਖ ਲਈਏ, ਤਾਂ ਵੀ ਉੱਥੇ ਇਹੀ ਦੱਸਿਆ ਗਿਆ ਵੀ ਹਾਂਜੀ ਹਿੰਦੂਆਂ ਦਾ ਜਨੇਊ ਲਾਉਣਾ ਸੀ। ਈਵਨ ਕਿ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਪਾਤਸ਼ਾਹੀ ਨੇ ਤਾਂ ਜਨੇਊ ਪਾਉਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਵੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਸਾਡੇ ਪਾਤਸ਼ਾਹ ਜਨੇਊ ਬਚਾਉਣ ਨੂੰ ਕਿ ਅਸੀਂ ਇਸ ਕਿਉਂ ਦੇਣ ਚਲੇ ਗਏ, ਉਹ ਗੱਲ ਤਾਂ ਉਹੀ ਹੈ ਨਾ। ਹਾਂਜੀ ਬਿਲਕੁਲ ਇਹੀ ਬਣਾ ਕੇ ਪੇਸ਼ ਕਰ ਰਹੀ ਹੈ ਗੱਲ। ਹਾਂਜੀ ਭਾਜੀ, ਕਿਉਂਕਿ ਗੱਲ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਦਲਜਾਨ ਸਿੰਘ ਨੇ ਮੈਂਸ਼ਨ ਕੀਤਾ ਕਿ ਉਹ ਇੱਕ ਮੁੰਡੇ ਨੇ ਜਿਹੜਾ ਭਾਈ ਸਾਹਿਬ ਦੇ ਨਾਲ ਫੋਟੋ ਜਿਹਨੇ ਕਮੈਂਟ ਕੀਤਾ ਸੀ, ਹਾਂਜੀ ਉਹਦੀ ਭਾਵਨਾ ਕੁਝ ਹੋਰ ਹੋ ਸਕਦੀ ਆ। ਹਾਂਜੀ ਉਹ ਤਾਂ ਹਾਂ, ਜੇ ਤਾਂ ਉਹਦੀ ਕੁਝ ਭਾਵਨਾ ਹੋਰ ਸੀ ਉੱਥੇ ਕਮੈਂਟ ਕਰਨ ਦੀ, ਕੁਝ ਸਵਾਲ ਪੁੱਛਣ ਦੀ, ਕਿਉਂਕਿ ਥੋੜਾ ਜਿਹਾ ਵੀ ਉੱਤੇ ਬਿੰਦੀ ਟਿੱਪੀ ਦਾ ਵੀ ਫਰਕ ਪੈ ਜੇ ਨਾ ਜੀ, ਤਾਂ ਉਹਦੇ ਜੇ ਕੋਮਾ ਵੀ ਨਹੀਂ ਲੱਗਾ ਤੇ ਤਾਂ ਵੀ ਮਤਲਬ ਗੱਲ ਬਦਲ ਜਾਂਦੀ ਆ। ਜਿੱਦਾਂ ਗੱਲ ਬਦਲ ਜਾਂਦੀ ਹੈ, ਬਿਲਕੁਲ ਅੰਤ ਦਾ ਕੋਈ ਫਰਕ ਨਹੀਂ ਹੈਗਾ, ਇੱਕ ਬਿੰਦੀ ਟਿੱਪੀ ਦਾ ਫਰਕ ਵਾ। ਰੋਕੋ ਮਤ ਜਾਣੇ ਦੋ, ਰੋਕੋ ਮਤ ਜਾਣੇ ਦੋ ਸ਼ਬਦ ਸਾਰਾ ਹੀ ਬਦਲ ਗਿਆ। ਦੇਖੋ ਜੇ ਤਾਂ ਸਿਰਫ ਉਹਦੇ ਕੋਲ ਇਹੋ ਜਿਹੀ ਕੋਈ ਗਲਤੀ ਹੋਈ ਆ, ਫਿਰ ਤਾਂ ਇਹਨਾਂ ਨੂੰ ਸਾਡੇ ਜਿਹੜੇ ਸੀਨੀਅਰ ਆ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ। ਬਿਲਕੁਲ ਹਾਂਜੀ। ਉਹਦੀ ਅਟੈਂਸ਼ਨ ਇਹ ਆ ਵੀ ਉਹਨੇ ਜਾਣ ਬੁੱਝ ਕੇ ਗੁਰੂ ਪਾਤਸ਼ਾਹ ਨੂੰ ਇਦਾਂ ਲਿਖਿਆ, ਫਿਰ ਤਾਂ ਜਿਹੜੀ ਮਰਜ਼ੀ ਸਜ਼ਾ ਜੋ ਬਣਦੀ ਮਤਲਬ ਡੈਮੋਕ੍ਰੇਸੀ ਦੇ ਵਿੱਚ ਬਣਦੀ ਆ, ਸਜ਼ਾ ਨੂੰ ਹਰ ਇੱਕ ਬੰਦੇ ਉਹਨੂੰ ਮਿਲਣੀ ਚਾਹੀਦੀ। ਇਹ ਨਹੀਂ ਕਿ ਉਹਨੂੰ ਵੀ ਇਕੱਲੇ ਨੂੰ ਮਿਲਣੀ ਚਾਹੀਦੀ। ਇੱਥੋਂ ਤੱਕ ਵੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਈਆਂ ਕਿਤਾਬਾਂ ਵਿੱਚ ਡਾਕੂ ਲਿਖਿਆ ਹੈ। ਹਾਂਜੀ, ਹਿੰਦੀ ਦੀਆਂ ਕਿਤਾਬਾਂ ਦੇ ਵਿੱਚ ਡਾਕੂ ਲਿਖਿਆ। ਉਦੋਂ ਕੋਈ ਪਰਚਾ ਨਹੀਂ ਅਜੇ ਤੱਕ ਹੋਇਆ। ਉਦੋਂ 195 ਕੋਈ ਧਾਰਾ ਨਹੀਂ ਅਜੇ ਤੱਕ ਲੱਗੀ। ਦੇਖੋ ਹੁਣ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਨਾ, ਸੋਸ਼ਲ ਮੀਡੀਆ ਦੀ ਗੱਲ ਵਾ,
ਇਹਦੇ ਜਵਾਬ ਸਾਨੂੰ ਅੱਜ ਨਹੀਂ ਕੱਲ ਨੂੰ ਦੇਣੇ ਪੈਣੇ। ਅਸੀਂ ਜਿਹੜੀਆਂ 84 ਵੇਲੇ ਵੀ ਨਾ ਹੱਥਾਂ ਨਾਲ ਦਿੱਤੀਆਂ ਤੇ ਮੂੰਹ ਨਾਲ ਖੋਲਣੀਆਂ ਪੈ ਰਹੀਆਂ। ਹਾਂਜੀ ਜਿਹੜੀ 295 ਧਾਰਾ ਲਾ ਕੇ ਜਿਹੜੀ ਹੱਥਾਂ ਨਾਲ ਦੇ ਕੇ ਮੂੰਹ ਨਾਲ ਸਾਨੂੰ ਖੋਲਣੀਆਂ ਪੈਣਗੀਆਂ ਤੇ ਤੁਸੀਂ ਦੇਖ ਲਿਓ। ਬਿਲਕੁਲ ਏਦਾਂ ਹੋਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੋਈ ਬੰਦਾ ਉਂਗਲ ਖੜੀ ਕਰਕੇ ਦੱਸੇ ਵੀ ਕਿਹੜੇ ਧਰਮ ਦੇ ਵਿੱਚ ਜਿਹੜਾ ਪਖੰਡ ਹੋ ਰਿਹਾ ਸੀ ਗੁਰੂ ਸਾਹਿਬਾਂ ਨੇ ਜੀ ਤੇ ਉਟੰਕਣ ਨਹੀਂ ਕੀਤਾ। ਹਾਂਜੀ ਭਗਤ ਸਾਹਿਬਾਂ ਨੇ ਉਟੰਕਣ ਨਹੀਂ ਕੀਤਾ। ਹਾਂਜੀ ਇੱਥੋਂ ਤੱਕ ਤੁਸੀਂ ਦੇਖੋ ਕਿ ਤੁਰਕ ਕੀਏ ਸੁਨਤ ਕੀਏ ਤੁਰਕ ਜੇ ਹੋਏਗਾ, ਕਹਿੰਦੇ ਔਰਤ ਕਾ ਕਿਆ ਕਰੀ ਹੈ। ਬਿਲਕੁਲ ਹਾਂਜੀ ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ। ਤੁਸੀਂ ਇੱਥੋਂ ਤੱਕ ਦੇਖੋ ਕਿ ਜਿਹੜੇ ਆਪਣੇ ਜੈਨੀ ਵੀਰ ਆ ਉਹਨਾਂ ਬਾਰੇ ਵੀ ਗੁਰੂ ਸਾਹਿਬ ਨੇ ਵਿੱਚ ਮੈਂਸ਼ਨ ਕੀਤਾ ਕਿ ਫੂਲ ਫਦੀਹਤ ਮੋਹ ਲੈਣ ਪੜਾਸਾਂ ਪਾਣੀ ਦੇਖ ਸਗਾਈ। ਕਿ ਜਿਹੜੇ ਜੈਨੀ ਆ ਨਾ ਉਹ ਆਪਣਾ ਜਦੋਂ ਵਿਸਟਾ ਕਰਦੇ ਆ ਉਹਨੂੰ ਫੋਲਦੇ ਵੀ ਉਹਦੇ ਵਿੱਚ ਕੋਈ ਕੀੜਾ ਤਾਂ ਨਹੀਂ, ਕੀੜਾ ਨਾ ਮਰ ਜਾਵੇ, ਪਾਈਪ ਲੱਗੂ। ਗੁਰੂ ਸਾਹਿਬਾਂ ਨੇ ਉਹਨਾਂ ਤੇ ਵੀ ਉਟੰਕਣ ਕੀਤਾ ਵਾ। ਤੁਸੀਂ ਦੇਖੋ ਇੱਕ ਉਦੋਂ ਇੰਨਾ ਤੀਰਥਾਂ ਨੂੰ ਮੰਨਦੇ ਗੁਰੂ ਨਾਨਕ ਸਾਹਿਬ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਕਿੱਡੀ ਵੱਡੀ ਚੋਟ ਮਾਰੀ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਹਨਾਂ ਦਾ ਦਿਲ ਨਾ ਟੁੱਟਾ ਹੋਊਗਾ। ਹਾਂਜੀ ਦੇ ਪਾਂਡੇ ਤੁਮਰਾ ਮਹਾਚੰਦ ਕਹਿੰਦੇ ਸੋ ਵੀ ਆਵਤ ਦੇਖਿਆ ਥਾ। ਮਤਲਬ ਜਿਹਨੂੰ ਉਹ ਰੱਬ ਮੰਨਦੇ ਸੀ। ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ। ਰਾਵਣ ਸੇਤੀ ਸਰਬਰ ਹੋਈ ਘਰ ਕੇ ਜੋਏ ਗਵਾਈ ਥੀ। ਹਾਂਜੀ ਹਿੰਦੂ ਅੰਨਾ ਤੁਰਕੂ ਕਾਣਾ ਦੋਨਾਂ ਤੇ ਗਿਆਨੀ ਸਿਆਣਾ। ਤੁਸੀਂ ਕਿੰਨੇ ਮੈਂ ਕਹਿੰਦਾ ਵੀ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾਡੇ ਦੂ। ਦੇਖੋ ਕਿੱਡਾ ਵੱਡਾ ਪੰਡਤ ਮੁੱਲਾ ਛਾਡੇ ਦੂ। ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲਿਆ ਮੈਂ ਕਛੂ ਨਾ ਲਿਆ। ਕਿੰਨੀ ਤਕੜੀ ਤਰਕ ਵਾਲੀਆਂ ਗੱਲਾਂ ਵਾ। ਜਿੱਦਣ ਅਸੀਂ ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲਖਵਾਰ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਰੰਭ ਦੇ ਵਿੱਚ ਇਹ ਪੜਾਂਗੇ ਨਾ ਤੇ ਜਦੋਂ ਲੋਕ ਤੀਰਥਾਂ ਦੇ ਨਹਾ ਕੇ ਸੁੱਚੇ ਹੁੰਦੇ ਸੀ ਤੇ ਉਹਨਾਂ ਦੀ ਆਸਥਾ ਨੂੰ ਕਿੰਨੀ ਸੱਟ ਵੱਜੀ ਹੋਊਗੀ। ਹਾਂਜੀ ਜਿਹੜੇ ਪਾਥਰ ਦੇ ਉੱਤੇ ਇੰਨੀ ਆਪਣੀ ਆਸਥਾ ਰੱਖਦੇ ਸੀ। ਇੱਕ ਹੈ ਪਾਥਰ ਧਰੀਏ ਪਾਓ ਭਾਓ ਦੂਜੇ ਪਾਥਰ ਧਰੀਏ ਪਾਓ। ਜੇ ਉਹ ਦਿਓ ਤਾਂ ਉਹ ਵੀ ਦਿਓ। ਕਹਿੰਦੇ ਜੇ ਇਹ ਦੇਵਤਾ ਤੇ ਉਹ ਨਹੀਂ ਦੇਵਤਾ। ਉਹ ਵੀ ਦੇਵਤਾ ਹੀ ਆ। ਜਿੱਦਣ ਉਹਨਾਂ ਨੇ ਇਹ ਕਿਹਾ ਨਾ ਵੀ ਇਹ ਗੱਲਾਂ ਕਿਉਂ ਲਿਖੀਆਂ ਵਾ। ਜਦੋਂ ਹਿੰਦੂ ਧਰਮ ਦੇ ਵਿੱਚ ਜਦੋਂ ਦੇਵੀ ਨੂੰ ਭੋਗ ਲਾਉਂਦੇ ਆ ਨਾ ਜੀ। ਹਾਂਜੀ ਉਦੋਂ ਇੱਕ ਨਾ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਆ ਬੜਾ ਵਧੀਆ। ਕਹਿੰਦੇ ਭਾਤ ਪਹਿਤ ਅਰ ਲਾਪਸੀ। ਇੱਕ ਨਾ ਕਹਿੰਦੇ ਕੜਾਹ ਜਿਹਾ ਬਣਾਉਂਦੇ ਆ ਉਹ। ਅੱਛਾ ਜੀ ਲਾਪਸੀ ਕਹਿੰਦੇ ਮਤਲਬ ਕਈਆਂ ਚੀਜ਼ਾਂ ਮਿਲਾ ਕੇ ਤੇ ਭਾਤ ਪਹਿਤ ਅਰ ਲਾਪਸੀ ਕਹਿੰਦੇ ਕਰਕਰਾ ਕਸਾਰ। ਇੱਕ ਨਾ ਉਹ ਪੰਜੀਰੀ ਜੀ ਬਣਾ ਲੈਂਦੇ ਆ ਕੜਾਹ ਜਿਹਾ ਬਣ ਕੇ ਸਾਰਾ। ਤੇ ਕਹਿੰਦੇ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ। ਕਹਿੰਦੇ ਉਹ ਸਾਰਾ ਜਿਹੜਾ ਮੂਰਤੀ ਵਾਸਤੇ ਬਣਾ ਕੇ ਭੋਗ ਲਵਾਉਣ ਲਈ ਲਿਆ ਸੀ ਨਾ ਉਹ ਸਾਰਾ ਹੀ ਪੰਜਾਬੀ ਖਾ ਲਿਆ। ਤੇ ਮੂਰਤੀ ਦੇ ਮੂੰਹ ਛੁਆ ਕੇ ਨਾ ਉਹਨੇ ਰੱਖਤਾ ਤੇ ਬਾਕੀ ਸਾਰਾ ਪੁਜਾਰੀ ਖਾ ਕੇ ਤੇ ਮੂਰਤੀ ਦੇ ਮੂੰਹ ਨੂੰ ਮੁੜ ਕੇ ਉਹਨੇ ਚੰਗੀ ਤਰ੍ਹਾਂ ਸਵਾਹ ਨਾ ਮਾਂਜਾ ਵੀ ਕਿਤੇ ਕੀੜੀਆਂ ਨਾ ਚੜ ਜਾਣ। ਇਹ ਇਦਾਂ ਦੇ ਉਟੰਕ ਇਦਾਂ ਦੇ ਮਤਲਬ ਜਦੋਂ ਕਹਿੰਦੇ ਨਾ ਵੀ ਪਖਾਨ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ। ਹਾਂਜੀ ਮੂਰਤ ਸਾਚੀ ਹੈ ਤੇ ਗੜਨ ਹਾਰੇ ਖਾਓ। ਜਦੋਂ ਉਹਨਾਂ ਸਾਡੇ ਤੇ ਸਵਾਲ ਕਰਤੇ ਨਾ ਅੱਜ ਤਾਂ ਅਸੀਂ ਬੜੇ ਖੁਸ਼ ਹੋ ਰਹੇ ਵੀ 295 ਲਵਾਤੀ ਉਹਨੂੰ ਨੰਗਾ ਕਰਤਾ ਉਹਨੂੰ ਫਲਾਨਾ ਕਰਤਾ ਉਹਨੂੰ ਢੀਂਗਾ ਕਰਤਾ। ਜਿੱਦਣ ਸਾਡੇ ਕੋਲ ਉਹਨਾਂ ਨੇ ਇਹ ਸਵਾਲ ਸਾਡੇ ਤੇ ਲੱਗਣ ਗੱਲਾਂ ਹੋਈਆਂ ਜਿਹੜੇ ਅੱਜ ਸਾਡੇ ਆ ਵੀਰ ਜਿਹੜੇ ਜਿਨ੍ਹਾਂ ਦਾ ਕਰਕੇ ਉਹ ਭਾਈ ਸਾਹਿਬ ਨਹੀਂ ਕਹਿੰਦੇ ਹੁੰਦੇ ਵੀ ਜਿਨ੍ਹਾਂ ਮੈਨੂੰ ਜਦੋਂ ਮੈਂ ਕਹਿੰਦੇ ਬਾਬਿਆਂ ਦੇ ਵਿੱਚ ਜਦੋਂ ਮੈਂ ਇਹਨਾਂ ਦੀਆਂ ਵੀਡੀਓ ਕੈਸਟ ਸੁਣਨੀਆਂ ਜਾਂ ਇਹਨਾਂ ਦੀਆਂ ਟੇਪਾਂ ਸੁਣਨੀਆਂ ਤੇ ਮੈਨੂੰ ਬੜਾ ਅੰਦਰੋਂ ਮੋਟੀਵੇਸ਼ਨ ਹੋਣੀ ਵੀ ਮਤਲਬ ਯਾਰ ਵਾਕਿਆ ਹੀ ਮਤਲਬ ਵੀ ਇਹ ਗੱਲ ਤਾਂ ਸੱਚੀ ਆ ਵੀ ਸਾਡਾ ਰਸਤਾ ਜਿਹੜਾ ਵਾ ਵੀ ਇਹ ਕਿਸੇ ਮਤਲਬ ਵੀ ਵਧੀਆ ਰਸਤੇ ਵੱਲ ਨਹੀਂ ਜਾ ਰਿਹਾ। ਤੇ ਉਹੀ ਜਿਹੜੇ ਜਾਗਰੂਕ ਆ ਉਹੀ ਜਿਹੜੇ ਹੋਣਾ ਉਹ ਕਹਿੰਦੇ ਵੀ ਤੂੰ ਕਿੱਧਰ ਗਾਂ ਵੱਧਦਾ ਜਾਂਦਾ ਤੂੰ ਵੀ ਪਿੱਛੇ ਡਿੱਗ ਸਾਡੇ ਵਾਂਗੂ ਵੀ ਅਸੀਂ ਤੇ ਕਿਸੇ ਮਕਸਦ ਵਾਸਤੇ ਬੋਲਦੇ ਹਾਂ। ਏਦਾਂ ਥੋੜੀ ਵੀ ਅਸੀਂ ਕਹੀ ਜਾਂਦੇ ਵੀ ਸਾਰੇ ਤਾਂ ਸੱਚ ਬੋਲੀ ਜਾ। ਅਸੀਂ ਤਾਂ ਸਟੇਜ ਤੇ ਕੁਝ ਹੋਰ ਹੀ ਆਪਣੇ ਬੰਦਿਆਂ 'ਚ ਕੁਝ ਹੋਰ ਬੋਲ ਦਿੰਦੇ ਆ। ਤੇ ਇਹ ਗੱਲ ਵਾ ਜਦੋਂ 295 ਲੱਗਣੀ ਆ ਨਾ ਤੇ ਉਦੋਂ ਮਤਲਬ ਸਾਨੂੰ ਮਤਲਬ ਵੀ ਫਿਰ ਜਿਹੜਾ ਮਰਜ਼ੀ ਧਰਮ ਹੋਵੇ ਜਿੱਦਾਂ ਦੂਤ ਬਛੜੇ ਥਨੇ ਬਟਾਰਿਓ ਏਦਾਂ ਮਤਲਬ ਜਿਹੜੀਆਂ ਏਦਾਂ ਦੇ ਉਟੰਕਣ ਜਦੋਂ ਆਏ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵਾ ਇੱਕ ਨਹੀਂ ਮੈਂ ਕਹਿੰਦਾ ਜਿੰਨੇ ਹਜ਼ਾਰਾਂ ਹੀ ਜਿਹੜੇ ਆ ਮਤਲਬ ਕਿ ਇਹਦੇ ਵਿੱਚ ਗੁਰਬਾਣੀ ਦੇ ਵਿੱਚ ਉਟੰਕਣ ਹੈਗੇ ਆ ਜਿਹੜੇ ਦੂਸਰੇ ਧਰਮ ਦੇ ਵੀ ਕਹਿੰਦੇ ਜਿਹੜੀਆਂ ਚੱਲਦੀਆਂ ਰੀਤਾਂ ਸੀ
ਇਸੇ ਕਰਕੇ ਪਾਤਸ਼ਾਹ, ਅਸੀਂ ਆਪਣੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਆ ਵੀ ਉਸ ਟਾਈਮ ਤੇ ਡਿਕਟੇਟਰਸ਼ਿਪ ਦੇ ਹੁੰਦੇ ਆ ਵੀ ਮਤਲਬ ਇਦਾਂ ਖੜ ਗਏ, ਥੰਮ ਬਣ ਗਏ ਅਗਲੇ ਦੇ ਅੱਗੇ। ਇਹ ਨਹੀਂ ਵੀ ਜਿਹੜੀ ਧੋਤੀ ਬਾਣੀ ਆ ਨਾ, ਉਹ ਇਹ ਨਹੀਂ ਸਾਡੇ ਉਹ ਵੀ ਸਟੇਜ ਤੇ ਕੁਛ ਹੋ ਰਹੀ ਤੇ ਘਰ ਕੁਛ ਹੋ ਰਹੀ ਤੇ ਬੰਦਿਆਂ 'ਚ ਕੁਛ ਹੋ ਰਹੀ। ਉਹੀ ਗੱਲ ਕਹੀ ਜੋ ਧੁਰਦੀ ਸੀ, ਅੰਦਰੋਂ ਨਿਕਲੀ ਸੀ, ਉਹੀ ਅੰਦਰ, ਉਹੀ ਇੱਥੇ ਕੀਤੀ ਤੇ ਉਹੀ ਗੱਲ ਬਾਹਰ ਕੀਤੀ। ਉਹੀ ਧੁਰ ਕੀ ਬਾਣੀ ਸਾਡੇ ਵਾਸਤੇ ਅੱਜ ਬਣੀ ਆ, ਜਿਹਨੂੰ ਅਸੀਂ ਅੱਜ ਮੱਥਾ ਟੇਕਦੇ, ਜਿਹਨੂੰ ਅਸੀਂ ਅੱਜ ਸੀਸ ਨਵਾਉਂਦੇ ਆ, ਜਿੱਤੋਂ ਅਸੀਂ ਮੋਟੀਵੇਸ਼ਨ ਲੈਂਦੇ ਆ, ਜਿੱਤੋਂ ਅਸੀਂ ਸਿੱਖਿਆ ਲੈਂਦੇ ਆ, ਜਿਹਨੂੰ ਅਸੀਂ ਸ਼ਬਦ ਗੁਰੂ ਕਹਿੰਦੇ ਆ, ਉਹੀ ਸਾਡੇ ਵਾਸਤੇ ਬਿਲਕੁਲ। ਹਾਂਜੀ, ਇਸ ਕਰਕੇ ਇਹ ਆ ਵੀ ਸਾਨੂੰ ਇਸ ਚੀਜ਼ ਬਾਰੇ ਸੋਚਣਾ ਪਊਗਾ ਵੀ 295 ਧਾਰਾ ਲਵਾ ਕੇ ਅਸੀਂ ਅੱਜ ਤਾੜੀਆਂ ਮਾਰਦੇ ਆ ਵੀ ਉਹਨੂੰ ਮਤਲਬ ਉਹ ਦੇਖਣਾ ਪਊਗਾ ਵੀ ਉਹਨੇ ਕਿੱਥੇ, ਕਾਹਦਾ ਕਰਕੇ, ਕਿਉਂ ਕੀਤਾ ਵਾ ਇਹ ਕਮੈਂਟ। ਕਿਉਂਕਿ ਫਿਰ ਸਾਰੀਆਂ ਗੱਲਾਂ। ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਮੈਂ ਇਹਦੇ ਵਿੱਚ ਇੱਕ ਗੱਲ ਭਾਈ ਸਾਹਿਬ ਦੀ ਜ਼ਰੂਰ ਵਿੱਚ ਐਡ ਕਰਨਾ ਚਾਹਾਂਗਾ। ਜਿੱਦਾਂ ਭਾਈ ਸਾਹਿਬ ਨੇ ਨਾ ਪਿਛਲੇ ਦੀਵਾਨ ਦੇ ਵਿੱਚ ਇੱਕ ਜ਼ਿਕਰ ਕੀਤਾ ਸੀ ਵੀ ਜਿਹੜੀ ਕੋਇਲ ਆ ਉਹ ਆਪਣਾ ਘੋਂਸਲਾ ਨਹੀਂ ਬਣਾਉਂਦੀ, ਉਹ ਕਾਂ ਦੇ ਘੋਂਸਲੇ ਦੇ ਵਿੱਚ ਆਪਣਾ ਅੰਡਾ ਦਿੰਦੀ ਹੈ ਤੇ ਮੁੜ ਕੇ ਕਾਂ ਸਾਰੇ ਟਾਈਮ, ਜਿੰਨਾ ਟਾਈਮ ਤੱਕ ਉਹ ਆਂਡੇ ਦੇ ਵਿੱਚੋਂ ਨਹੀਂ ਨਿਕਲਦਾ ਉਹਨਾਂ ਟਾਈਮ ਤੱਕ ਸਾਰਾ ਕਾਂ ਦੇਖਭਾਲ ਕਰਦੀ ਆ। ਇਹ ਹੁਣ ਆਪਾਂ ਨੂੰ ਸਿੱਖਾਂ ਨੂੰ ਇਹ ਗੱਲ ਵਿਚਾਰਨਾ ਪੈਣਾ ਵੀ ਜਿਹੜਾ ਹੁਣ ਤੱਕ ਸਾਡੇ ਦੇ ਵਿੱਚ ਇਹ ਪ੍ਰਚਾਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਾਈਡ ਤੇ ਰੱਖ ਕੇ ਜਿਹੜਾ ਸਾਨੂੰ ਅੰਡਾ ਦਿੱਤਾ ਗਿਆ, ਉਹ ਕਿਹਨਾਂ ਦਾ ਦਿੱਤਾ ਗਿਆ। ਹੁਣ ਤੱਕ ਅਸੀਂ ਜਿਹੜੀਆਂ ਸੰਪਰਦਾਵਾਂ ਨੂੰ ਮੰਨ ਕੇ ਚੱਲਦੇ ਆਏ ਆ, ਜਾਂ ਜੋ ਵੀ ਵਿਸ਼ੇ ਵਿਚਾਰਾਂ ਨੂੰ ਮੰਨ ਕੇ ਆਏ ਆ, ਵੀ ਉਹ ਦਿੱਤੀਆਂ ਸਾਨੂੰ ਕਿਹਨੇ ਦਿੱਤੀਆਂ ਗਈਆਂ ਨੇ। ਭਾਈ ਸਾਹਿਬ ਜੀ ਦਾ ਮੇਨ ਮਹੱਤਵਪੂਰਨ ਤਾਂ ਇਹੀ ਆ ਨਾ, ਸਾਨੂੰ ਦੱਸਣਾ ਵੀ ਗੁਰੂ ਨਾਨਕ ਦੇਵ ਜੀ ਸਾਨੂੰ ਕਹਿ ਕੀ ਰਹੇ ਨੇ। ਹੁਣ ਭਾਈ ਗੁਰਮੇਲ ਸਿੰਘ ਜੀ ਨੇ ਇੰਨੀਆਂ ਗੁਰਬਾਣੀ ਦਾ ਇਹਨਾਂ ਕੋਲ ਹੈਗਾ ਖਜ਼ਾਨਾ, ਇਹਨਾਂ ਨੇ ਕੱਲੀ ਕੱਲੀ ਤੁਕ ਦੱਸੀ ਆ। ਹੁਣ ਕੱਲੀ ਕੱਲੀ ਤੁਕ ਦੱਸੀ ਆ, ਪਰ ਜਿਹੜਾ ਆਮ ਬੰਦਾ ਜਿਹੜਾ ਇੱਕ ਫੈਕਟਰੀ 'ਚ ਜਾਂਦਾ, ਕੰਮ ਕਰਕੇ ਕਰਦਾ, ਕੰਮ ਕਰਕੇ ਵਾਪਸ ਘਰ ਨੂੰ ਆਉਂਦਾ, ਉਹ ਇਹ ਚੀਜ਼ਾਂ ਥੋੜਾ ਪੜ੍ਹ ਸਕਦਾ। ਉਹਨੂੰ ਤਾਂ ਇਹ ਚੀਜ਼ਾਂ ਬਾਰੇ ਕੁਛ ਪਤਾ ਹੀ ਨਹੀਂ ਆ, ਉਹਨੂੰ ਤਾਂ ਇਹ ਚੀਜ਼ਾਂ ਬਾਰੇ ਨੌਲੇਜ ਹੀ ਨਹੀਂ ਆ ਵੀ ਇਹ ਵਿੱਚ ਗੁਰਬਾਣੀ ਦੇ ਆ ਵੀ ਕੁਛ ਲਿਖਿਆ ਹੋਇਆ। ਕਿਉਂਕਿ ਪਿਛਲੇ ਕੁਝ ਕੁ ਦਿਨ ਪਹਿਲਾਂ ਮੇਰੀ ਇੱਕ ਵੀਰ ਨਾਲ ਵਿਚਾਰ ਹੋਈ ਤੇ ਉਹਦੇ ਨਾਲ ਮੈਂ ਇੱਕ ਸ਼ਬਦ ਦੀ ਸਾਂਝ ਪਾਈ, ਤਾਂ ਉਹਨੇ ਮੈਨੂੰ ਪੁੱਛਿਆ ਕਿ ਨਾ ਯਾਰ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਹ ਸ਼ਬਦ ਵੀ ਲਿਖਿਆ ਹੋਇਆ। ਮੈਂ ਕਿਹਾ ਵੀ ਹਾਂ ਲਿਖਿਆ ਹੋਇਆ। ਕਹਿੰਦਾ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ, ਕਹਿੰਦਾ ਮੈਂ ਤਾਂ ਇਸ ਭੁਲੇਖੇ 'ਚ ਰਿਹਾ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਸ ਨਾਮ ਦੀ, ਅਭਿਆਸ ਦੀ, 24 ਘੰਟੇ ਸਾਸ ਗਰਾਸ ਦੀ ਜ਼ਿਕਰ ਕੀਤਾ ਗਿਆ। ਕਿਉਂਕਿ ਆਮ ਬੰਦੇ ਤੱਕ ਇਹਨਾਂ ਨੇ ਉਹ ਗੱਲਾਂ ਪਹੁੰਚਣ ਦਿੱਤੀਆਂ ਹੀ ਨਹੀਂ, ਤੇ ਆਮ ਬੰਦਾ ਉਹ ਗੱਲਾਂ ਜੇ ਬੰਦੇ ਕੋਲ ਪਹੁੰਚੀਆਂ ਨਹੀਂ ਤਾਂ ਬੰਦਾ ਸਵਾਲ ਨਹੀਂ ਉਠਾ ਸਕਦਾ। ਹੁਣ ਜਿਹੜੇ ਵੀ ਵੀਰ ਨੇ ਕਮੈਂਟ ਲਿਖਿਆ, ਹਾਂਜੀ, ਜਿਹੜੇ ਵੀ ਵੀਰ ਨੇ ਕਮੈਂਟ ਲਿਖਿਆ, ਹੋ ਸਕਦਾ ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਹਾਂ ਕੁਐਸਚਨ ਮਾਰਕ ਨਹੀਂ ਪਾਇਆ, ਉਹਨੇ ਉਹਦੇ ਮਨ ਦਾ ਇੱਕ ਬੁਲਬੁਲਾ ਸੀ, ਉਹ ਪੁੱਛਣਾ ਚਾਹਿਆ, ਸੋਚਿਆ ਵੀ ਚੱਲ ਇੱਕ ਫੇਸਬੁੱਕ ਤੇ ਲਾਈਵ ਆ। ਪਰ ਹੁਣ ਉਸ ਬੰਦੇ ਨੂੰ ਜਾਣੀ ਕਿ ਇੱਕ ਸਿਰਫ ਇਸ ਕਰਕੇ ਟਾਰਗੇਟ ਕੀਤਾ ਗਿਆ ਕਿ ਉਹਨੇ ਭਾਈ ਸਾਹਿਬ ਨਾਲ ਫੋਟੋ ਖਿਚਾ ਲਈ। ਤੇ ਹੁਣ ਭਾਈ ਸਾਹਿਬ ਦੀ ਉਹ ਜਿਹੜੀ 9 ਮਿੰਟ ਦੀ ਇੰਟਰਵਿਊ ਭਾਈ ਸਾਹਿਬ ਨੇ ਦਿੱਤੀ, ਤੇ ਉਹਦੇ ਵਿੱਚ ਭਾਈ ਸਾਹਿਬ ਨੇ ਇਹ ਵੀ ਮੈਂਸ਼ਨ ਕੀਤਾ ਵੀ ਅਕਾਲ ਤਖਤ ਦੇ ਜਥੇਦਾਰ ਨਾਲ, ਧੂਮਾ ਜੀ ਨਾਲ, ਆਪਣੇ ਗਿਆਨੀ ਠਾਕੁਰ ਸਿੰਘ ਜੀ ਨਾਲ, ਪਤਾ ਨਹੀਂ ਭਾਂਤ ਦੇ ਕਿੰਨੇ ਬੰਦਿਆਂ ਨੇ ਉਹਨਾਂ ਨਾਲ ਫੋਟੋਆਂ ਖਿਚਾਈਆਂ ਨੇ, ਤੇ ਉਹ ਬਾਹਰ ਜਾ ਕੇ ਕੁਕਰਮ ਕਰਦੇ ਨੇ। ਤਾਂ ਇਹਦਾ ਮਤਲਬ ਵੀ ਉਹ ਆਪਣੇ ਜਥੇਦਾਰ ਸਾਹਿਬ ਦਾ ਵੀ ਬੰਦਾ, ਉਹ ਜਿਹੜਾ ਉਹ ਕੁਕਰਮ ਕਰਦਾ, ਕੋਈ ਪੁੱਠਾ ਸਿੱਧਾ ਕੰਮ ਕਰਦਾ, ਉਹ ਜਥੇਦਾਰ ਨੂੰ ਬਿਲੋਂਗ ਕਰਕੇ ਕਰਦਾ। ਹਾਂਜੀ ਦਲਜੀਤ ਸਿੰਘ, ਤੁਸੀਂ ਹੁਣ ਆਪਣੀ ਟਰਨ ਲਿਓ ਤੇ ਉਸ ਤੋਂ ਬਾਅਦ ਆਪਾਂ ਹੁਣ ਪ੍ਰੋਗਰਾਮ ਦੀ ਮਤਲਬ ਸਮਾਪਤੀ ਵੱਲ ਵੀ ਚੱਲੀਏ। ਤੇ ਠੀਕ ਹੈ ਜੀ। ਇੱਕ ਇੱਥੇ ਮੈਂ ਤੁਹਾਡੇ ਤੋਂ ਪਹਿਲਾਂ ਇੱਕ ਮਾੜੀ ਜਿਹੀ ਸਟੇਟਮੈਂਟ ਦੇਣੀ ਚਾਹੁੰਦਾ ਹਾਂ। ਇਹਦਾ ਮਤਲਬ ਇਹ ਨਹੀਂ ਵੀ ਜਿਹੜੀਆਂ ਅਸੀਂ ਅੱਜ ਗੱਲਾਂ ਕਰ ਰਹੇ ਹਾਂ ਭਾਈ ਸਾਹਿਬ ਦੇ ਬਿਹਾਫ ਤੇ ਕਰ ਰਹੇ ਹਾਂ, ਅਸੀਂ ਨਹੀਂ ਉਹਨਾਂ ਨੂੰ ਸੁਣਦੇ ਜ਼ਰੂਰ ਆ, ਅਸੀਂ ਉਹਨਾਂ ਕੋਲ ਸੁਣ ਕੇ ਜੋ ਸਾਨੂੰ ਸਮਝ ਲੱਗਦੀ ਆ, ਇਹ ਗੱਲਾਂ ਸਾਡੀਆਂ ਆਪਣੀਆਂ ਵਾ। ਬਿਲਕੁਲ, ਹਾਂਜੀ, ਸਾਨੂੰ ਸਮਝ ਲੱਗਦੀ ਆ ਜਿੰਨੇ ਵੀ ਅਸੀਂ ਸਾਨੂੰ ਜਾਂ ਬਾਹਰੋਂ ਗਿਆਨ ਮਿਲਦਾ ਵਾ, ਭਾਈ ਸਾਹਿਬ ਨੂੰ ਵੀ ਅਸੀਂ ਬਹੁਤ ਜ਼ਿਆਦਾ ਸੁਣਦੇ। ਇਹਦਾ ਮਤਲਬ ਇਹ ਨਹੀਂ ਕਿ ਸਾਡੀਆਂ ਗੱਲਾਂ ਦੇ ਜ਼ਿੰਮੇਵਾਰ ਭਾਈ ਸਾਹਿਬ ਆ, ਨਹੀਂ ਬਿਲਕੁਲ ਜ਼ਿੰਮੇਵਾਰ ਅਸੀਂ ਖੁਦ ਵਾ, ਅਸੀਂ ਆਪ ਵਾ ਉਹਨਾਂ ਗੱਲਾਂ ਦੇ ਜ਼ਿੰਮੇਵਾਰ। ਮੈਂ ਉਹਨਾਂ ਗੱਲਾਂ ਦਾ ਆਪ ਜ਼ਿੰਮੇਵਾਰ, ਮੇਰੀਆਂ ਗੱਲਾਂ ਦੇ ਭਾਈ ਸਾਹਿਬ ਜ਼ਿੰਮੇਵਾਰ ਨਹੀਂ ਆ। ਹਾਂਜੀ ਦਲਜੀਤ ਸਿੰਘ ਜੀ, ਤੁਸੀਂ। ਹਾਂਜੀ, ਮੈਂ ਜਿੱਥੋਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਹੋਈ ਸੀਗੀ, ਮੈਂ ਦੁਬਾਰਾ ਉਸੇ ਗੱਲ ਤੇ ਜਿਹੜਾ ਪ੍ਰੋਗਰਾਮ ਦੀ ਸਮਾਪਤੀ ਕਰਨੀ ਚਾਹਾਂਗਾ। ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ ਵਿਸ਼ੇ ਨੂੰ ਅੱਗੇ ਵੀ ਲੈ ਕੇ ਜਾਈਏ ਤੇ ਆਪਾਂ ਇੱਥੇ ਫੇਰ ਵੀ ਇਹ ਗੱਲਬਾਤ ਕਰਦੇ ਰਹੀਏ, ਕਿਉਂਕਿ ਮੈਨੂੰ ਬੜਾ ਇੰਪੋਰਟੈਂਟ ਵਿਸ਼ਾ ਲੱਗਦਾ ਹੈ ਇਹ। ਕਿਉਂਕਿ ਕੁਝ ਸਮਾਂ ਸੀਗਾ ਜਦੋਂ
ਅਸੀਂ ਵੀ ਉਸੇ ਤਰੀਕੇ ਨਾਲ ਹਾਈਪਰ ਹੋ ਕੇ ਘੁੰਮਦੇ ਸੀ, ਜਿਸ ਤਰੀਕੇ ਦੇ ਨਾਲ ਆਪਾਂ ਨਾਰਮਲ ਪੰਜਾਬੀ ਨੂੰ ਵੇਖ ਸਕਦੇ ਹਾਂ, ਕਿਉਂਕਿ ਉਸੇ ਮਾਹੌਲ ਦੇ ਵਿੱਚ ਪਲੇ ਵੱਡੇ ਹੋਏ ਆ। ਉੱਥੇ ਤੁਹਾਨੂੰ ਸ਼ੁਰੂ ਤੋਂ ਹੀ ਜਿਹੜਾ ਆ ਉਹ ਫੁਕਰੇਬਾਜ਼ੀ ਵਾਲਾ ਜਿਹੜਾ ਮਾਹੌਲ ਹੈ ਉਹ ਦਿੱਤਾ ਜਾਂਦਾ, ਤੇ ਕਰਕੇ ਦਾ ਸੁਭਾਅ ਆ ਉਹ ਆਮ ਖਾਸ ਪੰਜਾਬੀ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੇ ਜਾਂਦਾ। ਜਿੱਤੇ ਕਾਬੂ ਪਾਉਣਾ ਹੈ ਤਾਂ ਬੜਾ ਮੁਸ਼ਕਿਲ ਹੈ, ਪਰ ਕੋਸ਼ਿਸ਼ ਕੀਤੀ ਆ ਹੁਣ ਵਾਲੇ ਦਿਨਾਂ ਦੇ ਵਿੱਚ। ਜਦੋਂ ਦਾ ਭਾਈ ਸਾਹਿਬ ਨੇ ਸੁਣਨਾ ਸ਼ੁਰੂ ਕੀਤਾ ਕਿ ਉਹ ਸੁਭਾਅ ਨੂੰ ਆਪਣੇ ਨੂੰ ਬਹੁਤ ਬਦਲਿਆ। ਤੇ ਜਦੋਂ ਮੈਂ ਹੁਣ ਵੇਖਦਾ ਆ ਉਹੀ ਚੀਜ਼ਾਂ ਅੱਜ 36 ਸਾਲਾਂ ਬਾਅਦ ਜਿੱਥੇ ਸਿੱਖ ਕੌਮ ਖੜੀ ਹੈ ਅੱਜ, ਫੇਰ ਉੱਥੇ ਇੱਕ ਵੀ ਫੇਅਰ ਡਿਸਕਸ਼ਨ ਮੈਂ ਦੇਖਣ ਨੂੰ ਨਹੀਂ ਮੈਨੂੰ ਮਿਲੀ ਕਿ ਜਿਹਦੇ ਵਿੱਚ ਮੈਂ ਵੇਖਾਂ ਕਿ ਸਾਡੀ ਕੌਮ ਦੇ ਆਗੂਆਂ ਨੇ ਇੱਕ ਜਗ੍ਹਾ ਤੇ ਬੈਠ ਕੇ ਇਹਦੇ ਉੱਤੇ ਇੱਕ ਗੱਲਬਾਤ ਕੀਤੀ ਹੋਵੇ, ਇੱਕ ਨੋਟ ਜਾਰੀ ਕੀਤਾ ਹੋਵੇ, ਕੌਮ ਨੂੰ ਕੋਈ ਸੰਦੇਸ਼ ਦਿੱਤਾ ਹੋਵੇ ਜਿਹਦੇ ਵਿੱਚ ਕਿ ਕੌਮ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਉਹਦੇ ਬਾਰੇ 'ਚ ਗੱਲਬਾਤ ਹੋਵੇ। ਅੱਜ ਇੰਡੀਵਿਜੂਅਲ ਤੌਰ ਤੇ ਹਰੇਕ ਇਨਸਾਨ ਜਿਹੜਾ ਆ ਉਹ ਆਪਣੇ ਬੱਚਿਆਂ ਨੂੰ ਉਹਨਾਂ ਨੇ ਅੱਗੇ ਕਿੱਦਾਂ ਵਧਣਾ ਆ ਉਹਦੀ ਸੋਚ ਰਿਹਾ ਹੈ। ਇੰਡੀਵਿਜੂਅਲ ਤੌਰ ਤੇ ਉਹਨਾਂ ਦੀ ਪੜ੍ਹਾਈ ਤੇ ਖਰਚਾ ਕਰਦਾ ਹੈ, ਉਹ ਉਹਨਾਂ ਦੇ ਸਾਰਾ ਜੋ ਸਿਸਟਮ ਹੈ ਉਹਨੂੰ ਵੇਖਦਾ ਆ। ਉਹ ਫਿਰ ਉਹ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਆਈਲੈਟਸ ਕਰਾਉਂਦਾ ਆ, ਉਹਨਾਂ ਨੂੰ ਬਾਹਰ ਭੇਜਦਾ ਆ, ਉਹਨਾਂ ਦਾ ਜੀਵਨ ਜਿਹੜਾ ਆ ਉਹ ਸੈੱਟ ਕਰਦਾ। ਪਰ ਜਿਹੜੇ ਕੰਮ ਧਰਮ ਦੇ ਪੱਖੋਂ ਹੋਣੇ ਚਾਹੀਦੇ ਸੀਗੇ ਉਹ ਅੱਜ ਬਿਲਕੁਲ ਜਿਹੜੇ ਧਾਰਮਿਕ ਆਗੂ ਨੇ ਉਹ ਅਵੇਸਲੇ ਹੋਏ ਬੈਠੇ ਨੇ ਕਿਤੇ ਨਾ ਕਿਤੇ। ਤੇ ਮੈਂ ਉਹਨਾਂ ਨੂੰ ਵੇਖਦਾ ਆ ਕਿ ਉਹਨਾਂ ਦੇ ਜਿੱਦਾਂ ਜੂੰ ਨਹੀਂ ਸਰਕ ਰਹੀ ਉਹਨਾਂ ਦੇ ਉੱਤੇ, ਕਿਉਂਕਿ ਮੈਂ ਜਥੇਦਾਰ ਦਾ ਰੀਸੈਂਟਲੀ ਇੱਕ ਪ੍ਰੈਸ ਕਾਨਫਰੰਸ ਵੇਖਿਆ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ, ਤੇ ਜਿਹੜੇ ਉਹਨਾਂ ਦੇ ਦਿੱਤੇ ਹੋਏ ਉਹਦੇ ਵਿੱਚ ਬਿਆਨ ਸੀਗੇ ਉਹ ਬੜੇ ਹੀ ਹਾਸੋਹੀਣੇ ਬਿਆਨ ਸੀ। ਕਿਸੇ ਪੱਤਰਕਾਰ ਨੇ ਖਾਲਿਸਤਾਨ ਦੇ ਮੁੱਦੇ ਤੇ ਸਵਾਲ ਪੁੱਛਿਆ ਤੇ ਬੜਾ ਹੀ ਉਹਨੂੰ ਹਲਕੇ ਤੌਰ ਤੇ ਉਸ ਸਵਾਲ ਨੂੰ ਲੈ ਕੇ ਇਹ ਕਹਿਤਾ ਕਿ ਜੇ ਸਰਕਾਰ ਦੇਊਗੀ ਤਾਂ ਅਸੀਂ ਲੈ ਲਾਂਗੇ। ਕਿਤੇ ਤਾਂ ਤੁਸੀਂ ਕਹਿੰਦੇ ਹੋ ਕਿ ਜਿਹੜਾ ਸਿੱਖ ਹੁੰਦਾ ਉਹ ਬੜਾ ਹੀ ਯੋਧਾ ਹੁੰਦਾ, ਬਹੁਤ ਬਹਾਦਰ ਹੈ ਉਹ ਤਾਂ ਜੀ। ਜਦੋਂ ਆਪਾਂ ਉਹ ਬਿਆਨ ਜਥੇਦਾਰ ਦਾ ਇੱਕ ਉਹ ਵੀ ਸੁਣਿਆ ਸੀ ਨਾ, ਜਿਹੜਾ ਉਹਨਾਂ ਨੇ ਹੋਲੇ ਮਹੱਲੇ ਤੇ ਦਿੱਤਾ ਸੀਗਾ ਕਿ ਸਿੱਖ ਨੂੰ ਖੌਫ ਨਹੀਂ ਹੁੰਦਾ, ਉਹ ਭੈ ਰਹਿਤ ਹੈ, ਉਹ ਇਹ ਹੈ, ਜੇ ਹੈ, ਉਹ ਹੈ। ਤੇ ਅੱਜ ਜਦੋਂ ਉੱਥੇ ਖਾਲਿਸਤਾਨ ਦਾ ਸਵਾਲ ਆਇਆ ਤਾਂ ਕਹਿੰਦੇ ਲੈ ਕੌਣ ਨਹੀਂ ਚਾਹੁੰਦਾ ਕਿ ਖਾਲਿਸਤਾਨ ਦਾ ਹਰ ਸਿੱਖ ਚਾਹੁੰਦਾ ਹੈ ਕਿ ਖਾਲਿਸਤਾਨ ਮਿਲੇ, ਪਰ ਜੇ ਸਰਕਾਰ ਦੇਊਗੀ ਤਾਂ ਅਸੀਂ ਲੈ ਲਾਂਗੇ। ਸੋਚ ਕੇ ਦੇਖੋ, ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੋਵੇ ਤੇ ਕੋਈ ਬੰਦਾ ਹੋਰ ਕਿਸੇ ਘਰ ਦਾ ਉਹਨੂੰ ਚੰਗੀ ਲੱਗਦੀ ਹੋਵੇ ਤੇ ਪਰ ਉਦਾਂ ਉਹ ਕਵੇ ਵੀ ਹਾਂ ਚੱਲ ਜੇ ਮਾਲਕ ਕਹੂਗਾ ਦੇਊਗਾ ਤਾਂ ਅਸੀਂ ਲੈ ਲਾਂਗੇ, ਤੇ ਤੁਹਾਡੇ ਲਈ ਉਹ ਇੰਪੋਰਟੈਂਟ ਹੋਵੇ। ਕਿ ਐਡੇ ਬੇਵਕੂਫ ਨੇ ਸਾਡੀ ਕੌਮ ਦੇ ਆਗੂ ਕਿ ਜਿਹੜੇ ਇਸ ਤਰੀਕੇ ਨਾਲ ਹਾਸੋਹੀਣਾ ਬਿਆਨ ਦਿੰਦੇ ਨੇ ਕਿ ਜੇ ਸਰਕਾਰ ਕਹੂਗੀ ਤਾਂ ਅਸੀਂ ਲੈ ਲਾਂਗੇ। ਉਹਦੇ ਲਈ ਕਾਰਨ ਕੀ? ਉਹਦੇ ਲਈ ਕਾਰਨ ਕੀ ਆ? ਉਹਨਾਂ ਨੇ ਕਰਨਾ ਜਾਣੀ ਕਿ ਕੌਮ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ, ਕੌਮ ਦਾ ਜੇ ਵਾਕਈ ਇਹ ਬੰਦੇ ਘਰ ਬਣਾਉਣ ਦੇ ਲਈ ਤਤਪਰ ਨੇ, ਹਨਾ, ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਉਹਨਾਂ ਦੀ ਸਪੋਰਟ ਦੇ ਨਾਲ ਹੀ ਜਥੇਦਾਰ ਬਣਦਾ ਹੈ, ਉਹਨਾਂ ਦੀ ਸਪੋਰਟ ਦੇ ਉਹਨਾਂ ਦੀ ਹੀ ਸ਼੍ਰੋਮਣੀ ਕਮੇਟੀ ਹੈ, ਹਨਾ ਜੀ। ਉਹਨਾਂ ਦੇ ਅੱਗੇ ਬੀਜੇਪੀ ਦੇ ਨਾਲ ਸੰਬੰਧ ਨੇ, ਹਨਾ। ਬੀਜੇਪੀ ਜਿਹੜੀ ਹੈ ਉਹ ਸੰਘ ਤੋਂ ਚੱਲਦੀ ਹੈ, ਉਹਨਾਂ ਦਾ ਹੁਕਮ ਜਿਹੜਾ ਹੈ ਉਸੇ ਤਰੀਕੇ ਨਾਲ ਵਜਾਇਆ ਜਾਂਦਾ ਹੈ। ਤੁਹਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਆਜ਼ਾਦੀ ਹੋਈ ਸੀ ਤਾਂ ਕਹਿੰਦੇ ਆ ਕਿ ਜੰਮੂ ਕਸ਼ਮੀਰ ਜਿਹੜਾ ਸੀ ਉਹ ਕੋਈ ਸਾਈਨ ਨਹੀਂ ਸੀ ਹੋਏ ਕਿ ਅਸੀਂ ਕਿੱਧਰ ਜਾਣਾ ਆ, ਅਸੀਂ ਇੰਡੀਆ ਵੱਲ ਜਾਣਾ ਜਾਂ ਅਸੀਂ ਪਾਕਿਸਤਾਨ ਵੱਲ ਜਾਣਾ ਆ। ਉਹ ਬੰਦੇ ਕਹਿੰਦੇ ਸੀ ਸਾਨੂੰ ਸੈਕੂਲਰ, ਅਸੀਂ ਆਪਣਾ ਸਿਸਟਮ ਚਲਾਉਣਾ, ਤੇ ਜਿੰਨਾ ਕਿ ਇੰਡੀਆ ਵਾਲਿਆਂ ਨੇ, ਪਰ ਇੰਡੀਆ ਵਾਲਿਆਂ ਨੇ ਉਹਦੇ ਉੱਤੇ ਵੀ ਉੱਥੇ ਜਿਹੜੀ ਧਾਰਾ ਸੀ ਉਹਨੂੰ ਖਤਮ ਕਰਕੇ ਉੱਤੇ ਵੀ ਪੂਰਨ ਤੌਰ ਤੇ ਆਪਣਾ ਕਬਜ਼ਾ ਜਿਹੜਾ ਆ ਉਹ ਕਰ ਲਿਆ। ਉਹਦੇ ਵਿੱਚ ਇਹ ਹਾਸੋਹੀਣਾ ਬਿਆਨ ਦੇਣਾ ਕਿ ਜੇ ਸਰਕਾਰ ਚਾਹੂਗੀ ਤਾਂ ਅਸੀਂ ਲੈ ਲਾਂਗੇ ਖਾਲਿਸਤਾਨ, ਉਹ ਇੱਕ ਸਿਰਫ ਲੋਲੀਪੌਪ ਹੈ। ਜਿਹੜੇ ਬੰਦੇ ਮਾੜਾ ਮੋਟਾ ਬਾਹਰ ਵਿਦੇਸ਼ਾਂ 'ਚ ਰਹਿੰਦੇ ਨੇ, ਕਿਉਂਕਿ ਹੁਣ ਜਥੇਦਾਰ ਜੀ ਇੰਗਲੈਂਡ ਦਾ ਟੂਰ ਲਾ ਕੇ ਗਏ ਆ, ਤੁਹਾਨੂੰ ਪਤਾ ਹੈ ਕਿ ਸ਼ਾਇਦ ਫਿਰ ਇਹਨਾਂ ਦੇ ਕੋਈ ਆਉਣ ਦੀ, ਮੁੜ ਕੇ ਕਰੋਨਾ ਖਤਮ ਹੋ ਜਾਣਾ ਤਾਂ ਕੋਈ ਸਕੀਮ ਹੋਵੇ ਇਹਨਾਂ ਦੀ ਵਿਦੇਸ਼ਾਂ 'ਚ ਆਉਣ ਦੀ, ਤੇ ਜੇ ਇਹ ਬਿਆਨ ਨਾ ਦਿੰਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਮੁਲਕਾਂ 'ਚ ਆਉਣ ਵਾਲਿਆਂ ਦਾ ਫਿਰ ਕੀ ਹਾਲਾਤ ਹੁੰਦੇ ਆ, ਖਾਸ ਕਰਕੇ ਇੰਗਲੈਂਡ, ਅਮਰੀਕਾ ਦੇ ਵਿੱਚ ਜਿਹੜੇ ਕੋਈ ਬੰਦਾ ਇਸ ਪੱਖ 'ਚ ਨਹੀਂ ਖੜਦਾ। ਸਿਰਫ ਉਹ ਇੱਕ ਲੋਲੀਪੌਪ ਜਿਹੜਾ ਆ ਉਹਨਾਂ ਬੰਦਿਆਂ ਨੂੰ ਦਿਖਾਲਣ ਨੂੰ ਜਿਹੜਾ ਉਹ ਬਿਆਨ ਦਿੱਤਾ ਗਿਆ। ਆਮ ਬੰਦੇ ਨੂੰ ਵੀ ਇਹ ਗੱਲ ਸਮਝ ਆ ਜਾਂਦੀ। ਬਿਲਕੁਲ ਜੀ, ਬਿਲਕੁਲ। ਤੇ ਅੱਜ ਜਿਹੜੀ ਗੱਲ ਆਪਾਂ ਡਿਸਕਸ਼ਨ ਸ਼ੁਰੂਆਤ ਕੀਤੀ ਸੀਗੀ ਕਿ ਸਾਨੂੰ 36 ਸਾਲਾਂ ਬਾਅਦ ਕੀ ਮਿਲਿਆ। ਸਾਨੂੰ 36 ਸਾਲਾਂ ਬਾਅਦ ਅਕਾਲ ਤਖਤ ਨਾਂ ਦੀ ਜਿਹੜੀ ਹੈ ਇੱਕ ਉਹ ਬਣਿਆ ਹੋਇਆ ਸਟਰਕਚਰ ਹੈ, ਸਾਨੂੰ ਉਹ ਮਿਲਿਆ। ਉਹਦੇ ਉੱਤੇ ਸਾਨੂੰ ਜਥੇਦਾਰ ਹਰਪ੍ਰੀਤ ਸਿੰਘ ਵਰਗੇ ਆਗੂ ਮਿਲੇ
ਜਿਹੜੇ ਕਿ ਇੰਨੀ ਧੜੱਲੇਦਾਰ ਬਿਆਨਬਾਜ਼ੀ ਕਰਦੇ ਆ ਕਿ ਜਿਹੜਾ ਹਰੇਕ ਸਿੱਖ ਜਿਹੜਾ ਉਹਨਾਂ ਦੇ ਵੱਲ ਨੂੰ ਵੇਖਦਾ ਹੈ ਵੀ ਲੈ ਵੀ ਜਥੇਦਾਰ ਨੇ ਹੁਣ ਕਹਿਤਾ ਤੇ ਬਸ ਹੋ ਗਿਆ, ਮਿਲ ਗਿਆ, ਸਮਝ ਲਓ ਚੱਕ ਦੇ ਫੱਟੇ ਹਨਾ। ਪਰ ਆਪਣੇ ਗਿਆਨ ਨੂੰ ਗੁਰੂ ਕਹਿਣ ਵਾਲੀ ਜਿਹੜੀ ਕੌਮ ਹੈ ਅੱਜ, ਉਹ ਕਿਤੇ ਨਾ ਕਿਤੇ ਉਹਦੀ ਹਾਲਤ ਤਰਸਯੋਗ ਹੋਈ ਪਈ ਹੈ। ਅੱਜ ਆਪਣੇ ਆਪ ਤੇ ਤਰਸ ਆਉਂਦਾ ਹੈ ਕਿ ਯਾਰ ਵਾਕਈ ਅਸੀਂ ਉਹ ਨਾਨਕ ਦੀ ਸੋਚ ਦੇ ਧਾਰਨੀ ਆ, ਕਿ ਅਸੀਂ ਵਾਕਈ ਉਹ ਸੋਚ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਬਾਬਰ ਨੂੰ ਵੀ ਜਾਬਰ ਕਿਹਾ ਸੀਗਾ ਉਹਨਾਂ ਸਮਿਆਂ ਦੇ ਵਿੱਚ। ਪਰ ਅੱਜ ਜਿਹੜੇ ਆ 550 ਸਾਲਾਂ ਬਾਅਦ ਜਿਹੜੇ ਆਪਣੇ ਆਪ ਨੂੰ ਉਹਨਾਂ ਦੇ ਪੈਰੋਕਾਰ ਕਹਾਉਂਦੇ ਨੇ, ਉਹਨਾਂ ਦੇ ਹਾਲਾਤ ਅੱਜ ਬਹੁਤ ਨੀਵੇਂ ਗਿਰੇ ਹੋਏ ਨੇ, ਨੀਵੇਂ ਡਿਗੇ ਹੋਏ ਨੇ। ਆਸ ਕਰਦੇ ਹਾਂ ਕਿ ਸ਼ਾਇਦ ਕੌਮ ਇਹਨਾਂ ਮੁੱਦਿਆਂ ਦੇ ਉੱਤੇ ਅੱਗੇ ਆਵੇ, ਇਹਨਾਂ ਦੇ ਉੱਤੇ ਇੱਕ ਫੇਅਰ ਡਿਸਕਸ਼ਨ ਹੋਵੇ ਤੇ ਸ਼ਾਇਦ ਕੋਈ ਨਤੀਜੇ ਨਿਕਲ ਸਕਣ। ਜੇ ਡਿਸਕਸ਼ਨ ਹੋਵੇਗੀ ਤਾਂ ਕੋਈ ਨਤੀਜੇ ਨਿਕਲਣਗੇ, ਜੇ ਸ਼ੁਰੂਆਤ ਹੋਵੇਗੀ ਤਾਂ ਫਿਰ ਸ਼ਾਇਦ ਲੱਗਦਾ ਹੈ ਕਿ ਅੱਗੇ ਦੀ ਅੱਗੇ ਕੁਝ ਨਾ ਕੁਝ ਸਾਨੂੰ ਉਹਦੇ ਚ ਮਿਲ ਸਕਦਾ ਹੈ। ਪਰ ਹਜੇ ਕੋਈ ਇਹਦੇ ਵਿੱਚ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਹਜੇ ਤਾਂ ਅਸੀਂ ਹੋਰ ਗਿਰਾਵਟ ਵੱਲ ਨੂੰ ਜਾ ਰਹੇ ਹਾਂ, ਹੋਰ ਪਿੱਛੇ ਨੂੰ ਜਾ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਸ਼ਾਇਦ ਅੱਗੇ ਦੀ ਅੱਗੇ ਫਿਊਚਰ ਦੇ ਵਿੱਚ ਇਹਦੇ ਪ੍ਰਤੀ ਕੋਈ ਆਪਾਂ ਨੂੰ ਸ਼ਾਇਦ ਪ੍ਰੋਗਰੈਸ ਦੇਖਣ ਨੂੰ ਮਿਲੇ। ਪਰ ਸਿਰਫ ਅਜੇ ਆਸ ਹੀ ਹੈ, ਇਹਦੇ ਵਿੱਚ ਕੋਈ ਆਸ ਦੇ ਵਿੱਚ ਕੋਈ ਬੂਰ ਲੱਗਣ ਦੀ ਕੋਈ ਸੰਭਾਵਨਾ ਨਹੀਂ। ਸੋ ਇੰਨੀਆਂ ਗੱਲਾਂ ਹੀ ਆਪਾਂ ਕਰਦੇ ਹੋਏ ਹੁਣ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅਖੀਰ ਦੇ ਵਿੱਚ ਦਿਲਜਾਨ ਸਿੰਘ, ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਕੇ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਭਾਜੀ। ਹਾਂਜੀ, ਮੇਰੇ ਵੱਲੋਂ ਤਾਂ ਬਸ ਇੰਨੀ ਕੀ ਅਪੀਲ ਆ ਵੀਰ ਜੀ, ਕਿਉਂਕਿ ਜਿੱਦਾਂ ਵੀ ਆਮ ਜਿਹੜੇ ਪੰਜਾਬ ਦੇ ਵਿੱਚ ਖਾਸ ਕਰ ਆਪਣੇ ਵੀਰ ਰਹਿੰਦੇ ਨੇ, ਉਹਨਾਂ ਨੂੰ ਇਹੀ ਆ ਵੀ ਜਿੱਦਾਂ ਹੁਣ ਇਸ ਟਾਈਮ ਭਾਈ ਸਾਹਿਬ ਦੇ ਬਿਆਨ ਆਏ ਨੇ 10 ਮਿੰਟ ਦੀ ਵੀਡੀਓ ਦੇ ਵਿੱਚ, ਜਿੱਥੇ ਕਹਿੰਦੇ ਨੇ ਵੀ ਮੈਨੂੰ ਛੇਕਣ ਵਾਸਤੇ ਗਰਾਊਂਡ ਤਿਆਰ ਕੀਤਾ ਜਾ ਰਿਹਾ, ਤਾਂ ਉੱਥੇ ਜਿੰਨੇ ਵੀ ਆਪਣੇ ਭਾਈ ਸਾਹਿਬ ਦੇ ਆਵਾਜ਼ ਮਗਰ, ਜਿੰਨੇ ਵੀ ਭਾਈ ਸਾਹਿਬ ਦੇ ਵਿਚਾਰਾਂ ਦੇ ਮਗਰ ਖੜੇ ਨੇ, ਤਾਂ ਜਿੰਨਾ ਹੋ ਸਕਦਾ ਤੇ ਭਾਈ ਸਾਹਿਬ ਦੀ ਆਪਾਂ ਤਨੋਂ ਮਨੋਂ ਤੋਂ ਜਿੰਨਾ ਵੀ ਹੋ ਸਕਦਾ ਆਪਾਂ ਸਪੋਰਟ ਕਰੀਏ, ਵੀ ਜਿਹਦੇ ਪੱਖੋਂ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਜਿਹੜੀ ਕੌਮ ਦੇ ਖਾਤਰ ਜਾਂ ਜਿਹੜੇ ਆਮ ਸਿੱਖਾਂ ਨੂੰ ਮੈਂ ਜਾਗਰੂਕ ਕੀਤਾ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸੋਚ ਦਿੱਤੀ ਆ, ਸਹੀ ਸੋਚ ਗੁਰੂ ਨਾਨਕ ਦੀ ਘਰ ਘਰ ਪਹੁੰਚਦੀ ਕੀਤੀ ਆ, ਵੀ ਉਹ ਕਿਤੇ ਪੈਰ ਪਿੱਛੇ ਨਾ ਕਰ ਲੈਣ। ਕਿਉਂਕਿ 84 ਦਾ ਉਹ ਦੌਰ ਜਿਹਦੀ ਤੁਸੀਂ ਪਹਿਲਾਂ ਜ਼ਿਕਰ ਕੀਤਾ, ਉਹ ਦੌਰ ਦੇ ਵਿੱਚ ਕਈ ਵਾਰ ਆਪਣੇ ਜਿਹੜੇ ਬੰਦੇ ਵਿਚਾਰ ਸ਼ੁਰੂ ਕਰਦੇ ਨੇ ਜਾਂ ਵਿਚਾਰਾਂ ਜਿਨ੍ਹਾਂ ਨੇ ਕੀਤੀਆਂ, ਉਹਨਾਂ ਨੂੰ ਮੌਤ ਦੀ ਖਾਣੀ ਪਈ, ਉਹਨਾਂ ਨੂੰ ਮੁਕਾਬਲੇ ਕੀਤੇ ਗਏ, ਉਹਨਾਂ ਨੂੰ ਮਾਰਿਆ ਗਿਆ। ਪਰ ਅੱਜ ਦੇ ਟਾਈਮ ਦੇ ਵਿੱਚ ਏਦਾਂ ਦਾ ਕੁਛ ਨਹੀਂ ਹੋ ਰਿਹਾ। ਅੱਜ ਦੇ ਟਾਈਮ ਤੁਸੀਂ ਆਪਣੀ ਗੱਲ ਸੋਸ਼ਲ ਮੀਡੀਆ ਰਾਹੀਂ, ਫੇਸਬੁੱਕ ਰਾਹੀਂ, ਇੰਸਟਾਗ੍ਰਾਮ ਰਾਹੀਂ, ਕਿਸੇ ਵੀ YouTube ਦੇ ਚੈਨਲ ਦੇ ਰਾਹੀਂ ਆਪਣੀ ਗੱਲ ਰੱਖ ਸਕਦੇ ਹੋ। ਤੇ ਜੇ ਗੱਲ ਰੱਖਣ ਦੇ ਬਾਹਰਲੇ ਦੇਸ਼ਾਂ 'ਚ ਬਹਿ ਕੇ ਤੁਸੀਂ ਗੱਲ ਰੱਖ ਸਕਦੇ ਹੋ ਤਾਂ ਭਾਈ ਸਾਹਿਬ ਦੀ ਸਪੋਰਟ ਵੀ ਪੂਰੀ ਤੌਰ ਤੇ ਕਰ ਸਕਦੇ। ਹਾਂਜੀ, ਬਿਲਕੁਲ ਠੀਕ ਹੈ ਜੀ। ਫਿਰ ਗੁਰਮੇਲ ਸਿੰਘ ਜੀ, ਤੁਸੀਂ ਆਖਰੀ ਗੱਲ ਕਹਿ ਕੇ ਪ੍ਰੋਗਰਾਮ ਦੀ ਸਮਾਪਤੀ ਕਰੋ ਜੀ ਫਿਰ, ਤੇ ਆਪਾਂ ਅਗਲੇ ਪ੍ਰੋਗਰਾਮ। ਕਿਉਂਕਿ ਅਸੀਂ 84 ਦੇ ਵਿੱਚ ਹੁਣ ਤੱਕ ਕੀ ਲਿਆ, ਬਸ ਗੱਲ ਉੱਥੇ ਹੀ ਫੇਰ ਆਉਣੀ ਆ ਬਾਰ-ਬਾਰ। ਜਿੱਦਾਂ ਕੋਈ ਸਾਨੂੰ ਇਹ ਵੀ ਕਹਿ ਸਕਦਾ ਵੀ ਤੁਸੀਂ ਭਾਈ ਸਾਹਿਬ ਦਾ ਨਾਂ ਕਿਉਂ ਲੈਂਦੇ, ਪਰ ਗੱਲ ਇਹ ਆ ਵੀ ਜਦੋਂ ਉਹ ਗੱਲ ਹੀ ਉਹਨਾਂ ਨੇ ਇੱਥੋਂ ਤੋਰੀ ਆ ਭਾਈ ਸਾਹਿਬ ਨੇ, ਵੀ ਗਿਆਨ, ਜੇ ਸਾਨੂੰ ਗਿਆਨ ਹੁੰਦਾ ਨਾ ਅੱਜ, ਤੇ ਅਸੀਂ ਕੁਛ ਨਾ ਕੁਛ ਆਪਣਾ ਬੈਠ ਕੇ ਕੁਛ ਨਾ ਕੁਛ ਅੱਗੇ ਦੀ ਸਕੀਮ ਬਣਾਈ ਹੁੰਦੀ, ਕੋਈ ਕਾਲਜ, ਕੋਈ ਮੈਡੀਕਲ ਕਾਲਜ, ਕੋਈ ਇੰਜੀਨੀਅਰਿੰਗ ਕਾਲਜ ਖੋਲੇ ਹੁੰਦੇ, ਕੋਈ ਬੱਚਿਆਂ ਨੂੰ ਮੈਡੀਕਲ ਲਾਈਨ ਦੇ ਸਾਇੰਟਿਸਟ ਬਣਾਇਆ ਹੁੰਦਾ, ਕੋਈ ਡਾਕਟਰ, ਕੋਈ ਇੰਜੀਨੀਅਰ ਬਣਾਇਆ ਹੁੰਦਾ, ਤੇ ਅੱਜ ਸਾਡੀ ਜਿਹੜੀ ਗੱਲ ਵਾ ਦਰਬਾਰੇ ਸੁਣੀ ਜਾਂਦੀ, ਹਾਂਜੀ, ਅੱਗੇ ਗੱਲ ਜਾਂਦੀ। ਅਸੀਂ ਉਹੀ ਬਸ ਹਰ ਵਕਤ ਜਿਹੜੇ ਹਰ ਸਾਲ 6 ਜੂਨ ਨੂੰ ਕਿਰਪਾਨਾਂ ਲਹਿਰਾ ਕੇ ਚੱਲ ਜਾਂਦੇ ਆ, ਤੇ ਜੇ ਗਿਆਨ ਦੀ ਗੱਲ ਨਹੀਂ ਕਰਨੀ, ਗੱਲ ਉੱਥੇ ਫਿਰ ਆ ਗਈ ਜਿੱਥੋਂ ਆਪਾਂ ਚਾਲੂ ਕੀਤੀ, ਗਿਆਨ ਰਤਨ ਮਨ ਮਾਂਝੀ ਹੈ, ਬੌੜ ਨਾ ਮੈਲਾ ਹੋਏ। ਇਹ ਗੁਰੂ ਦਾ ਗਿਆਨ ਜਾਂ ਕਿਤਿਓਂ ਵੀ ਜਿਹੜੀ ਸੋਝੀ ਲਈ ਹੁੰਦੀ, ਤੇ ਇਹ ਅੱਜ ਸਾਨੂੰ ਪਤਾ ਹੁੰਦਾ ਵੀ ਅਸੀਂ ਅੱਜ ਜਿਹੜੇ ਸਾਡੇ ਨੌਜਵਾਨ ਬੱਚੇ ਆ, 2 ਲੱਖ ਸਾਡਾ ਬੱਚਾ, ਜਿਹੜੇ ਵੀ ਸਾਡੇ ਵੀਰ ਭੈਣਾਂ ਸ਼ਹੀਦ ਹੋ ਗਏ ਆ, ਉਹਨਾਂ ਦਾ ਮੁੱਲ ਅਸੀਂ ਇਹੀ ਪਾਈਏ ਵੀ ਅੱਗੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਟੱਡੀ ਕਰਵਾਈਏ, ਬੱਚਿਆਂ ਨੂੰ ਚੰਗੇ ਪਾਸੇ ਲਾਈਏ, ਬੱਚੇ ਸਾਨੂੰ ਉਸ ਚੀਜ਼ ਦਾ ਨਿਆਂ ਦਿਲਾ ਸਕਣ। ਅਸੀਂ ਅੱਜ ਹਰ ਜਾ ਕੇ ਉੱਥੇ ਕਚਹਿਰੀਆਂ ਦੇ ਵਿੱਚ ਜਾ ਕੇ, ਕੋਰਟਾਂ ਦੇ ਵਿੱਚ ਜਾ ਕੇ ਰੌਲਾ ਪਾਈ ਜਾਂਦੇ, ਪਰ ਸਾਨੂੰ ਕੋਈ ਨਿਆਂ ਨਹੀਂ, ਕਿਉਂਕਿ ਸਾਡਾ ਬੱਚਾ ਕੋਈ ਇੰਨਾ ਪੜ੍ਹਿਆ ਹੀ ਨਹੀਂ ਕਿ ਜਿਹੜੀ ਅੱਗੇ ਜਾ ਕੇ ਵਧੀਆ ਤਰੀਕੇ ਦੇ ਨਾਲ ਗੱਲ ਨੂੰ ਸਾਡੀ ਨੂੰ ਸਮਝ ਕਰ ਸਕੇ। ਤੇ ਇਹੀ ਗੱਲ ਭਾਈ ਸਾਹਿਬ ਕਹਿੰਦੇ ਵੀ ਜੇ ਅਸੀਂ ਗਿਆਨ ਨੂੰ ਗੁਰੂ, ਸਾਡਾ ਗਿਆਨ ਗੁਰੂ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ, ਅਸੀਂ ਉਸ ਗਿਆਨ ਨੂੰ ਅਪਣਾਈਏ ਤੇ ਨਾਲ ਹੀ ਭਾਈ ਸਾਹਿਬ ਦੀ ਵੱਧ ਤੋਂ ਵੱਧ ਸਪੋਰਟ ਕਰੀਏ, ਜੋ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਕਰਾਂਗੇ, ਤੇ ਸਾਰੇ ਜਾਣੇ ਸਿੰਘ ਬੈਠ ਨਾਲ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਾਂ ਇੱਕ ਯੂਨਿਟੀ ਬਣਾ ਕੇ ਸਾਰੇ ਜਾਣੇ ਇਕੱਠੇ ਹੋ ਕੇ ਜਿਹੜੀ ਆਪਾਂ ਫਿਰ ਉਹਨਾਂ ਨੂੰ ਜਿਹੜੀ ਮਾਇਆ ਤੋਂ ਮਹੀਨੇ ਦੇ ਮਹੀਨੇ ਜਿਹੜੀ ਜਾ ਸਕੇ, ਹਨਾ ਜੀ। ਤੇ ਬਸ ਇਹ ਆਪਾਂ ਸਮਾਪਤੀ ਕਰਦੇ ਹਾਂ ਜੀ। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।